ਜੈ ਮਸੀਹ ਦੀ ਸਾਰਿਆਂ ਨੂੰ ਬਲੈਸ ਯੂ। ਪ੍ਰਭੂ ਤੁਹਾਨੂੰ ਬਰਕਤ ਦੇਵੇ। ਪ੍ਰਭੂ ਦੀ ਵਡਿਆਈ ਕਰਦੇ ਹਾਂ। ਪ੍ਰਭੂ ਜੀ ਦਾ ਧੰਨਵਾਦ ਕਰਦੇ ਹਾਂ। ਅੱਜ ਫਿਰ ਆਪਾਂ ਇਕੱਠੇ ਜੁੜ ਸਕਦੇ ਹਾਂ ਤੇ ਪ੍ਰਭੂ ਜੀ ਦੀ ਵਡਿਆਈ ਕਰਦੇ ਹਾਂ ਕਿ ਪ੍ਰਭੂ ਨੇ ਆਪਾਂ ਨੂੰ ਫ੍ਰੀडम ਦਿੱਤੀ ਆ। ਆਮੇਨ। ਉਹਦਾ ਬਚਨ ਸੁਣਨ ਵਾਸਤੇ ਆਪਾਂ ਕਈ ਵਾਰੀ ਇਸ ਚੀਜ਼ ਨੂੰ ਲਾਈਟ ਜਿਹਾ ਲੈਂਦੇ ਆ, ਪਰ ਸੱਚੀ ਲਾਈਟ ਲੈਣ ਦੀ ਲੋੜ ਨਹੀਂ। ਜੇ ਆਪਾਂ ਦੇਖੀਏ ਕਈ ਲੋਕਾਂ ਕੋਲ ਬਚਨ ਹੈ ਨਹੀਂਗਾ, ਜਿਹੜੇ ਕਈ ਬਹੁਤ ਚਾਹੁੰਦੇ ਆ, ਉਹਨਾਂ ਨੂੰ ਜੇਲ੍ਹਾਂ ਵਿੱਚ ਵੀ ਸਿੱਟਿਆ ਜਾਂਦਾ ਹੈ ਤੇ ਕਈਆਂ ਨੂੰ ਇੱਥੇ ਤੱਕ ਕਿ ਉਹਨਾਂ ਨੂੰ ਮਾਰਿਆ ਵੀ ਜਾਂਦਾ, ਕਰਕੇ ਉਹ ਪ੍ਰਭੂ ਯਿਸੂ ਮਸੀਹ ਦੇ ਮਗਰ ਚੱਲਦੇ ਤੇ ਉਹਨਾਂ ਦੇ ਬਚਨਾਂ ਦਾ ਪ੍ਰਚਾਰ ਕਰਦੇ ਆ। ਸੋ ਅੱਜ ਪਰਮੇਸ਼ਰ ਜੀ ਨੇ ਮੇਰੇ ਦਿਲ ਵਿੱਚ ਇਹ ਪਾਇਆ ਕਿ ਇਹ ਬਹੁਤ ਵੱਡੀ ਆਪਣੇ ਲਈ ਇੱਕ ਗੱਲ ਆ, ਖਾਸ ਸੁਨੇਹਾ ਆ ਇਹ ਆਪਣੇ ਲਈ ਪਿਤਾ ਪਰਮੇਸ਼ਰ ਵੱਲੋਂ ਕਿ ਉਹਨਾਂ ਨੇ ਸਾਨੂੰ ਪਾਪਾਂ ਤੋਂ ਵੀ ਆਜ਼ਾਦ ਕੀਤਾ ਤੇ ਬਹੁਤ ਸਾਰੀਆਂ ਹੋਰ ਮੁਸੀਬਤਾਂ ਤੋਂ, ਗੁਲਾਮੀਆਂ ਤੋਂ ਆਜ਼ਾਦ ਕੀਤਾ। ਜਿਹੜਾ ਵੈਰੀ ਬਹੁਤ ਸਾਰੇ ਫੰਦਿਆਂ ਦੇ ਵਿੱਚ ਸਾਨੂੰ ਫਸਾ ਕੇ ਬਹਿੰਦਾ ਆ, ਪਿਤਾ ਪਰਮੇਸ਼ਰ ਜੀ ਨੇ ਆਪਣਾ ਇਕਲੌਤਾ ਪੁੱਤਰ ਭੇਜ ਕੇ ਸਾਨੂੰ ਉਹਨਾਂ ਤੋਂ ਆਜ਼ਾਦ ਕੀਤਾ, ਜਿੱਦਾਂ ਕਿ ਇਜ਼ਰਾਈਲੀਆਂ ਨੂੰ ਗੁਲਾਮੀ ਚੋਂ ਆਜ਼ਾਦ ਕੀਤਾ ਸੀ। ਤੇ ਅੱਜ ਅਸੀਂ ਬਚਨ ਸੁਣਨ ਵਾਸਤੇ ਆਜ਼ਾਦ ਹਾਂ। ਤੇ ਮੈਂ ਧੰਨਵਾਦ ਕਰਦੀ ਹਾਂ, ਅਸੀਂ ਬਚਨ ਸੁਣਾਉਣ ਵਾਸਤੇ ਵੀ ਆਜ਼ਾਦ ਹਾਂ। ਤੇ ਆਪਾਂ ਪਰਮੇਸ਼ਰ ਦਾ ਬਹੁਤ ਧੰਨਵਾਦ ਕਰਦੇ ਹਾਂ ਇਸ ਨਵੇਂ ਦਿਨ ਵਾਸਤੇ, ਜਿਹੜਾ ਉਹਨਾਂ ਨੇ ਆਪਾਂ ਨੂੰ ਦਿੱਤਾ ਆ ਕਿ ਇਸ ਬਚਨ ਦੇ ਵਿੱਚ ਆਪਾਂ ਫੇਰ ਇੱਕ ਵਾਰੀ ਵੱਧ ਸਕੀਏ, ਦੇਖ ਸਕੀਏ, ਇਸ ਦੁਨੀਆ ਦੇ ਵਿੱਚ ਇੱਕ ਦਿਨ ਫੇਰ ਰਹਿ ਸਕੀਏ। ਪਰ ਕਈ ਵਾਰੀ ਆਪਾਂ ਇੱਦਾਂ ਹੀ ਸੋਚਦੇ ਆ ਕਿ ਅਸੀਂ ਆਹ ਦਿਨ ਰੋਜ਼ ਦਾ ਰੂਟੀਨ ਦੇ ਵਿੱਚ ਉੱਦਾਂ ਹੀ ਆ ਗਿਆ, ਪਰ ਜਿਨ੍ਹਾਂ ਦੇ ਘਰ ਦੇ ਵਿੱਚ ਕੋਈ ਸਦਮਾ ਲੱਗਦਾ ਆ, ਮੇਰੇ ਖਿਆਲ ਦੇ ਵਿੱਚ ਜਦੋਂ ਉਹ ਸਦਮਾ ਆਉਂਦਾ ਆਪਾਂ ਤਿਆਰ ਨਹੀਂ ਹੁੰਦੇ ਉਸ ਵੇਲੇ। ਇਸ ਤਰ੍ਹਾਂ ਲੱਗਦਾ ਕਿ ਉਹ ਘੜੀ ਆ ਗਈ ਜਦੋਂ ਸਾਡੀ ਦੁਨੀਆ ਹੀ ਖੜੀ ਹੋ ਗਈ ਆ। ਪਰ ਸਾਨੂੰ, ਜੇ ਅਸੀਂ ਪਿਤਾ ਪਰਮੇਸ਼ਰ ਦੇ ਵਿੱਚ ਯਿਸੂ ਮਸੀਹ ਦੇ ਰਾਹਾਂ ਦੇ ਵਿੱਚ ਹੈਗੇ ਆ, ਸਾਨੂੰ ਉਸ ਸਦਮੇ ਦੀ ਤਿਆਰੀ ਕਰਨੀ ਪੈਂਦੀ ਆ। ਈਵਨ ਇਸ ਦੁਨੀਆ ਨੂੰ ਛੱਡਣ ਵਾਸਤੇ ਵੀ ਸਾਨੂੰ ਇੱਕ ਤਿਆਰੀ ਕਰਨੀ ਪੈਂਦੀ ਆ। ਸੋ ਅੱਜ ਇਹ ਮੇਰਾ ਸੁਨੇਹਾ ਨਹੀਂ ਹੈਗਾ, ਇਹ ਪਾਸਟਰ ਜੀ ਦੇ ਵਚਨ ਨਹੀਂ ਹੈਗੇ, ਪਰ ਇਹ ਪਵਿੱਤਰ ਆਤਮਾ ਜੀ ਨੇ ਮੇਰੇ ਦਿਲ ਵਿੱਚ ਪਾਇਆ ਤੇ ਮੈਂ ਤੁਹਾਡੇ ਨਾਲ ਵੰਡਦੀ ਹਾਂ ਕਿ ਆਪਾਂ ਨੂੰ ਹਰ ਸੀਜ਼ਨ ਵਾਸਤੇ ਤਿਆਰੀ ਕਰਨ ਦੀ ਲੋੜ ਆ, ਤਾਂ ਕਿ ਆਪਾਂ ਗੁਆਚ ਨਾ ਜਾਈਏ। ਜਦੋਂ ਸਾਡੇ ਤੇ ਕੋਈ ਵੀ ਸੀਜ਼ਨ ਚੇਂਜ ਹੁੰਦਾ, ਰੁੱਤ ਚੇਂਜ ਹੁੰਦੀ ਆ, ਤੇ ਆਪਾਂ ਆਪਣੇ ਕੱਪੜਿਆਂ ਨੂੰ ਵੀ ਬਦਲਦੇ ਹਾਂ, ਆਪਣੇ ਖਾਣਿਆਂ ਨੂੰ ਬਦਲਦੇ ਹਾਂ। ਇਸੇ ਤਰ੍ਹਾਂ ਆਤਮਿਕ ਜੀਵਨ ਦੇ ਵਿੱਚ ਵੀ ਆਪਾਂ ਆਪਣੇ ਆਪ ਨੂੰ ਤਿਆਰ ਕਰੀਏ ਕਿ ਜਿਹੜੀ ਵੀ ਰੁੱਤ ਆਵੇ ਅਸੀਂ ਉਹਦੇ ਲਈ ਤਿਆਰ ਹੋਈਏ। ਉਹ ਸਾਨੂੰ ਸਿਰਫ ਤੇ ਸਿਰਫ ਪਵਿੱਤਰ ਆਤਮਾ ਜੀ ਗਾਈਡ ਕਰਦੇ ਆ, ਉਹਨਾਂ ਦੇ ਬਚਨਾਂ ਰਾਹੀਂ ਸਾਨੂੰ ਸਲਾਹ ਦਿੰਦੇ ਆ ਜਦੋਂ ਅਸੀਂ ਉਹਨਾਂ ਵੱਲ ਨੂੰ ਮੁੜਦੇ ਹਾਂ। ਆਮੇਨ। ਸੋ ਫਿਰ ਮੈਂ ਪਰਮੇਸ਼ਰ ਜੀ ਦਾ ਧੰਨਵਾਦ ਕਰਦੀ, ਪਿਤਾ ਪਰਮੇਸ਼ਰ ਜੀ ਦਾ, ਜਿਨ੍ਹਾਂ ਨੇ ਆਪਾਂ ਨੂੰ ਇੱਕ ਆਹ ਦਿਨ ਦਿੱਤਾ ਆ ਤੇ ਆਪਾਂ ਇਸ ਦਿਨ ਦੇ ਵਿੱਚ ਫਿਰ ਉਹਨਾਂ ਦੀ ਹਜ਼ੂਰੀ ਦੇ ਵਿੱਚ ਜਾਣਾ ਆ ਤੇ ਦੇਖਣਾ ਆ ਕਿ ਉਹ ਸਾਨੂੰ ਅੱਜ ਦੇ ਵਚਨ ਰਾਹੀਂ ਕਿਹੜਾ ਸੁਨੇਹਾ ਦੇ ਰਹੇ ਆ। ਇਹ ਉੱਦਾਂ ਹੀ ਬਾਈਬਲ ਸਟੱਡੀ ਨੂੰ ਆਪਾਂ ਲਾਈਟਲੀ ਨਾ ਲਈਏ। ਹਰ ਵਾਰੀ ਜਦੋਂ ਵੀ ਕੋਈ ਦਾਸ ਪਰਮੇਸ਼ਰ ਦਾ ਜਾਂ ਪ੍ਰਭੂ ਦੇ ਵਚਨਾਂ ਦੇ ਰਾਹੀਂ, ਜਾਂ ਅਸੀਂ ਜਦੋਂ ਵਚਨ ਪੜ੍ਹਦੇ ਹਾਂ, ਜਾਂ ਜਦੋਂ ਅਸੀਂ ਪ੍ਰਾਰਥਨਾ ਕਰਦੇ ਹਾਂ, ਪਵਿੱਤਰ ਆਤਮਾ ਜੀ ਸਾਡੇ ਨਾਲ ਗੱਲ ਕਰਦੇ ਆ ਤੇ ਅਸੀਂ ਉਹਨੂੰ ਬੜੇ ਗੌਰ ਨਾਲ ਸੁਣੀਏ ਤੇ ਧਿਆਨ ਵਿੱਚ ਰੱਖੀਏ ਤੇ ਉਹਦੇ ਦੀ ਮਰਜ਼ੀ ਨੂੰ ਭਾਲ ਕੇ ਉਹਦੇ ਵਿੱਚ ਚੱਲ ਸਕੀਏ। ਆਮੀਨ। ਸੋ ਆਜੋ ਅੱਜ ਆਪਾਂ ਪ੍ਰਾਰਥਨਾ ਬਾਅਦ ਚ ਕਰਦੇ ਹਾਂ। ਪਹਿਲਾਂ ਆਪਾਂ ਹਿਜ਼ਕੀਏਲ 39, ਇਹ ਓਲਡ ਟੈਸਟਮੈਂਟ ਦੇ ਵਿੱਚ ਆਪਣੀ ਇਹ ਸਟੱਡੀ 2-3 ਹਫ਼ਤਿਆਂ ਤੋਂ ਪਹਿਲਾਂ ਵੀ ਚੱਲੀ ਆ ਤੇ ਅੱਜ ਵੀ ਆਪਾਂ ਉਹਦੇ ਵਿੱਚ ਹੀ ਰਹਿਣਾ ਆ। ਹਿਜ਼ਕੀਏਲ 39:39 ਤੇ ਉਹਦੀ 1 ਤੋਂ ਲੈ ਕੇ 20 ਆਇਤ ਤੱਕ ਆਪਾਂ ਪੜਾਂਗੇ। ਹਿਜ਼ਕੀਏਲ 39:1 until 20। ਆਮੇਨ। ਤੇ ਇੱਥੇ ਇੱਦਾਂ ਲਿਖਿਆ ਹੈ, ਯਹੋਵਾ ਦੀ ਵੱਡੀ ਬਲੀ। ਸੋ ਹੇ ਆਦਮੀ ਦੇ ਪੁੱਤਰ, ਤੂੰ ਗੋਗ ਦੇ ਵਿਰੁੱਧ ਅਗਮ ਵਾਚ ਅਤੇ ਤੂੰ ਆਖ ਕਿ ਪ੍ਰਭੂ ਯਹੋਵਾ ਇਉਂ ਫਰਮਾਉਂਦਾ ਹੈ, ਵੇਖੋ ਹੇ ਗੋਗ, ਰੋਸ਼ ਅਤੇ ਮਸ਼ਕ ਅਤੇ ਤੁਬਲ ਤੇ ਰਾਜਕੁਮਾਰ, ਮੈਂ ਤੇਰਾ ਵਿਰੋਧੀ ਹਾਂ। ਮੈਂ ਤੈਨੂੰ ਭੁਵਾਵਾਂਗਾ
ਅਤੇ ਤੈਨੂੰ ਇੱਧਰ ਉੱਧਰ ਲਈ ਫਿਰਾਂਗਾ ਅਤੇ ਉੱਤਰ ਵੱਲੋਂ ਦਰੇੜਿਓਂ ਚੜਾ ਲਿਆਵਾਂਗਾ ਅਤੇ ਤੈਨੂੰ ਇਸਰਾਇਲ ਦੇ ਪਰਬਤਾਂ ਉੱਤੇ ਲਿਆਵਾਂਗਾ ਅਤੇ ਤੇਰੀ ਧਨੁਖ ਤੇਰੇ ਖੱਬੇ ਹੱਥ ਵਿੱਚੋਂ ਛੁਡਾ ਦਿਆਂਗਾ Amen. ਅਤੇ ਤੇਰੇ ਬਾਣ ਤੇਰੇ ਸੱਜੇ ਹੱਥ ਵਿੱਚੋਂ ਡੇਗੇ ਜਾਣਗੇ। ਤੂੰ ਇਸਰਾਇਲ ਦੇ ਪਰਬਤਾਂ ਉੱਤੇ ਆਪਣੀ ਸਾਰੀ ਮਹਾਨ ਅਤੇ ਲੋਕਾਂ ਸਣੇ ਜਿਹੜੇ ਤੇਰੇ ਨਾਲ ਹੋਣਗੇ ਡਿੱਗ ਜਾਵੇਂਗਾ ਅਤੇ ਮੈਂ ਤੈਨੂੰ ਹਰ ਪ੍ਰਕਾਰ ਦੀ ਸ਼ਿਕਾਰੀ ਪੰਛੀਆਂ ਅਤੇ ਲੜਦੇ ਦਰਿੰਦਿਆਂ ਲਈ ਖਾਣ ਨੂੰ ਦਿਆਂਗਾ। ਤੂੰ ਖੁੱਲੇ ਖੇਤ ਵਿੱਚ ਡਿੱਗੇਗਾ, ਕਿਉਂ ਜੋ ਮੈਂ ਹੀ ਬੋਲਿਆ ਹਾਂ, ਪ੍ਰਭੂ ਯਹੋਵਾ ਦਾ ਵਾਕ ਹੈ। ਅਤੇ ਮੈਂ ਮਗੋਗ ਅਤੇ ਸਾਗਰੀ ਟਾਪੂਆਂ ਦੇ ਵਾਸੀਆਂ ਤੇ ਜਿਹੜੇ ਨਿਸ਼ਚਿੰਤ ਵਸਦੇ ਹਨ ਅੱਗ ਘੱਲਾਂਗਾ ਅਤੇ ਉਹ ਜਾਣਨਗੇ ਕਿ ਮੈਂ ਯਹੋਵਾ ਹਾਂ। ਆਮੈਨ। ਮੈਂ ਆਪਣੇ ਪਵਿੱਤਰ ਨਾਮ ਨੂੰ ਆਪਣੀ ਪ੍ਰਜਾ ਇਸਰਾਇਲ ਤੇ ਪ੍ਰਗਟ ਕਰਾਂਗਾ ਅਤੇ ਫਿਰ ਆਪਣੇ ਪਵਿੱਤਰ ਨਾਮ ਦੀ ਨਿਰਾਦਰੀ ਨਾ ਹੋਣ ਦਿਆਂਗਾ ਅਤੇ ਕੌਮਾਂ ਜਾਣਨਗੀਆਂ ਕਿ ਮੈਂ ਯਹੋਵਾ ਇਸਰਾਇਲ ਦਾ ਪਵਿੱਤਰ ਪੁਰਖ ਹਾਂ। Amen. ਵੇਖ ਉਹ ਆਉਂਦਾ ਹੈ ਅਤੇ ਹੋ ਕੇ ਰਹੇਗਾ, ਪ੍ਰਭੂ ਯਹੋਵਾ ਦਾ ਵਾਕ ਹੈ। ਇਹ ਉਹ ਦਿਹਾੜਾ ਹੈ ਜਿਸ ਦੇ ਵਿਖੇ ਮੈਂ ਫਰਮਾਇਆ ਸੀ, ਤਦ ਇਸਰਾਇਲ ਦੇ ਸ਼ਹਿਰਾਂ ਦੇ ਵਾਸੀ ਨਿਕਲਣਗੇ ਅਤੇ ਅੱਗ ਲਾ ਕੇ ਸ਼ਸਤਰਾਂ ਨੂੰ ਜਲਾਉਣਗੇ, ਅਰਥਾਤ ਢਾਲਾਂ ਅਤੇ ਬਰਸ਼ੀਆਂ ਨੂੰ, ਧਨੁੱਖਾਂ ਅਤੇ ਬਾਣਾਂ ਨੂੰ ਅਤੇ ਕਟਾਰਾਂ ਨੂੰ ਅਤੇ ਨੇਜਿਆਂ ਨੂੰ, ਅਤੇ ਉਹ 7 ਵਰ੍ਹਿਆਂ ਤਿੱਕਰ ਉਹਨਾਂ ਨੂੰ ਜਲਾਉਂਦੇ ਰਹਿਣਗੇ, ਇੱਥੋਂ ਤਿੱਕਰ ਕਿ ਉਹ ਨਾ ਖੇਤ ਵਿੱਚੋਂ ਲੱਕੜੀ ਚੁੱਕਣਗੇ ਨਾ ਜੰਗਲਾਂ ਵਿੱਚੋਂ ਵੱਢਣਗੇ, ਕਿਉਂ ਜੋ ਉਹ ਸ਼ਾਸਤਰ ਹੀ ਫੂਕਣਗੇ ਅਤੇ ਉਹ ਆਪਣੇ ਲੁੱਟਣ ਵਾਲਿਆਂ ਨੂੰ ਲੁੱਟਣਗੇ ਅਤੇ ਆਪਣੇ ਮੁੱਠਣ ਵਾਲਿਆਂ ਨੂੰ ਮੁੱਠਣਗੇ, ਪ੍ਰਭੂ ਯਹੋਵਾ ਦਾ ਵਾਕ ਹੈ। ਉਸ ਦਿਨ ਇਉਂ ਹੋਵੇਗਾ ਕਿ ਮੈਂ ਉੱਥੇ ਇਸਰਾਇਲ ਵਿੱਚ ਗੋਗ ਨੂੰ ਇੱਕ ਕਬਰਸਤਾਨ ਦਿਆਂਗਾ, ਅਰਥਾਤ ਰਾਹ ਲੰਘਦਿਆਂ ਦੀ ਵਾਦੀ ਜਿਹੜੀ ਸਾਗਰ ਦੇ ਪੂਰਬ ਵਿੱਚ ਹੈ। ਉਸ ਤੋਂ ਰਾਹ ਲੰਘਣ ਵਾਲਿਆਂ ਦਾ ਰਾਹ ਬੰਦ ਹੋਵੇਗਾ ਅਤੇ ਉੱਥੇ ਗੋਗ ਨੂੰ ਅਤੇ ਉਹਦੀ ਸਾਰੀ ਭੀੜ ਨੂੰ ਦੱਬਣਗੇ ਅਤੇ ਗੋਗ ਦੀ ਭੀੜ ਦੀ ਵਾਦੀ ਉਹਦਾ ਨਾਮ ਸੱਦਣਗੇ ਅਤੇ 7 ਮਹੀਨੇ ਤੱਕ ਇਸਰਾਇਲ ਦਾ ਘਰਾਨਾ ਉਹਨਾਂ ਨੂੰ ਦਬਾਉਂਦਾ ਰਹੇਗਾ, ਤਾਂ ਜੋ ਦੇਸ਼ ਨੂੰ ਪਾਕ ਕਰੇ। ਹਾਂ, ਦੇਸ਼ ਦੇ ਸਾਰੇ ਲੋਕ ਉਹਨਾਂ ਨੂੰ ਦਬਾਉਣਗੇ। ਇਹ ਉਹਨਾਂ ਲਈ ਨਾਮਨਾ ਦਾ ਕਾਰਨ ਹੋਵੇਗਾ ਜਿਸ ਦਿਹਾੜੇ ਮੇਰੀ ਉਸਤਤ ਹੋਵੇਗੀ, ਪ੍ਰਭੂ ਯਹੋਵਾ ਦਾ ਵਾਕ ਹੈ। ਅਤੇ ਉਹ ਸਦਾ ਲਈ ਆਦਮੀਆਂ ਨੂੰ ਅੱਡ ਕਰਨਗੇ ਜੋ ਦੇਸ਼ ਵਿੱਚ ਲੰਘਣਗੇ, ਵੀ ਉਹ ਮੁਸਾਫਰ ਨੂੰ ਜੋ ਧਰਤੀ ਦੇ ਉੱਤੇ ਰਹਿੰਦੇ ਹਨ ਦੱਬਣ, ਵੀ ਉਹ ਸਾਫ਼ ਹੋਵੇ। ਉਹ 7 ਮਹੀਨਿਆਂ ਦੇ ਆਖਰ ਵਿੱਚ ਲੱਭਣਗੇ ਅਤੇ ਜਦੋਂ ਉਹ ਦੇਸ਼ ਵਿੱਚੋਂ ਲੰਘਣ ਅਤੇ ਉਹਨਾਂ ਵਿੱਚੋਂ ਕੋਈ ਕਿਸੇ ਮਨੁੱਖ ਦੀ ਵੱਡੀ ਹੱਡੀ ਵੇਖੇ ਤਾਂ ਉਹਦੇ ਕੋਲ ਇੱਕ ਨਿਸ਼ਾਨ ਬਣਾ ਦੇਵੇਗਾ, ਜਦੋਂ ਤੱਕ ਦਬਾਉਣ ਵਾਲੇ ਗੋਗ ਦੀ ਭੀੜ ਦੀ ਵਾਦੀ ਵਿੱਚ ਉਹਨੂੰ ਨਾ ਦਬਾਉਣ। ਅਤੇ ਸ਼ਹਿਰ ਦਾ ਨਾਮ ਵੀ ਹਮੋਨ ਹੋਵੇਗਾ। ਏਦਾਂ ਉਹ ਧਰਤੀ ਨੂੰ ਪਾਕ ਕਰਨਗੇ। ਹੇ ਆਦਮੀ ਦੇ ਪੁੱਤਰ, ਯਹੋਵਾ ਇਉਂ ਫਰਮਾਉਂਦਾ ਹੈ, ਹਰੇਕ ਪ੍ਰਕਾਰ ਦੇ ਪੰਛੀ ਅਤੇ ਰੜਦੇ ਹਰੇਕ ਦਰਿੰਦੇ ਨੂੰ ਆਖ, ਇਕੱਠੇ ਹੋ ਕੇ ਆਓ, ਆਲੇ ਦੁਆਲਿਓਂ ਮੇਰੀ ਬਲੀ ਕੋਲ ਇਕੱਠੇ ਹੋ ਜਾਓ, ਜਿੱਥੇ ਮੈਂ ਤੁਹਾਡੇ ਲਈ ਬਲੀ ਦਿੰਦਾ ਹਾਂ। ਇਸਰਾਇਲ ਦੇ ਪਰਬਤਾਂ ਉੱਤੇ ਇੱਕ ਵੱਡੀ ਬਲੀ ਕੋਲ ਤਾਂ ਜੋ ਤੁਸੀਂ ਮਾਸ ਖਾਓ ਅਤੇ ਲਹੂ ਪੀਓ। ਤੁਸੀਂ ਸੂਰਮਿਆਂ ਦਾ ਮਾਸ ਖਾਓਗੇ ਅਤੇ ਧਰਤੀ ਦੇ ਰਾਜਕੁਮਾਰਾਂ ਦਾ ਲਹੂ ਪੀਓਗੇ। ਹਾਂ, ਦੁੱਬਿਆਂ, ਲੇਲਿਆਂ, ਬੱਕਰੀਆਂ ਅਤੇ ਬਲਦਾਂ ਦਾ। ਉਹ ਸਾਰੇ ਦੇ ਸਾਰੇ ਬਾਸ਼ਾਨ ਤੇ ਮੋਟੇ ਤੇ ਪਲੇ ਹੋਏ ਹਨ। ਅਤੇ ਤੁਸੀਂ ਮੇਰੀ ਬਲੀ ਤੋਂ ਜੋ ਮੈਂ ਤੁਹਾਡੇ ਲਈ ਕੱਟੀ ਇੰਨੀ ਚਰਬੀ ਖਾਓਗੇ ਕਿ ਰੱਜ ਜਾਓਗੇ ਅਤੇ ਇੰਨਾ ਲਹੂ ਪੀਓਗੇ ਕਿ ਮਸਤ ਹੋ ਜਾਓਗੇ। ਅਤੇ ਤੁਸੀਂ ਮੇਰੇ ਲੰਗਾਰ ਵਿੱਚੋਂ ਘੋੜਿਆਂ ਅਤੇ ਸਵਾਰਾਂ ਨਾਲ ਅਤੇ ਸੂਰਮਿਆਂ ਅਤੇ ਯੋਧਿਆਂ ਨਾਲ ਰੱਜੋਗੇ, ਪ੍ਰਭੂ ਯਹੋਵਾ ਦਾ
ਵਾਕ ਹੈ। ਪ੍ਰਭੂ ਜੀ ਆਪਣੇ ਇਸ ਬਚਨ ਦੇ ਉੱਤੇ ਬਰਕਤ ਪਾਉਣ, ਯਿਸੂ ਮਸੀਹ ਦੇ ਨਾਮ ਵਿੱਚ, ਆਮੇਨ। Amen. Amen. Thank you, Father. Thank you. ਆਪਾਂ ਪ੍ਰਾਰਥਨਾ ਕਰਦੇ ਹੁਣ ਤੇ ਉਦੋਂ ਬਾਅਦ ਫਿਰ ਆਪਾਂ ਪਾਸਟਰ ਜੀ ਨੂੰ ਕਹੋਗੇ ਉਹ ਆਪਣੇ ਨਾਲ ਸ਼ੇਅਰ ਕਰ। ਸੋ ਜਿੰਨੇ ਵੀ ਤੁਸੀਂ ਸਾਡੇ ਨਾਲ ਜੁੜੇ ਆ, ਅਸੀਂ ਤੁਹਾਡਾ ਬਹੁਤ ਧੰਨਵਾਦ, ਤੁਹਾਡਾ ਸ਼ੁਕਰ ਕਰਦੇ ਹਾਂ, ਤੁਹਾਡੀ ਵਡਿਆਈ ਕਰਦੇ ਹਾਂ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਇਸ ਟਾਈਮ ਦੇ ਵਿੱਚ ਸਾਡੇ ਨਾਲ ਆਪਾਂ ਇਕੱਠੇ ਰਲ ਕੇ ਪ੍ਰਭੂ ਦੇ ਵਚਨ ਨੂੰ ਸਿੱਖਣਾ ਆ। ਤੇ ਅਸੀਂ ਤੁਹਾਨੂੰ ਵੈਲਕਮ ਕਰਦੇ ਹਾਂ। ਔਰ ਜਿੱਦਾਂ ਹਰੇਕ ਵਾਰੀ ਤੁਸੀਂ ਕਰਦੇ ਵੀ ਆ, ਸਾਨੂੰ ਪਤਾ, ਜਿਹੜਾ ਇਹ ਲਿੰਕ ਆ ਜ਼ਰੂਰ ਦੂਜਿਆਂ ਦੇ ਨਾਲ ਸ਼ੇਅਰ ਕਰੋ, ਕਿਉਂਕਿ ਇਸ ਵੇਲੇ ਲੋਕਾਂ ਦੀ ਪ੍ਰੀਤ ਠੰਡੀ ਹੋ ਰਹੀ ਆ। ਬਾਈਬਲ ਦਾ ਅਖੀਰੀ ਨਿਸ਼ਾਨ ਵੀ ਇਹ ਹੈਗਾ ਆ, ਪਰ ਆਪਾਂ ਉਹਨਾਂ ਨੂੰ ਠੰਡੇ ਹੋਣ ਨਹੀਂ ਦੇਣਾ। ਉਹਨਾਂ ਦੇ ਨਾਲ ਇਹ ਲਿੰਕ ਸ਼ੇਅਰ ਕਰਨਾ ਤਾਂ ਕਿ ਉਹਨਾਂ ਨੂੰ ਚੇਤਾ ਨਾ ਭੁੱਲੇ ਤੇ ਉਹ ਜ਼ਰੂਰ ਉਸ ਬਚਨ ਨੂੰ ਸੁਣ ਸਕਣ। ਆਮੇਨ। ਆਪਾਂ ਅਖੀਰੀ ਟਾਈਮ ਦੇ ਵਿੱਚ ਰਹਿ ਰਹੇ ਹਾਂ ਤੇ ਇਹਦੇ ਬਾਰੇ ਆਪਾਂ ਬਾਈਬਲ ਸਟੱਡੀ ਕਰਦੇ ਹਾਂ। ਤੇ ਇਹ ਵੀ ਹੈਗਾ ਕਿ ਲੋਕਾਂ ਦੀ ਪ੍ਰੀਤ ਉਹ ਤੋਂ ਠੰਡੀ ਹੋ ਰਹੀ ਆ। ਸੋ ਤੁਸੀਂ ਉਹਦੇ ਵਿੱਚ ਹਿੱਸਾ ਲੈਣਾ ਕਿ ਉਹਨਾਂ ਦੀ ਪ੍ਰੀਤ ਠੰਡੀ ਨਾ ਹੋਵੇ। ਤੁਸੀਂ ਇਸ ਲਿੰਕ ਨੂੰ ਜ਼ਰੂਰ ਦੂਜਿਆਂ ਦੇ ਨਾਲ ਵੰਡਣਾ ਆ ਤਾਂ ਕਿ ਉਹਨਾਂ ਨੂੰ ਵੀ ਚੇਤਾ ਰਵੇ ਕਿ ਅਸੀਂ ਪ੍ਰਭੂ ਦਾ ਵਚਨ ਅੱਜ ਸੁਣਨਾ ਆ। ਆਮੇਨ। ਤੇ ਜਿੰਨੇ ਵੀ ਤੁਸੀਂ ਇਹ ਕਰਦੇ ਆ, ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ, ਕਿਉਂਕਿ ਆਪਣੀ ਇਹ ਸਾਰੀ ਮਿਹਨਤ ਇਕੱਠਿਆਂ ਦੀ ਆ ਤੇ ਫਲ ਵੀ ਆਪਾਂ ਨੂੰ ਇਕੱਠਿਆਂ ਨੂੰ ਮਿਲਣਾ ਹੈ। ਸੋ ਆ ਜਾਓ ਆਪਾਂ ਪ੍ਰਾਰਥਨਾ ਕਰੀਏ ਤੇ ਪ੍ਰਭੂ ਦੀ ਬਰਕਤ ਲਈਏ। ਸੱਚੇ ਪਿਤਾ ਪ੍ਰਭੂ ਜੀ, ਅਸੀਂ ਤੁਹਾਡਾ ਧੰਨਵਾਦ, ਤੁਹਾਡਾ ਸ਼ੁਕਰ ਕਰਦੇ ਇਸ ਟਾਈਮ ਵਾਸਤੇ ਜਿਹੜਾ ਤੁਸੀਂ ਅੱਜ ਸਾਨੂੰ ਦਿੱਤਾ ਆ। ਅਸੀਂ ਮੰਗਦੇ ਹਾਂ ਪਿਤਾ ਪਰਮੇਸ਼ਰ ਜੀ ਕਿ ਜਿੰਨੇ ਵੀ ਅਸੀਂ ਤੁਹਾਡੀ ਹਜ਼ੂਰੀ ਦੇ ਵਿੱਚ ਬੈਠੇ ਹਾਂ, ਤੁਹਾਡਾ ਆਤਮਾ ਸਾਡੇ ਨਾਲ ਵਾ, ਕਿਉਂਕਿ ਤੁਹਾਡਾ ਵਚਨ ਦੱਸਦਾ ਆ ਕਿ ਜਿੱਥੇ ਵੀ 2 ਜਾਂ 3 ਮੇਰੇ ਨਾਂ ਦੇ ਵਿੱਚ ਇਕੱਠੇ ਹੋਣਗੇ, ਮੈਂ ਉਹਨਾਂ ਦੇ ਵਿਚਕਾਰ ਹਾਂ। ਚਾਹੇ ਅਸੀਂ ਇੱਕ ਦੂਏ ਤੋਂ ਅਲੱਗ ਹੋਆ ਇਸ ਵੇਲੇ, ਪਰ ਤੁਹਾਡੀ ਹਜ਼ੂਰੀ ਹਰੇਕ ਦੇ ਨਾਲ ਵਾ, ਕਿਉਂਕਿ ਅਸੀਂ ਆਤਮਾ ਦੇ ਵਿੱਚ ਇਕੱਠੇ ਹੋ ਕੇ ਬੈਠੇ ਹਾਂ। ਸੋ ਪਿਤਾ ਪ੍ਰਭੂ ਜੀ, ਤੁਸੀਂ ਆਪਣੇ ਲੋਕਾਂ ਦੇ ਉੱਤੇ ਆਪਣਾ ਮਸਾ ਭੇਜੋ। ਪਵਿੱਤਰ ਆਤਮਾ ਜੀ, ਅਸੀਂ ਤੁਹਾਨੂੰ ਵੈਲਕਮ ਕਰਦੇ ਹਾਂ ਕਿ ਤੁਸੀਂ ਸਾਡੀ ਸਮਝ ਨੂੰ ਖੋਲ੍ਹਣਾ ਕਿ ਅਸੀਂ ਜਦੋਂ ਸੁਣਦੇ ਹਾਂ, ਜਦੋਂ ਬੋਲਦੇ ਹਾਂ, ਸਾਰਾ ਕੁਝ ਤੁਹਾਡੇ ਨਾਂ ਨੂੰ ਜਲਾ ਲਾਵੇ। ਔਰ ਸਾਨੂੰ ਸਮਝ ਦਿਓ ਕਿ ਅਸੀਂ ਤੁਹਾਡੇ ਇਸ ਗੁੱਚੇ ਭੇਦ ਦੀਆਂ ਗੱਲਾਂ ਨੂੰ ਸਮਝ ਸਕੀਏ ਜਿਹੜੇ ਇਸ ਬਚਨ ਦੇ ਵਿੱਚ ਲਿਖੇ ਹੋਏ ਆ। ਅਸੀਂ ਤੁਹਾਡਾ ਧੰਨਵਾਦ, ਤੁਹਾਡਾ ਸ਼ੁਕਰ ਕਰਦੇ ਹਾਂ, ਕਿਉਂਕਿ ਯਿਸੂ ਮਸੀਹ ਜੀ ਨੇ ਕਿਹਾ ਸੀ ਕਿ ਮੈਂ ਜਾਂਦਾ ਹਾਂ ਪਰ ਮੈਂ ਤੁਹਾਡੇ ਵਾਸਤੇ ਇੱਕ ਮਦਦਗਾਰ ਭੇਜੂੰਗਾ। ਅੱਜ ਅਸੀਂ ਮਦਦਗਾਰ ਤੋਂ ਮਦਦ ਮੰਗਦੇ ਹਾਂ ਕਿ ਆ ਕੇ ਸਾਨੂੰ ਇਸ ਗੁੱਝੇ ਭੇਦ ਦੇ ਬਚਨਾਂ ਦੀ ਸਮਝ ਦੇ ਤੇ ਸਾਡੀ ਮਦਦ ਕਰਨ। ਯਿਸੂ ਮਸੀਹ ਦੇ ਮਿੱਠੇ ਤੇ ਜਲਾਲੀ ਨਾਂ ਦੇ ਵਿੱਚ ਅਸੀਂ ਆਪਣੇ ਪਿਤਾ ਜੀ ਕੋਲੋਂ ਮੰਗਦੇ ਹਾਂ ਜਿਹੜਾ ਸਵਰਗਾਂ ਦੇ ਵਿੱਚ ਆ। ਆਮੇਨ। Amen. Amen. ਥੈਂਕ ਯੂ ਫਾਦਰ। Thank you. ਹਾਂਜੀ। Thank you. ਬਹੁਤ ਖੁਸ਼ੀ ਆ ਆਪਾਂ ਫਿਰ ਇੱਕ ਵਾਰੀ ਬਹਿ ਕੇ ਪ੍ਰਭੂ ਦੇ ਬਚਨ ਵੱਲ ਦੇਖ ਸਕਦੇ ਹਾਂ। ਆਮੇਨ। ਆਪਾਂ ਪਿਛਲੇ ਹਫ਼ਤੇ ਤਾਂ ਮੈਂ ਥੋੜ੍ਹੇ ਜਿਹੇ ਟੈਸਟਮਨੀ ਦਿੱਤੀ ਸੀ, ਪਰ ਉਦੋਂ ਪਹਿਲਾਂ 2 ਹਫ਼ਤੇ ਆਪਾਂ ਦੇਖਦੇ ਆਏ ਹਾਂ ਅਜ਼ੀਕਲ ਦੀ ਕਿਤਾਬ ਦੇ ਵਿੱਚੋਂ, ਉਹਦਾ ਚੈਪਟਰ 38 ਤੇ 39 ਦੇ ਵਿੱਚੋਂ ਦੇਖਦੇ ਸੀਗੇ ਜਿਹੜੇ ਇੱਕ ਚੀਜ਼ ਅਖੀਰਲੇ ਟਾਈਮਾਂ ਦੇ ਵਿੱਚ ਹੋਣ ਵਾਲੀ ਆ। ਇਸ ਵੇਲੇ ਦੁਨੀਆ ਰੈਡੀ ਆ, ਉਹ ਪਰਮੇਸ਼ਰ ਹੁਣ ਕਰ ਸਕਦਾ ਆ। ਤਾਂ ਹੀ ਮੈਂ ਸੋਚਿਆ ਸੀਗਾ ਵੀ ਬਹੁਤ ਖਾਸ ਆ ਤੇ ਸਾਨੂੰ ਤੁਹਾਡੇ ਕੋਲ ਇਹ ਸੁਨੇਹਾ ਪਹੁੰਚਾਉਣ ਦੀ ਜ਼ਰੂਰਤ ਆ। ਜਦੋਂ ਇਹ ਚੀਜ਼ਾਂ ਹੋਣ ਲੱਗ ਪਈਆਂ ਫਿਰ ਤੁਹਾਨੂੰ ਪਤਾ ਹੋਊਗਾ ਵੀ ਬਾਈਬਲ 'ਚ ਲਿਖਿਆ ਆ ਤੇ ਇਹ ਜਿੱਦਾਂ ਲਿਖਿਆ ਸੀ ਉੱਦਾਂ ਹੀ ਹੋ ਰਿਹਾ ਆ। ਅੱਜ ਆਪਾਂ ਦੇਖਣਾ ਆ, ਆਪਾਂ 38 ਦੇਖਿਆ ਸੀ ਪਹਿਲਾਂ, ਹੁਣ 39 ਵਿੱਚੋਂ ਵੀ ਥੋੜ੍ਹੀ ਦੇਖਿਆ ਸੀਗਾ, ਪਰ ਹੁਣ ਆਪਾਂ ਇਸ ਹਫ਼ਤੇ ਦੇ ਵਿੱਚ ਇਸ ਵੀਕੇ ਆਪਾਂ ਦੇਖਣਾ ਆ ਬਈ ਕਿਹੜੀਆਂ ਚੀਜ਼ਾਂ ਪਰਮੇਸ਼ਰ ਨੇ ਕਹੀਆਂ ਸੀ ਤੇ ਕਿੱਦਾਂ ਉਹ ਪੂਰੀਆਂ ਹੋ ਰਹੀਆਂ ਇਸ ਵੇਲੇ, ਤੇ ਆਪਾਂ ਦੇਖਾਂਗੇ ਬਚਨ ਉਹਦੇ ਬਾਰੇ ਕੀ ਕਹਿ ਰਿਹਾ ਆ। ਤੇ ਫਿਰ ਆਪਾਂ 4 ਛਪਰੇ ਦੇਖਾਂਗੇ ਸੱਚੀ ਹੋ ਰਹੀਆਂ ਕਿ ਹਾਲੇ ਨਹੀਂ ਹੋ ਰਹੀਆਂ ਹੈਗੀਆਂ। ਸੋ ਪਿਛਲੇ 2-3 ਹਫ਼ਤਿਆਂ ਵਿੱਚ ਮੈਂ ਇਹ ਵੀ ਦੱਸਿਆ ਸੀ ਜਿਹੜੇ ਮੁਲਕਾਂ ਨੇ ਚੜ੍ਹ ਕੇ ਆਉਣਾ ਇਜ਼ਰਾਈਲ ਦੇ ਉੱਤੇ ਅਖੀਰਲੇ ਦਿਨਾਂ ਦੇ ਵਿੱਚ, ਉਹ ਕਿਹੜੇ ਹੋਣੇ, ਮੈਂ ਨਾਂ ਉਹਨਾਂ ਦਾ ਦੱਸਿਆ ਸੀਗਾ। ਸੋ ਜੇ ਤੁਸੀਂ ਉਹ ਆਪਾਂ ਮੁੜ ਕੇ ਨਹੀਂ ਉੱਤੇ ਹੁਣ ਫੇਰ ਜਾ ਸਕਦੇ ਕਰਕੇ ਟਾਈਮ ਬਹੁਤ ਲੰਘ ਜਾਣਾ। ਸੋ ਜੇ ਤੁਸੀਂ ਮਿਸ ਕਰ ਗਏ ਆ, ਤੁਸੀਂ ਪਿਛਲੇ 2-3 ਹਫ਼ਤਿਆਂ ਦੇ ਵਿੱਚੋਂ ਦੇਖ ਸਕਦੇ ਆ, ਉਹ 'ਤੇ ਤੁਸੀਂ ਦੇਖ ਸਕਦੇ ਵੀ ਉਹ ਕਿਹੜੇ ਮੁਲਕਾਂ ਦੇ ਨਾਂ ਸੀ। ਅਤੇ ਉਹ ਮੈਂ ਇੱਦਾਂ ਵੀ ਐਕਸਪਲੇਨ ਕੀਤਾ ਸੀਗਾ ਵੀ ਕਿੱਥੋਂ ਕਿੱਦਾਂ
ਉਹ ਮੁਲਕ ਇਸ ਵੇਲੇ ਕੌਣ ਕਿਹੜੇ ਮੁਲਕ ਆ ਤੇ ਉਸ ਵੇਲੇ ਉਹ ਕਿੱਥੋਂ ਆਏ ਸੀਗੇ। ਸੋ ਇੰਪੋਰਟੈਂਟ ਆ ਉਹ ਸਮਝਣ ਵਾਸਤੇ। ਤੇ ਜਦੋਂ ਤੁਸੀਂ ਦੇਖਣਾ ਸੱਚੀ ਕਈ ਮੁਲਕਾਂ ਦੇ ਨਾਂ ਹਲੇ ਬਦਲੇ ਨੂੰ ਥੋੜ੍ਹਾ ਜਿਹਾ ਹੀ ਹੋਇਆ। ਸੋ ਤੁਸੀਂ ਜੇ ਥੋੜ੍ਹੇ ਜਿਹੇ ਮੇਰੇ ਅੱਗੇ ਸਿਆਣੇ ਹੋ ਜਾਂ ਤੁਹਾਡੇ ਕੋਲ ਪੁਰਾਣੀਆਂ ਹਿਸਟਰੀ ਬੁੱਕਸ ਹੋਈਆਂ ਤੇ ਤੁਸੀਂ ਉਹਦੇ ਵਿੱਚੋਂ ਦੇਖ ਲੈਣਾ ਵੀ ਉਹਨਾਂ ਦਾ ਨਾਂ ਉਹ ਹੀ ਸੀਗਾ ਅੱਗੇ। ਓਕੇ ਜੀ। ਸੋ ਆਪਾਂ ਅਜ਼ੀਕਲ 39 ਦੇ ਵਿੱਚੋਂ ਦੇਖਦੇ ਆਏ ਹਾਂ ਤੇ ਉਹਦੇ ਵਿੱਚੋਂ ਆਪਾਂ ਦੇਖਦੇ ਹਾਂ ਵੀ ਅਖੀਰਲੇ ਦਿਨਾਂ ਦੇ ਵਿੱਚ ਜਿਹੜੇ ਕੰਮ ਹੋਣੇ ਆ। ਇੱਕ ਚੀਜ਼ ਜਿਹੜੀ ਆਪਾਂ ਦੇਖੀ ਸੀਗੀ ਜਿਹੜੀ ਬਹੁਤ ਖਾਸ ਆ ਉਹ ਇਹ ਸੀਗੀ ਬਈ ਅਖੀਰਲੇ ਦਿਨਾਂ ਦੇ ਵਿੱਚ ਇਜ਼ਰਾਈਲ ਹੋਣਾ ਆ। ਹੁਣ ਕਰਕੇ ਇਜ਼ਰਾਈਲ ਹੈਗਾ ਆ, ਆਪਾਂ ਕਹਿੰਦੇ ਹੈਗਾ ਹੀ ਆ। ਓਕੇ, ਪਰ ਜੇ ਅਸੀਂ 1949 ਤੋਂ ਪਹਿਲਾਂ ਦੇਖੀਏ ਇਜ਼ਰਾਈਲ ਹੈ ਨਹੀਂ ਸੀਗਾ। ਓਕੇ, ਸੋ ਉਦੋਂ ਆਪਾਂ ਇਹ ਪੜ੍ਹ ਕੇ ਦੇਖਣਾ ਸੀਗਾ, ਆਪਾਂ ਕਹਿਣਾ ਪਰ ਇਜ਼ਰਾਈਲ ਤਾਂ ਹੈ ਹੀ ਨਹੀਂ, 2000 ਸਾਲ ਇਜ਼ਰਾਈਲ ਹੀ ਹੈ ਨਹੀਂ ਸੀਗਾ। ਓਕੇ, ਪਰ ਪਰਮੇਸ਼ਰ ਨੇ ਕਿਹਾ ਸੀ ਅਖੀਰਲੇ ਦਿਨਾਂ ਦੇ ਵਿੱਚ ਇਜ਼ਰਾਈਲ ਹੋਊਗਾ। ਤੇ ਦੇਖੋ ਕਰਕੇ ਅਖੀਰਲੇ ਦਿਨ ਆ ਪਰਮੇਸ਼ਰ ਨੇ ਇਜ਼ਰਾਈਲ ਮੁੜ ਕੇ ਫੇਰ ਬਣਾ ਦਿੱਤਾ ਹੈ। ਇੱਦਾਂ ਨਹੀਂ ਬਹੁਤ ਕਿੰਨੇ ਸਾਰੇ ਮੁਲਕ ਇਕੱਠੇ ਹੋ ਕੇ ਉਹਨੇ ਇਜ਼ਰਾਈਲ ਬਣਾਤਾ, ਇੱਦਾਂ ਨਹੀਂ ਹੋਈ ਸੀ। ਜੇ ਤੁਸੀਂ ਹਿਸਟਰੀ ਦੇਖੋ 1949 ਦੇ ਵਿੱਚ ਇੱਕ ਆਦਮੀ ਯੂਨਾਈਟਿਡ ਨੇਸ਼ਨਸ ਦੇ ਵਿੱਚ ਗਿਆ, ਉਹ ਕਹਿੰਦਾ ਸਾਨੂੰ ਮੁਲਕ ਦਿਓ ਸਾਡਾ। ਉਹ ਕਹਿੰਦੇ ਤੁਹਾਨੂੰ ਕਿਹੜਾ ਮੁਲਕ ਦੇਈਏ? ਉਹ ਕਹਿੰਦੇ ਜੀ ਅਸੀਂ ਯਹੂਦੀ ਸਾਡਾ ਇਜ਼ਰਾਈਲ ਮੁਲਕ ਹੈ। ਉਹ ਕਹਿੰਦੇ ਇਜ਼ਰਾਈਲ ਤਾਂ ਹੈ ਹੀ ਨਹੀਂ, ਉਹਨੂੰ ਪੈਲਸਟਾਈਨ ਸਾਦੇ ਸੀ ਉਦੋਂ। ਤੇ ਉਹ ਕਹਿੰਦੇ ਉਹ ਸਾਡਾ ਮੁਲਕ ਹੈ ਬਾਈਬਲ ਦੇ ਕਾਰਨ। ਜਦੋਂ ਉਹਨੇ ਦੇਖਿਆ ਉਹ ਇਕੱਲਾ ਡੈਜ਼ਰਟ ਹੀ ਸੀਗਾ, ਉੱਥੇ ਕੁਛ ਨਹੀਂ ਉੱਗਦਾ ਸੀ, ਰੇਤਾ ਹੀ ਸੀਗਾ। ਤੇ ਉਹਨੇ ਸੋਚਿਆ ਵੀ ਨਾ ਦੇ ਦਿਓ। ਇੱਥੇ ਆਪਾਂ ਪੜ੍ਹ ਕੇ ਵੀ ਦੇਖਣਾ ਆ, ਜਦੋਂ ਮੁੜ ਕੇ ਆਉਂਦੇ ਆ ਇੱਦਾਂ ਹੀ ਲਿਖਦਾ ਬਾਈਬਲ ਦੇ ਵਿੱਚ ਉਹ ਉਜਾੜ ਹੀ ਹੋਣਾ, ਉਹ ਕੁਛ ਨਹੀਂ ਹੋਣਾ ਹੈਗਾ। ਪਰ ਜਦੋਂ ਹੁਣ ਤੁਸੀਂ ਇਜ਼ਰਾਈਲ ਦੇ ਵਿੱਚ ਜਾ ਕੇ ਦੇਖਦੇ ਆ ਉਹ ਸਾਰਾ ਹਰਾ ਹਰਾ ਹੋਇਆ ਪਿਆ। ਕਾਹਤੇ ਕਰਕੇ ਪਰਮੇਸ਼ਰ ਦੀ ਇੱਛਾ ਸੀਗੀ, ਉਹ ਚਾਹੁੰਦਾ ਸੀਗਾ ਉਹ ਅਖੀਰਲੇ ਦਿਨਾਂ 'ਚ ਇਜ਼ਰਾਈਲ ਹੋਵੇ ਤੇ ਉਹਨੇ ਇਹ ਸਾਰਾ ਪੂਰਾ ਕਰਨਾ ਸੀਗਾ। ਆਪਾਂ ਇਹ ਵੀ ਦੇਖਾਂਗੇ ਜੋ ਪਰਮੇਸ਼ਰ ਬਚਨ ਬੋਲ ਦਿੰਦਾ ਆ ਤੇ ਉਹ ਪੂਰਾ ਹੋ ਕੇ ਰਹਿੰਦਾ ਆ। ਕਈ ਵਾਰ ਅਸੀਂ ਦੇਖਦੇ ਆ ਬਈ ਅੱਜ ਪਰਮੇਸ਼ਰ ਦੇ ਕੋਲ ਕੁਝ ਸੁਣਿਆ ਆ ਤੇ ਕੱਲ ਨੂੰ ਉਹ ਪੂਰਾ ਨਹੀਂ ਹੋਇਆ, ਅਸੀਂ ਕਹਿੰਦੇ ਪਤਾ ਨਹੀਂ ਕੀ ਹੋ ਗਿਆ, ਹੋਇਆ ਤਾਂ ਹੈ ਨਹੀਂ। ਪਰ ਇੱਥੇ ਆਪਾਂ ਦੇਖਦੇ ਹਾਂ ਜਿਹੜਾ ਅਜ਼ੀਕਲ ਨੂੰ ਦਿਖਾਇਆ ਸੀ 2600-2700 ਸਾਲ ਪਹਿਲਾਂ, ਅੱਜ ਕੱਲ ਉਹ ਪੂਰਾ ਹੋ ਰਿਹਾ ਹੈ। ਸੋ ਪਰਮੇਸ਼ਰ ਨੇ ਟਾਈਮ ਲਾਈਨ ਨਹੀਂ ਦਿੱਤੀ ਹੈਗੀ, ਪਰ ਉਹਨੇ ਦੱਸਿਆ ਸੀਗਾ ਪਰ ਸਾਈਨ ਜ਼ਰੂਰ ਪਰਮੇਸ਼ਰ ਦਿੰਦਾ ਜਦੋਂ ਆਹ ਸਾਈਨ ਹੋਣ ਲੱਗ ਪਏ। ਉਹ ਸਾਈਨ ਆਪਾਂ ਚੈੱਕ ਕਰ ਰਹੇ ਹਾਂ। ਸੱਚੀ ਆਹ ਮੌਕਾ ਵੀ ਅਜੀਬ ਆ ਜਦੋਂ ਚਾਰ ਛਪੇਰੇ ਦੁਨੀਆ ਦੇ ਵਿੱਚ ਬਹੁਤ ਘਸਮੈਣ ਆ ਰਿਹਾ ਆ, ਆਪੋ ਵਿੱਚ ਹੀ ਕੌਮਾਂ ਲੜ ਰਹੀਆਂ ਆ, ਆਪੋ ਵਿੱਚ ਹੀ ਭਰਾ ਤੇ ਲੜਨ ਲੱਗੇ ਹੋਏ ਆ, ਆਪੋ ਵਿੱਚ ਹੀ ਮੁਲਕ ਤੇ ਮੁਲਕ ਵਿੱਚ ਲੜਨ ਲੱਗੇ ਹੋਏ ਆ। ਇਹ ਕੋਈ ਵੀ ਧੀਰਜ ਨਹੀਂ ਰੱਖਣਾ ਚਾਹੁੰਦਾ ਹੈਗਾ। ਇਹ ਅਖੀਰਲੇ ਟਾਈਮਾਂ ਦਾ ਸਾਈਨ ਆ। ਸੋ ਆਪਾਂ ਅਜ਼ੀਕਲ 39 ਔਰ ਵਰਸ 8 ਦੇਖਾਂਗੇ। ਆਪਾਂ ਕਈ ਵਾਰੀ ਦੇਖ ਚੁੱਕੇ ਹਾਂ, ਪਰ ਅਸੀਂ ਆਪਣੇ ਆਪ ਨੂੰ ਦੇਖ ਕੇ ਆਪਣੀ ਬਾਈਬਲ ਦੇ ਵਿੱਚੋਂ ਪੜ੍ਹਨਾ ਆ, ਫਿਰ ਤੁਹਾਨੂੰ ਪਤਾ ਹੋਊ ਵੀ ਇਕੱਲਾ ਜਗਦੀਸ਼ ਨਹੀਂ ਕਹਿੰਦਾ ਹੈਗਾ, ਬਾਈਬਲ ਦੇ ਵਿੱਚ ਲਿਖਿਆ ਉਹ ਆਪਾਂ ਦੇਖ ਰਹੇ ਹਾਂ। ਹਾਂਜੀ, ਇਹ ਅਜ਼ੀਕਲ 39 39 ਤੇ ਉਹਦਾ 8ਵੀਂ ਆਇਤ ਪੜ੍ਹਨ ਲੱਗੀ, ਜਿੱਥੋਂ ਅੱਗੇ ਪਹਿਲਾਂ ਆਪਾਂ ਪੜ੍ਹਿਆ ਸੀ। ਵੇਖ ਉਹ ਆਉਂਦਾ ਹੈ ਅਤੇ ਹੋ ਕੇ ਰਹੇਗਾ, ਪ੍ਰਭੂ ਯਹੋਵਾ ਦਾ ਵਾਕ ਹੈ। ਇਹ ਉਹੋ ਹੀ ਦਿਹਾੜਾ ਹੈ ਜਿਸ ਦੇ ਵਿਖੇ ਮੈਂ ਫਰਮਾਇਆ ਹੈ। ਆਮੀਨ। ਸੋ ਕੀ ਕਹਿੰਦਾ? ਉਹੋ ਹੀ ਟਾਈਮ ਹੈ ਜਿਹਦੇ ਬਾਰੇ ਮੈਂ ਤੁਹਾਨੂੰ ਕਿਹਾ ਸੀਗਾ। 2600 ਸਾਲ ਪਹਿਲਾਂ ਕਿਹਾ ਸੀ, ਹੁਣ ਪੂਰਾ ਹੋ ਰਿਹਾ ਹੈ। ਬਹੁਤ ਅਜੀਬ ਗੱਲ ਆ। ਕਾਹਤੇ ਇਜ਼ਰਾਈਲ ਪਹਿਲਾਂ ਹੈ ਨਹੀਂ ਸੀਗਾ? ਕਾਹਤੇ ਇਜ਼ਰਾਈਲ ਇੱਕ ਵਾਰੀ ਪਰਮੇਸ਼ਰ ਨੇ ਬੰਦ ਕਰ ਦਿੱਤਾ ਸੀਗਾ? ਉਹ ਵੀ ਆਪਾਂ ਪੜ੍ਹਦੇ ਹਾਂ ਇਸੇ ਚੈਪਟਰ ਦੇ ਵਿੱਚ। ਅਜ਼ੀਕਲ 39 ਉਹਦਾ ਵਰਸ 23 ਦੇ ਵਿੱਚ ਸਾਨੂੰ ਦੱਸਦਾ ਆ ਕਾਹਤੇ ਇਦਾਂ ਹੋਈ ਸੀਗੀ। ਹਾਂਜੀ, ਅਜ਼ੀਕਲ 39 ਤੇ 23ਵੀਂ ਆਇਤ। ਅਤੇ ਕੌਮਾਂ ਜਾਣਨਗੀਆਂ ਕਿ ਇਸਰਾਇਲ ਦਾ ਘਰਾਣਾ ਆਪਣੇ ਔਗੁਣਾਂ ਕਰਕੇ ਅਸੀਰੀ ਵਿੱਚ ਪਿਆ,
ਕਿਉਂ ਜੋ ਉਹ ਮੇਰੇ ਤੋਂ ਆਕੀ ਹੋਇਆ। ਇਸ ਲਈ ਮੈਂ ਉਹਨਾਂ ਕੋਲੋਂ ਆਪਣਾ ਮੂੰਹ ਲੁਕਾ ਲਿਆ ਅਤੇ ਉਹਨਾਂ ਨੂੰ ਉਹਨਾਂ ਦੇ ਵਿਰੋਧੀਆਂ ਦੇ ਹੱਥ ਵਿੱਚ ਦੇ ਦਿੱਤਾ ਅਤੇ ਉਹ ਸਾਰੇ ਦੇ ਸਾਰੇ ਤਲਵਾਰ ਨਾਲ ਡਿੱਗ ਪਏ। ਆਮੀਨ। ਇਜ਼ਰਾਈਲ ਪਾਪਾਂ ਦੇ ਵਿੱਚ ਪੈ ਗਿਆ ਸੀਗਾ, ਮੂਰਤੀ ਪੂਜਾ ਦੇ ਵਿੱਚ ਪੈ ਗਿਆ ਸੀਗਾ, ਹੋਰ ਪਾਪਾਂ ਦੇ ਵਿੱਚ ਪੈ ਗਿਆ ਸੀਗਾ। ਫਿਰ ਪਰਮੇਸ਼ਰ ਨੇ ਕੀ ਕਹਿੰਦਾ, ਮੈਂ ਆਪਣਾ ਮੂੰਹ ਉਹਨਾਂ ਤੋਂ ਮੋੜ ਲਿਆ। ਇਜ਼ਰਾਈਲ ਫਿਰ ਖਤਮ ਹੋ ਗਿਆ ਸੀਗਾ। ਇੱਕ ਜਿਹੜਾ ਉਹਨੇ ਬਹੁਤ ਵੱਡਾ ਪਾਪ ਕੀਤਾ ਸੀਗਾ, ਲੂਕਾ ਦੀ ਕਿਤਾਬ ਦੇ ਵਿੱਚ ਲਿਖਿਆ ਆ, ਤੇ ਉਹਦੀ 23 ਚੈਪਟਰ ਤੋਂ ਉਹਦੀ 28 ਆਇਤ ਆਪਾਂ ਪੜਾਂਗੇ। ਲੂਕ ਚੈਪਟਰ 23 ਵਰਸ 28। ਸੁਰਿੰਦਰ ਆਪਾਂ ਨੂੰ ਪੰਜਾਬੀ ਦੇ ਵਿੱਚ ਪੜ੍ਹ ਕੇ ਸੁਣਾਊਗੀ। ਜਦੋਂ ਯਿਸੂ ਮਸੀਹ ਕ੍ਰੋਸ ਨੂੰ ਜਾ ਰਿਹਾ ਆ ਤੇ ਭੈਣਾਂ ਉੱਥੇ ਬਹੁਤ ਰੋ ਰਹੀਆਂ ਆ। ਜਦੋਂ ਰੋ ਰਹੀਆਂ ਆ ਤੇ ਉਹ ਯਿਸੂ ਮਸੀਹ ਉਹਨਾਂ ਨੂੰ ਕੁਝ ਕਹਿੰਦਾ ਆ, ਤੇ ਉਹਦੇ ਬਾਰੇ ਆਪਾਂ ਦੇਖਣ ਲੱਗੇ ਆ। ਹਾਂਜੀ, ਇਹ ਲੂਕਾ ਦਾ ਗੋਸਪਲ ਆ ਜਿਹੜਾ ਨਵੇਂ ਨਿਊ ਨੇਮ ਦੇ ਵਿੱਚ ਆ, ਤੇ ਉਹਦੀ 23 ਤੇ 28 ਆਇਤ ਆਪਾਂ ਪੜ੍ਹਦੇ ਹਾਂ। ਇੱਥੇ ਇੱਦਾਂ ਲਿਖਿਆ, ਪਰ ਯਿਸੂ ਉਹਨਾਂ ਦੀ ਵੱਲ ਪਿਛਾਂਹ ਭੌਂ ਕੇ ਬੋਲਿਆ, ਹੇ ਜਰੂਸ਼ਲਮ ਦੀ ਧੀਓ, ਮੈਨੂੰ ਨਾ ਰੋਵੋ, ਪਰ ਆਪ ਨੂੰ ਅਤੇ ਆਪਣੇ ਬੱਚਿਆਂ ਨੂੰ ਰੋਵੋ। ਆਮੀਨ। ਕੀ ਹੋਇਆ ਸੀ ਇੱਥੇ? ਅਸੀਂ ਦੇਖਦੇ ਹਾਂ ਜਦੋਂ ਯਿਸੂ ਮਸੀਹ ਕ੍ਰੋਸ ਚੱਕੇ ਜਾਂਦੇ ਆ ਤਾਂ ਬਹੁਤ ਔਰਤਾਂ ਰੋਂਦੀਆਂ ਆ, ਤੇ ਯਿਸੂ ਮਸੀਹ ਕਹਿੰਦਾ ਤੁਸੀਂ ਮੈਨੂੰ ਨਾ ਰੋਵੋ, ਪਰ ਆਪਣੇ ਨਿਆਣਿਆਂ ਵਾਸਤੇ ਰੋ। ਕਾਹਦੇ ਕਰਕੇ? ਹੁਣ ਉਹਨਾਂ ਤੇ ਨਿਆਣਿਆਂ ਉੱਤੇ ਭਾਰੀ ਹੋਣ ਵਾਲੀ ਆ। ਉਹਨੇ ਆਪਣੇ ਆਪ ਨੂੰ ਸਰਾਫ ਦੇ ਥੱਲੇ ਲੈ ਆਂਦਾ, ਕਰਸ ਦੇ ਥੱਲੇ ਲੈ ਆਂਦਾ ਆ। ਤੇ ਹੁਣ ਉਹਨਾਂ ਨੂੰ ਪਤਾ ਵੀ, ਹੁਣ ਯਿਸੂ ਮਸੀਹ ਨੂੰ ਪਤਾ ਸੀ ਉੱਥੇ ਯਰੂਸ਼ਲਮ ਨੂੰ ਕੀ ਕਹਿਣਾ। ਆਪਣੇ ਚੇਲਿਆਂ ਨੂੰ ਵੀ ਉਹਨੂੰ ਦੱਸਿਆ ਸੀਗਾ ਵੀ ਜਿਹੜੀ ਹੈਕਲ ਸੀ ਉਹ ਵੀ ਢਹਿ ਜਾਣੀ ਆ, ਤੇ ਉਹ ਜਿਹੜੇ ਨਹੀਂ ਪਰਮੇਸ਼ਰ ਨੂੰ ਮੰਨਣ ਵਾਲੇ ਉਹਨਾਂ ਦੇ ਹੱਥ ਵਿੱਚ ਆ ਜਾਣੀ ਆ। ਸੋ ਆਪਾਂ ਮਤੀ ਦੀ ਕਿਤਾਬ ਉਹਦਾ 27ਵਾਂ ਚੈਪਟਰ ਤੇ ਉਹਦੀ 24 ਤੇ 25 ਆਇਤ ਦੇਖਾਂਗੇ। ਮੈਥਿਊ ਚੈਪਟਰ 27 ਵਰਸ 24 ਐਂਡ 25। ਹਾਂਜੀ, ਮਤੀ 27 ਤੇ ਉਹਦਾ 24 ਤੇ 25 ਆਪਾਂ ਪੜ੍ਹਦੇ ਹਾਂ। ਜਦ ਪਿਲਾਤੁਸ ਨੇ ਵੇਖਿਆ ਜੋ ਕੁਝ ਨਹੀਂ ਬਣਦਾ, ਸਗੋਂ ਹੋਰ ਵੀ ਰੌਲਾ ਪੈਂਦਾ ਜਾਂਦਾ ਹੈ, ਤਦ ਉਹਨੇ ਪਾਣੀ ਲੈ ਕੇ ਲੋਕਾਂ ਦੇ ਸਾਹਮਣੇ ਆਪਣੇ ਹੱਥ ਧੋਤੇ ਅਤੇ ਕਿਹਾ, ਮੈਂ ਇਸ ਦੇ ਲਹੂ ਤੋਂ ਨਿਰਦੋਸ਼ ਹਾਂ, ਤੁਸੀਂ ਜਾਣੋ। ਅਤੇ ਸਾਰੇ ਲੋਕਾਂ ਨੇ ਉੱਤਰ ਦਿੱਤਾ, ਉਹਦਾ ਲਹੂ ਸਾਡੇ ਉੱਤੇ ਔਰ ਸਾਡੀ ਔਲਾਦ ਉੱਤੇ ਹੋਵੇ। ਆਮੀਨ। ਇੱਥੇ ਜਿਹੜਾ ਜੱਜ ਸੀਗਾ, 25 ਵੀ ਪੜ੍ਹਨੀ ਸੀ। ਹਾਂਜੀ 25 ਪੜ੍ਹਨੀ ਸੀ। ਅਤੇ ਸਾਰੇ ਲੋਕਾਂ ਨੇ ਉੱਤਰ ਦਿੱਤਾ, ਉਹਦਾ ਲਹੂ ਸਾਡੇ ਔਰ। ਸੋ ਇੱਥੇ ਆਪਾਂ ਦੇਖਦੇ ਹਾਂ ਜਿਹੜਾ ਜੱਜ ਸੀਗਾ ਉਹ ਕਹਿੰਦਾ ਇਹ ਜਿਹੜਾ ਆਦਮੀ ਹੈ ਬਿਨਾਂ ਗੁਨਾਹ ਤੋਂ ਇਹਨੇ ਕੁਛ ਰੋਂਗ ਨਹੀਂ ਕੀਤਾ ਹੈਗਾ, ਇਹਨੂੰ ਮੌਤ ਦੀ ਸਜ਼ਾ ਨਹੀਂ ਮਿਲ ਸਕਦੀ ਹੈਗੀ। ਤੇ ਉਹਨੇ ਆਪਣੇ ਹੱਥ ਧੋ ਦਿੱਤੇ, ਕਹਿੰਦਾ ਮੈਂ ਇਦਾਂ ਦਾ ਪਾਪ ਨਹੀਂ ਕਰਨਾ ਹੈਗਾ। ਪਰ ਕੀ ਹੋਇਆ, ਜਿਹੜੇ ਉੱਥੇ ਲੋਕੀ ਇਕੱਠੇ ਹੋਏ ਸੀਗੇ ਉਹ ਕਹਿੰਦੇ ਜਿਹੜਾ ਇਹਦਾ ਪਾਪ ਆ, ਜਿਹੜਾ ਇਹਦੇ ਖਰਚ ਆ, ਇਹ ਸਾਡੇ ਤੇ ਸਾਡੇ ਨਿਆਣਿਆਂ ਦੇ ਉੱਤੇ ਆਵੇ। ਇਸ ਪਾਪ ਦੇ ਕਾਰਨ ਉਹ 2000 ਸਾਲ ਸਜ਼ਾ ਝੱਲਦੇ ਰਹੇ ਆ। ਉਦੋਂ ਆਪਾਂ ਕਹਿ ਸਕਦੇ ਹਾਂ ਉਹ ਜਦੋਂ ਯਿਸੂ ਮਸੀਹ ਨੂੰ ਮੌਤ ਦੀ ਸਜ਼ਾ ਹੋ ਗਈ, ਮਹੀਨੇ 2 ਮਹੀਨਿਆਂ ਬਾਅਦ ਉਹ ਕਹਿ ਸਕਦੇ ਹੋ ਹੋਇਆ ਤਾਂ ਹੈ ਨਹੀਂ ਕੁਛ। 2-3 ਸਾਲਾਂ ਬਾਅਦ ਵੀ ਕਹਿ ਸਕਦੇ ਕੁਛ ਨਹੀਂ ਹੋਇਆ ਹੈਗਾ। ਪਰ 17 ਸਾਲਾਂ ਦੇ ਬਾਅਦ ਉਹ ਜਿਹੜਾ ਜਰੂਸਲਮ ਸੀ ਉਹ ਜਿਹੜੇ ਪਰਮੇਸ਼ਰ ਦੇ ਖਿਲਾਫ ਸੀਗੇ ਉਹਨਾਂ ਦੇ ਹੱਥ ਵਿੱਚ ਆ ਜਾਂਦਾ, ਤੇ ਉਹ ਫਿਰ ਢਾਉਣ ਲੱਗ ਪੈਂਦੇ ਆ। ਉਹ ਯਹੂਦੀਆਂ ਨੂੰ ਫੜ ਕੇ ਤੇ ਉਹ ਹੋਰਨਾਂ ਮੁਲਕਾਂ ਵਿੱਚ ਲਿਜਾਣ ਲੱਗ ਪੈਂਦੇ ਆ। ਕਈ ਵਾਰੀ ਅਸੀਂ ਚਾਹੁੰਦੇ ਹੁੰਦੇ ਆ ਹੁਣੇ ਹੀ ਹੋਵੇ, ਪਰ ਜਦ ਇੱਕ ਵਾਰੀ ਪਰਮੇਸ਼ਰ ਨੇ ਬੋਲ ਦਿੱਤਾ ਉਹ ਹੋਣਾ ਆ। ਸੋ ਹੋ ਸਕਦਾ ਅਸੀਂ ਕਈ ਗਲਤੀ ਕਰਦੇ ਆ, ਫਿਰ ਅਸੀਂ ਕਹਿੰਦੇ ਕੁਛ ਹੋਇਆ ਤਾਂ ਹੈ ਨਹੀਂ, ਠੀਕ ਹੀ ਆ, ਮੈਂ ਅੱਗੇ ਝੂਠ ਬੋਲਿਆ ਸੀ, ਕੋਈ ਫਰਕ ਨਹੀਂ ਪਿਆ ਹੈਗਾ, ਮੈਂ ਹੇਰਾਫੇਰੀ ਕੀਤੀ ਸੀ, ਕੁਛ ਨਹੀਂ ਹੋਇਆ ਸੀਗਾ। ਨਹੀਂ, ਇੱਕ ਦਿਨ ਉਹਦਾ ਫਲ ਆ ਜਾਣਾ, ਇੱਕ ਦਿਨ ਉਹਦੀ ਸਜ਼ਾ ਮਿਲਣੀ ਆ। ਇਸ ਕਰਕੇ ਸਾਨੂੰ ਤਿਆਰੀ ਕਰਨ ਦੀ ਜ਼ਰੂਰਤ ਹੈ। ਇਜ਼ਰਾਈਲ ਨੂੰ ਸਜ਼ਾ ਮਿਲੀ ਸੀਗੀ, ਤੇ ਆਪਾਂ ਦੇਖਦੇ ਹਾਂ ਵੀ ਉਹਨੇ ਨੀਲੀ 2000 ਸਾਲ ਉਹ ਸਜ਼ਾ ਝੱਲਦੇ ਰਹੇ। ਅਜ਼ੀਕਲ ਦੀ ਕਿਤਾਬ ਉਹਦਾ
39 ਚੈਪਟਰ ਤੇ ਉਹਦੀ 11ਵੀਂ ਆਇਤ ਆਪਾਂ ਪੜਾਂਗੇ। ਹਾਂਜੀ, Ezekiel 39 verse 11। ਉਸ ਦਿਨ ਇਉਂ ਹੋਵੇਗਾ ਕਿ ਮੈਂ ਉੱਥੇ ਇਸਰਾਇਲ ਵਿੱਚ ਗੋਗ ਨੂੰ ਇੱਕ ਕਬਰਸਤਾਨ ਦਿਆਂਗਾ, ਅਰਥਾਤ ਰਾਹ ਲੰਘਦਿਆਂ ਦੀ ਵਾਦੀ ਜਿਹੜੀ ਸਾਗਰ ਦੇ ਪੂਰਬ ਵਿੱਚ ਹੈ, ਉਸ ਤੋਂ ਰਾਹ ਲੰਘਣ ਵਾਲਿਆਂ ਦਾ ਰਾਹ ਬੰਦ ਹੋਵੇਗਾ ਅਤੇ ਉੱਥੇ ਗੋਗ ਨੂੰ ਅਤੇ ਉਹਦੀ ਸਾਰੀ ਭੀੜ ਨੂੰ ਦੱਬਣਗੇ ਅਤੇ ਗੋਗ ਦੀ ਭੀੜ ਦੀ ਵਾਦੀ ਉਹਦਾ ਨਾਮ ਸੱਦਣਗੇ। ਆਮੀਨ। ਆਮੀਨ। ਆਪਾਂ ਪਿਛਲੇ ਹਫ਼ਤਿਆਂ ਦੇ ਵਿੱਚ ਇਹ ਦੇਖਿਆ ਸੀਗਾ ਵੀ ਇਹ ਜਿਹੜੀਆਂ ਫੌਜਾਂ ਇਕੱਠੀਆਂ ਹੋ ਕੇ ਇਜ਼ਰਾਈਲ ਉੱਤੇ ਚੜ੍ਹ ਕੇ ਜਾਣੀਆਂ ਆ, ਤੇ ਉਹ ਪਰਮੇਸ਼ਰ ਨੇ ਪਹਿਲਾਂ ਹੀ ਇੱਥੇ ਲਿਖਿਆ ਹੈ ਉਹਨੇ ਉੱਥੇ ਉਹਨਾਂ ਦੀ ਮੌਤ ਹੋ ਜਾਣੀ ਆ। ਉੱਥੇ ਪਰਮੇਸ਼ਰ ਨੇ ਇਜ਼ਰਾਈਲ ਵਾਸਤੇ ਲੜਨਾ ਆ, ਉਹਨੇ ਆਪਣੇ ਲੋਕਾਂ ਵਾਸਤੇ ਲੜਨਾ ਆ, ਤੇ ਉਹਨਾਂ ਨੂੰ ਉੱਥੇ ਹੀ ਉਸ ਪਹਾੜਾਂ ਉੱਤੇ ਹੀ ਉਹਨੂੰ ਦਬਲ ਦੇ। ਉੱਥੇ ਇੱਕ ਪਹਾੜ ਹੋਣਾ ਆ ਜਿੱਥੇ ਉਹਦੇ ਥੱਲੇ ਪਹਾੜ ਦੇ ਜਾ ਕੇ ਉਹਨਾਂ ਦਾ ਕਬਰਸਤਾਨ ਸਾਰਿਆਂ ਦਾ ਬਣ ਜਾਣਾ। ਉੱਥੇ 1-2 ਲੋਕ ਨਹੀਂ ਹੋਣੇ ਹੈਗੇ, 10-15 ਲੱਖ ਨਹੀਂ ਹੋਣੇ ਹੈਗੇ, ਉੱਥੇ ਬਹੁਤ ਲੋਕੀ, ਬਹੁਤ ਫੌਜਾਂ ਹੋਣੀਆਂ। ਹੋ ਸਕਦਾ 20 ਲੱਖ ਤੋਂ ਵੀ ਉੱਪਰ ਹੋਣ, ਜਿਨੀ ਇਕੱਠੇ ਹੋ ਕੇ ਉੱਥੇ ਜਾਣਾ ਆ। ਬੇਸ਼ੱਕ ਦੀ ਬਾਈਬਲ ਦੇ ਵਿੱਚ ਕਲੀਅਰ ਲਿਖਿਆ ਆ, ਪਰ ਉਹਨੇ ਫੇਰ ਵੀ ਉਹਨਾਂ ਦੀ ਮੌਤ ਉੱਥੇ ਜਾ ਕੇ ਹੋ ਜਾਣੀ ਆ। ਇੱਥੇ ਸਾਨੂੰ ਦੱਸਦਾ ਜੇ ਆ ਦੂਜੀਆਂ ਚੀਜ਼ਾਂ ਪੂਰੀਆਂ ਹੋ ਗਈਆਂ ਜਿਹੜੀਆਂ ਆਪਾਂ ਦੇਖਦੇ ਸੀਗੇ, ਇਹ ਵੀ ਪੂਰੀ ਹੋ ਜਾਣੀਆਂ। ਸੋ ਸਾਨੂੰ ਖਬਰਦਾਰ ਰਹਿਣ ਦੀ ਜ਼ਰੂਰਤ ਆ, ਸਾਨੂੰ ਨੋਟ ਬਣਾਉਣ ਦੀ ਜ਼ਰੂਰਤ ਆ, ਦੇਖਣ ਦੀ ਜ਼ਰੂਰਤ ਆ ਅਸੀਂ ਕਿੱਧਰ ਆ। ਬਹੁਤ ਮੁਲਕ, ਜਿੱਦਾਂ ਮੈਂ ਅੱਗੇ ਦੱਸਦਾ ਸੀਗਾ, ਇਜ਼ਰਾਈਲ ਦੇ ਬਹੁਤ ਲੋਕੀ ਖਿਲਾਫ ਆ। ਬਹੁਤ ਥੋੜੇ ਮੁਲਕ ਆ ਜਿਹੜੇ ਇਜ਼ਰਾਈਲ ਦੇ ਨਾਲ ਖੜੇ ਆ, ਉਹ ਵੀ ਜੇ ਖੜੇ ਆ ਤਾਂ ਚੋਰੀ ਖੜੇ ਆ, ਸਿੱਧੇ ਕੋਈ ਖੜਾ ਨਹੀਂ ਹੁੰਦਾ ਉਹਨਾਂ ਨਾਲ। ਸੱਚੀ ਹਰ ਵੇਲੇ ਇਦਾਂ ਹੀ ਹੁੰਦੀ ਆ। ਜਦੋਂ ਅਸੀਂ ਪਰਮੇਸ਼ਰ ਵਾਸਤੇ ਖੜੇ ਆ, ਸਾਰੀ ਦੁਨੀਆ ਸਾਡੇ ਖਿਲਾਫ ਆ। ਇਦਾਂ ਹੀ ਇਜ਼ਰਾਈਲ ਦੇ ਨਾਲ ਆ। ਪਰ ਇਹ ਜਿਹੜੀ ਥੋੜੀ ਜਿਹੀ ਜ਼ਮੀਨ ਆ ਮਿਡਲ ਈਸਟ ਦੇ ਵਿੱਚ, ਇਹ ਪਰਮੇਸ਼ਰ ਨੇ ਆਪਣੇ ਵਾਸਤੇ ਰੱਖੀ ਆ। ਬਾਕੀ ਦੀ ਧਰਤੀ ਉਹਨੇ ਆਦਮੀ ਨੂੰ ਦੇ ਦਿੱਤੀ ਸੀ, ਪਰ ਇੱਥੇ ਜਿੱਦਾਂ ਵੀ ਉਹ ਚਾਹੁੰਦਾ ਉਹ ਕਰਦਾ ਆ। ਸੋ ਇੱਥੇ ਸਾਨੂੰ ਇਹ ਨੋਟ ਬਣਾਉਣ ਦੀ ਜ਼ਰੂਰਤ ਹੈ, ਚੀਜ਼ਾਂ ਹੋਣੀਆਂ ਆ। ਮੈਂ ਤੁਹਾਨੂੰ ਕਿਹਾ ਸੀ ਜੋ ਵੀ ਅਸੀਂ ਪ੍ਰਭੂ ਦੇ ਬਚਨ ਵਿੱਚ ਲਿਖਿਆ ਉਹ ਪੂਰਾ ਹੋ ਕੇ ਰਹਿੰਦਾ। ਜੀਸਸ ਨੇ ਵੀ ਇਦਾਂ ਹੀ ਕਿਹਾ ਸੀ। ਆਪਾਂ ਮਥੀ 24 ਦੇ ਵਿੱਚੋਂ ਤੇ ਉਹਦੀ 35ਵੀਂ ਆਇਤ ਪੜਾਂਗੇ, ਜਿੱਥੇ ਸਾਨੂੰ ਬਹੁਤ ਸਾਫ਼-ਸਾਫ਼ ਜੀਸਸ ਦੱਸਦਾ ਆ ਵੀ ਕੋਈ ਵੀ ਬਚਨ ਉਹ ਬੋਲ ਦਿੰਦਾ ਆ, ਉਹ ਪੂਰਾ ਹੋ ਕੇ ਰਹਿਣਾ ਹੈ। ਮੈਥਿਊ ਚੈਪਟਰ 24 verse 35, ਮਤੀ 24 ਤੇ ਉਹਦਾ 35ਵੀਂ ਆਇਤ। ਆਕਾਸ਼ ਅਤੇ ਧਰਤੀ ਟਲ ਜਾਣਗੇ, ਪਰ ਮੇਰੇ ਵਚਨ ਕਦੀ ਨਾ ਟਲਣਗੇ। ਆਮੀਨ। ਆਮੀਨ। ਇਹ ਕਹਿੰਦਾ ਆਕਾਸ਼ ਤੇ ਧਰਤੀ ਟਲ ਜਾਣਗੇ, ਆਕਾਸ਼ ਵੀ ਲੰਘ ਜਾਊ, ਧਰਤੀ ਵੀ ਲੰਘ ਜਾਣਗੇ, ਸਭ ਕੁਝ ਚੱਲ ਜਾਊਗਾ, ਪਰ ਜੋ ਪਰਮੇਸ਼ਰ ਨੇ, ਯਿਸੂ ਮਸੀਹ ਨੇ ਬਚਨ ਬੋਲੇ ਹੋਏ ਆ, ਉਹ ਪੂਰੇ ਹੋ ਕੇ ਰਹਿਣੇ ਆ। ਕਾਹਤੇ ਮੈਂ ਇਹ ਦੱਸਦਾ ਆ, ਜੋ ਬਾਈਬਲ ਦੇ ਵਿੱਚ ਲਿਖਿਆ ਇਹ ਪੂਰਾ ਹੋ ਕੇ ਰਹਿਣਾ ਹੈ। ਇਹ 100% ਸ਼ੋਰ ਆ। ਹੋਰ ਜਿਹੜੀਆਂ ਚੀਜ਼ਾਂ ਅਸੀਂ ਸੁਣਦੇ ਆ ਜਾਂ ਅਸੀਂ ਦੇਖਦੇ ਆ, ਉਹ ਸਾਨੂੰ ਪਤਾ ਨਹੀਂ ਹੋਣੀਆਂ ਕਿ ਨਹੀਂ ਹੋਣੀਆਂ ਹੈਗੀਆਂ, ਪਰ ਉਹ ਜੋ ਪ੍ਰਭੂ ਦਾ ਬਚਨ ਬੋਲਿਆ ਉਹ ਹੋ ਕੇ ਹੀ ਰਹਿਣਾ ਆ। ਐਬਸੋਲੂਟਲੀ ਸ਼ੋਰ ਆ। ਆਮੀਨ। ਓਕੇ, ਸੋ ਅਸੀਂ ਉਹਦੇ ਤੇ ਆਪਣਾ ਜੀਵਨ ਰੱਖ ਸਕਦੇ ਹਾਂ। ਸਾਨੂੰ ਪਤਾ ਆ ਵੀ ਉਹ ਹੋ ਕੇ ਰਹਿਣੀਆਂ ਆ, ਕਦੇ ਵੀ ਉਹਦਾ ਬਚਨ ਫਾਲਤੂ ਨਹੀਂ ਜਾਣਾ ਹੈਗਾ। ਯਿਸੂ ਮਸੀਹ ਵੀ ਇਦਾਂ ਹੀ ਸਾਨੂੰ ਦੱਸਦਾ ਆ। ਆਮੀਨ। ਸੋ ਐਜ਼ੀਕਲ ਦੇ ਵਿੱਚੋਂ ਆਪਾਂ ਚੈਪਟਰ 39 ਤੇ ਉਹਦੀ 12 ਤੋਂ 15 ਆਇਤ ਪੜਾਂਗੇ। ਹਾਂਜੀ, Ezekiel 39 verse 12 until 15। ਅਤੇ 7 ਮਹੀਨੇ ਤੱਕ ਇਸਰਾਇਲ ਦਾ ਘਰਾਣਾ ਉਹਨਾਂ ਨੂੰ ਦਬਾਉਂਦਾ ਰਹੇਗਾ, ਤਾਂ ਜੋ ਦੇਸ਼ ਨੂੰ ਪਾਕ ਕਰੇ। ਹਾਂ, ਦੇਸ਼ ਦੇ ਸਾਰੇ ਲੋਕ ਉਹਨਾਂ ਨੂੰ ਦਬਾਉਣਗੇ। ਇਹ ਉਹਨਾਂ ਲਈ ਨਾਮਨਾ ਦਾ ਕਾਰਨ ਹੋਵੇਗਾ, ਜਿਸ ਦਿਹਾੜੇ ਮੇਰੀ ਉਸਤਤ ਹੋਵੇਗੀ। ਪ੍ਰਭੂ ਯਹੋਵਾ ਦਾ ਵਾਕ ਹੈ। ਅਤੇ ਉਹ ਸਦਾ ਲਈ ਆਦਮੀਆਂ ਨੂੰ ਅੱਡ ਕਰਨਗੇ ਜੋ ਦੇਸ਼ ਵਿੱਚ ਲੰਘਣਗੇ, ਅਤੇ ਉਹ ਮੁਸਾਫਰ ਨੂੰ ਜੋ ਧਰਤੀ ਦੇ ਉੱਤੇ ਰਹਿੰਦੇ ਹਨ ਦੱਬਣ ਪਈ ਉਹ ਸਾਫ਼ ਹੋਵੇ।
ਉਹ 7 ਮਹੀਨਿਆਂ ਦੇ ਆਖਰ ਵਿੱਚ ਲੱਭਣਗੇ, ਅਤੇ ਜਦੋਂ ਉਹ ਦੇਸ਼ ਵਿੱਚੋਂ ਲੰਘਣ ਅਤੇ ਉਹਨਾਂ ਵਿੱਚੋਂ ਕੋਈ ਕਿਸੇ ਮਨੁੱਖ ਦੀ ਹੱਡੀ ਵੇਖੇ ਤਾਂ ਉਹਦੇ ਕੋਲ ਇੱਕ ਨਿਸ਼ਾਨ ਬਣਾ ਦੇਵੇਗਾ, ਜਦੋਂ ਤੱਕ ਦਬਾਉਣ ਵਾਲੇ ਗੋਗ ਦੀ ਭੀੜ ਦੀ ਵਾਧੀ ਵਿੱਚ ਉਹਨੂੰ ਨਾ ਦਬਾਉਣ। ਆਮੇਨ। Amen. ਸੋ ਇੱਥੇ ਉਹ ਦੱਸਦਾ ਆ ਜਿਹੜੇ ਉਹ ਫੌਜ ਨੇ ਚੜ੍ਹ ਕੇ ਜਾਣਾ ਇਜ਼ਰਾਈਲ ਦੇ ਉੱਤੇ ਇਸ ਵੇਲੇ ਰੈਡੀ ਆ। ਜਦੋਂ ਮਰਜ਼ੀ ਹੋ ਸਕਦਾ ਹੈ। ਜਦੋਂ ਅਸੀਂ ਦੇਖਦੇ ਹਾਂ ਇਰਾਨ ਇਜ਼ਰਾਈਲ ਦੇ ਨਾਲ ਲੜਨ ਨੂੰ ਤਿਆਰ ਆ, ਰਸੀਆ ਉਹਨਾਂ ਦੀ ਮਦਦ ਕਰਨ ਨੂੰ ਤਿਆਰ ਆ, ਹੋਰ ਜਿਹੜੇ ਉੱਥੇ 4 ਛਿਪਰੇ ਮੁਲਕ ਆ ਉਹ ਸਾਰੇ ਟਰਕੀ ਸਾਰੇ ਇਹ ਲੜ ਕੇ ਉਧਰੋਂ ਲੈਬਨਾਨ ਉਧਰੋਂ ਸੀਰੀਆ ਇਹ ਸਾਰੇ ਰਲ ਕੇ ਉਹਦੇ ਉੱਤੇ ਚੜ੍ਹ ਕੇ ਜਾਣ ਨੂੰ ਤਿਆਰ ਆ। ਪਰ ਪਰਮੇਸ਼ਰ ਨੇ ਕਿਹਾ ਸੀ ਜਦੋਂ ਉਹ ਗਏ ਉਹਨਾਂ ਨੂੰ ਉੱਥੇ ਹੀ ਦੱਬਿਆ ਜਾਣਾ ਹੈ। ਫਿਰ ਇੱਥੇ ਪਰਮੇਸ਼ਰ ਨੇ ਆਪਾਂ ਪਿਛਲੇ ਹਫ਼ਤੇ ਦੇਖਿਆ ਸੀਗਾ ਉਹਨਾਂ ਦੀ ਕਿੱਦਾਂ ਉੱਥੇ ਮੌਤ ਹੋਣੀ ਹੈ। ਪਰਮੇਸ਼ਰ ਕਹਿੰਦਾ ਮੈਂ ਉੱਤੇ ਅੱਗ ਭਰਾ ਕੇ ਪੱਥਰ ਭਰਾ ਕੇ ਬਹੁਤ ਜ਼ਿਆਦਾ ਮੀਂਹ ਭਰਾ ਕੇ ਉਹਨਾਂ ਨੂੰ ਕਹਿੰਦਾ ਉੱਥੇ ਉਹਨਾਂ ਦੀ ਮੌਤ ਹੋਣੀ ਆ। ਉਹ ਪਤਾ ਲੱਗ ਜਾਣਾ ਲੋਕਾਂ ਨੂੰ ਵੀ ਪਰਮੇਸ਼ਰ ਇਹਨਾਂ ਵਾਸਤੇ ਲੜਿਆ ਆ। ਇਹ ਇਕੱਲੀ ਆਦਮੀਆਂ ਦੀ ਲੜਾਈ ਨਹੀਂ ਹੋਣੀ ਹੈਗੀ। ਜਦੋਂ ਪਰਮੇਸ਼ਰ ਤੇ ਨਹੀਂ ਚੜ੍ਹ ਕੇ ਜਾਣਾ ਆ ਤੇ ਪਰਮੇਸ਼ਰ ਕਹਿੰਦਾ ਮੈਂ ਆਪ ਉਹਨਾਂ ਦੇ ਨਾਲ ਲੜਨਾ ਆ। ਸੋ ਇੱਥੇ ਉਹ ਦੱਸਦਾ, ਫਿਰ ਉਹ ਦੱਸਦਾ ਉਹਨਾਂ ਨੂੰ ਦੱਬਣਾ ਕਿੱਦਾਂ ਆ। ਐਂਡ ਦੇਖੋ ਕਿੰਨੇ ਡੀਟੇਲਸ ਦਿੰਦਾ ਆ। ਉਹ ਕਹਿੰਦਾ ਉਹਨਾਂ ਦੇ ਜਿਹੜੇ ਸਰੀਰ ਉੱਥੇ ਬੋਡੀਜ਼ ਉਹਦੀਆਂ ਪਈਆਂ ਹੋਣੀਆਂ ਆ ਤੇ ਇਜ਼ਰਾਈਲ ਨੇ ਉਹਨਾਂ ਨੂੰ ਇਕੱਠੇ ਕਰਕੇ ਤੇ ਉਹ ਜਿਹੜਾ ਮੈਂ ਪਹਾੜ ਦੇ ਥੱਲੇ ਜਾ ਕੇ ਉੱਥੇ ਦੱਬਣੇ ਆ, ਇੱਕ ਥਾਂ ਦੱਬਣੇ ਆ। ਕਹਿੰਦਾ ਮੈਂ ਉਹਨਾਂ ਨੂੰ ਕਵਰ ਉੱਥੇ ਦੇ ਦੇਣੀ ਆ। ਫੇਰ ਵੀ ਇੱਥੇ ਪਰਮੇਸ਼ਰ ਨੇ ਲਿਖਿਆ ਆ ਬਈ ਕਈ ਉਹਨੀ ਆਦਮੀ ਉਹਨਾਂ ਨੂੰ ਪਰਮਾਨੈਂਟ ਇੰਪਲੋਇਮੈਂਟ ਦੇਣੀ ਆ, ਉਹਨਾਂ ਨੂੰ ਕੰਮ ਦੇਣਾ ਆ 7 ਮਹੀਨੇ ਵਾਸਤੇ। ਬਈ ਤੁਸੀਂ ਸਾਰੇ ਮੁਲਕ ਦੇ ਵਿੱਚ ਗੇੜੇ ਕੱਢਣੇ ਆ, ਜਿੰਨੇ ਵੀ ਮਰੀਆਂ ਜਿੰਨੀਆਂ ਵੀ ਹੱਡੀਆਂ ਆ ਉਹ ਸਾਰੀਆਂ ਚੱਕ ਕੇ ਉਹ ਪਹਾੜ ਦੇ ਥੱਲੇ ਲੈ ਆਉਣੀਆਂ ਤੇ ਉੱਥੇ ਦੱਬਣੀਆਂ ਆ ਕਰਕੇ। ਪਰਮੇਸ਼ਰ ਕਹਿੰਦਾ ਮੈਂ ਉਹਨਾਂ ਨੂੰ ਬੈਰੀਅਲ ਗਰਾਊਂਡ ਦੇਤਾ, ਉਹ ਮੈਂ ਤੁਹਾਨੂੰ ਉਹਨਾਂ ਨੂੰ ਕਬਰਸਤਾਨ ਉਹ ਦੇਤਾ ਆ। ਫਿਰ ਇੱਥੇ ਆਪਾਂ ਇਹ ਵੀ ਪੜ੍ਹਿਆ ਪਰਮੇਸ਼ਰ ਪਸ਼ੂਆਂ ਨੂੰ, ਜਾਨਵਰਾਂ ਨੂੰ, ਪੰਛੀਆਂ ਨੂੰ ਕਹਿੰਦਾ ਆਓ ਰਾਜਿਆਂ ਦਾ ਆ ਕੇ ਖੂਨ ਪੀਓ, ਉਹਨਾਂ ਦਾ ਮਾਸ ਖਾਓ। ਉਹਨਾਂ ਨੂੰ ਇਨਵੀਟੇਸ਼ਨ ਦਿੰਦਾ ਆ। ਸੱਚੀ ਇਹ ਇੱਕ ਮੌਕਾ ਆਉਣ ਵਾਲਾ ਆ ਜਦੋਂ ਅਸੀਂ ਜਿੱਦਾਂ ਮੈਂ ਕਹਿ ਕੇ ਹਟੇ ਇਸ ਦੁਨੀਆ ਦੇ ਵਿੱਚ ਇਸ ਵੇਲੇ ਦੇਖ ਰਹੇ ਹਾਂ ਜਦੋਂ ਮਰਜ਼ੀ ਲੜਾਈ ਲੱਗ ਰਹੀ ਹੈ। ਜਦੋਂ ਆਪਾਂ ਮੇਨ ਨਿਊਜ਼ ਉੱਤੇ ਦੇਖਦੇ ਹਾਂ ਉਹ ਕਈ ਵਾਰੀ ਸੁਣਦਾ ਨਹੀਂ ਹੈਗਾ, ਉਹਦੇ ਵਿੱਚ ਕੁਝ ਆਉਂਦਾ ਨਹੀਂ ਹੈਗਾ ਕਰਕੇ ਜਿਹੜੇ ਮੇਨ ਨਿਊਜ਼ ਹੈ ਕੰਟਰੋਲ ਕੀਤੇ ਹੋਏ ਆ। ਪਰ ਜੇ ਤੁਸੀਂ ਇੰਟਰਨੈਟ ਤੇ ਜਾ ਕੇ ਤੁਸੀਂ ਦੇਖਦੇ ਆ ਇਜ਼ਰਾਈਲ ਜਾਂ ਇਰਾਨ ਪਾਉਂਦੇ ਆ ਉਹਨਾਂ ਦੀ ਹਰ ਵੇਲੇ ਲੜਾਈ ਲੱਗੀ ਹੋਈ ਆ। ਉਹ ਉਧਰ ਉਹਨਾਂ ਦੀ ਕੋਈ ਬੋਟ ਉਡਾਈ ਜਾਂਦੀ, ਕੁਛ ਹੋਈ ਜਾਂਦਾ, ਕੁਛ ਨਾ ਕੁਛ ਹੋਈ ਜਾਂਦਾ ਹੈ। ਸੋ ਇਹ ਜਦੋਂ ਮਰਜ਼ੀ ਗਾਹਾਂ ਵੱਧ ਸਕਦੀ ਹੈ ਤੇ ਇਹ ਟਾਈਮ ਆ ਸਕਦਾ ਹੈ। ਜੇ ਇਹ ਟਾਈਮ ਆਉਣ ਵਾਲਾ ਆ ਸਾਨੂੰ ਤਿਆਰੀ ਕਰਨ ਦੀ ਜ਼ਰੂਰਤ ਹੈ, ਸਾਨੂੰ ਕੁਛ ਕਰਨ ਦੀ ਜ਼ਰੂਰਤ ਹੈ। ਆਪਾਂ ਅਜ਼ੀਕਲ 39 ਉਹਦਾ ਵਰਸ 17 ਪੜਾਂਗੇ। Ezekiel 39 verse 17 हे ਆਦਮੀ ਦੇ ਪੁੱਤਰ, ਪ੍ਰਭੂ ਯਹੋਵਾ ਇਹੋ ਫਰਮਾਉਂਦਾ ਹੈ, ਹਰੇਕ ਪ੍ਰਕਾਰ ਦੇ ਪੰਛੀ ਅਤੇ ਰੜ ਦੇ ਹਰੇਕ ਦਰਿੰਦੇ ਨੂੰ ਆਖ, ਇਕੱਠੇ ਹੋ ਕੇ ਆਓ, ਆਲੇ ਦੁਆਲਿਓਂ ਮੇਰੀ ਬਲੀ ਕੋਲ ਇਕੱਠੇ ਹੋ ਜਾਓ, ਜਿੱਥੇ ਮੈਂ ਤੁਹਾਡੇ ਲਈ ਬਲੀ ਦਿੰਦਾ ਹਾਂ। ਇਸਰਾਇਲ ਦੇ ਪਰਬਤਾਂ ਉੱਤੇ ਇੱਕ ਵੱਡੀ ਬਲੀ ਕੋਲ, ਤਾਂ ਜੋ ਤੁਸੀਂ ਮਾਸ ਖਾਓ ਅਤੇ ਲਹੂ ਪੀਓ। ਆਮੀਨ। ਬਹੁਤ ਚਿਰ ਦੇ ਇਹ ਜਿਹੜੇ ਮੁਲਕ ਸੀਗੇ ਪਰਮੇਸ਼ਰ ਨੂੰ ਮੁੱਕਾ ਦਿਖਾਉਂਦੇ ਸੀ, ਕਹਿੰਦੇ ਸੀ ਪਰਮੇਸ਼ਰ ਹੈ ਨਹੀਂ ਕਰਕੇ। ਉਹ ਕਮਿਊਨਿਜ਼ਮ ਦੇ ਵਿੱਚ ਜਿਹੜੇ ਮੰਨਦੇ ਆ ਕਹਿੰਦੇ ਪਰਮੇਸ਼ਰ ਹੈ ਨਹੀਂ, ਪਰ ਉਹ ਕਹਿੰਦਾ ਮੈਂ ਉਹਨਾਂ ਨੂੰ ਹੁਣ ਦਿਖਾ ਲੂੰਗਾ। ਇੱਥੇ ਫਿਰ ਪਤਾ ਲੱਗਣ ਲੱਗ ਪੈਂਦਾ ਲੋਕਾਂ ਨੂੰ ਵੀ ਪਰਮੇਸ਼ਰ ਹੈਗਾ ਆ ਤੇ ਪਰਮੇਸ਼ਰ ਉਹਨਾਂ ਵਾਸਤੇ ਲੜਿਆ ਆ। ਤੇ ਪਰਮੇਸ਼ਰ ਕਹਿੰਦਾ ਸੀ ਸਾਰੀ ਦੁਨੀਆ, ਜਦੋਂ ਇਹ ਚੀਜ਼ਾਂ ਹੋਈਆਂ ਸਾਰੀ ਦੁਨੀਆ ਜਾਣੂਗੀ। ਕਈ ਵਾਰੀ ਅਸੀਂ ਸ਼ੋਰ ਨਹੀਂ ਹੁੰਦੇ ਹੈਗੇ, ਆਪਾਂ ਕਹਿੰਦੇ ਬਾਈ ਚਾਂਸ ਹੋ ਗਿਆ, ਪਰ ਇੱਥੇ ਬਾਈ ਚਾਂਸ ਨਹੀਂ ਹੋਣਾ ਹੈਗਾ। ਇੱਥੇ ਕਿਸੇ ਨੂੰ ਸ਼ੱਕ ਨਹੀਂ ਹੋਣੀ ਹੈਗੀ ਬਈ ਪਰਮੇਸ਼ਰ ਉਹਨਾਂ ਵਾਸਤੇ ਲੜਿਆ ਆ। ਤੇ
ਤੇ ਆਪਾਂ ਜਿੱਦਾਂ ਕਹਿ ਕੇ ਹਟੇ, ਫਿਰ ਪੰਛੀਆਂ ਨੂੰ, ਹੋਰ ਪਸ਼ੂਆਂ ਨੂੰ ਕਹਿੰਦਾ ਆਓ ਤੁਸੀਂ ਇਹਨਾਂ ਤੇ ਫੀਸਟ ਕਰੋ। ਸੋ ਬਹੁਤ ਇੱਕ ਡਿਫੀਕਲਟ ਕੰਮ ਆ, ਬਹੁਤ ਦੁੱਖ ਵਾਲਾ ਟਾਈਮ ਆ, ਤੇ ਸਾਨੂੰ ਪ੍ਰਾਰਥਨਾ ਕਰਨ ਦੀ ਜ਼ਰੂਰਤ ਆ, ਤੇ ਸਾਨੂੰ ਪਰਮੇਸ਼ਰ ਦੇ ਮੂਹਰੇ ਆਉਣ ਦੀ ਜ਼ਰੂਰਤ ਆ ਵੀ ਅਸੀਂ ਇਹਨਾਂ ਚੀਜ਼ਾਂ ਤੋਂ ਬਚੀਏ। ਆਮੀਨ। ਹੋ ਸਕਦਾ ਜੇ ਆਪਾਂ ਪ੍ਰੇ ਕਰੀਏ ਤੇ ਪਰਮੇਸ਼ਰ ਹੋਰ ਵੀ ਟਾਈਮ ਨਿਕਾ ਦੇਵੇ, ਓਕੇ, ਕਰਕੇ ਉਹਨੇ ਇਹ ਪੱਕਾ ਟਾਈਮ ਨਹੀਂ ਲਾਇਆ, ਸਾਈਨ ਰੱਖੇ ਹੋਏ ਆ, ਤੇ ਇੱਥੇ ਆਪਾਂ ਦੇਖ ਸਕਦੇ ਹਾਂ। ਪਰ ਜਿੱਦਾਂ ਇਸ ਵੇਲੇ ਸਾਈਨ ਦੀਦੇ ਆ ਵੀ ਇਹ ਜਦੋਂ ਮਰਜੀ ਇਹ ਮੌਕਾ ਆ ਸਕਦਾ ਹੈ। ਤੇ ਇਹਦੇ ਵਿੱਚੋਂ ਆਪਾਂ 25ਵੀਂ ਆਇਤ ਵੀ ਪੜ੍ਹਾਂਗੇ, Ezekiel 39:25। ਹਾਂਜੀ, ezekiel ਦਾ 39 ਦੇ 25ਵੀਂ ਆਇਤ 25 ਆਪਾਂ ਪੜ੍ਹਦੇ ਹਾਂ। ਇਸ ਲਈ ਪ੍ਰਭੂ ਯਹੋਵਾ ਇਹ ਫਰਮਾਉਂਦਾ ਹੈ, ਹੁਣ ਮੈਂ ਯਾਕੂਬ ਨੂੰ ਅਸੀਰੀ ਤੋਂ ਫੇਰ ਲਿਆਵਾਂਗਾ ਅਤੇ ਇਸਰਾਇਲ ਦੇ ਸਾਰੇ ਘਰਾਣੇ ਤੇ ਤਰਸ ਖਾਵਾਂਗਾ ਅਤੇ ਆਪਣੇ ਪਵਿੱਤਰ ਨਾਮ ਦੇ ਲਈ ਅਣਖੀ ਹੋਵਾਂਗਾ। ਆਮੀਨ। ਆਮੀਨ। ਕੀ ਹੋਇਆ? ਪਹਿਲਾਂ ਉਹਨਾਂ ਨੂੰ ਸਜ਼ਾ ਮਿਲਦੀ ਸੀ ਕਰਕੇ ਉਹਨੇ ਯਿਸੂ ਮਸੀਹ ਨੇ ਏਦਾਂ ਵਰਤਿਆ ਸੀ, ਕਰਕੇ ਉਹ ਮੂਰਤੀ ਪੂਜਾ ਦੇ ਵਿੱਚ ਪੈ ਗਿਆ ਸੀ, ਦੇਵਤੇ ਦੇਵਤੀਆਂ ਨੂੰ ਮੰਨਣ ਲੱਗ ਪਏ ਸੀ। ਪਰ ਉਹ ਕਹਿੰਦਾ ਮੈਂ ਫਿਰ ਰਹਿਮ ਕਰੂੰਗਾ। ਕਾਹਤੇ? ਕਹਿੰਦਾ ਮੈਂ ਯਾਕੂਬ ਨੂੰ ਯਾਦ ਕਰਦਾ ਹਾਂ, ਇਬਰਾਹਿਮ, ਆਇਜ਼ਕ, ਯਾਕੂਬ ਨੂੰ ਯਾਦ ਕਰਦਾ ਹਾਂ। ਉਹਨਾਂ ਨਾਲ ਮੈਂ ਵਾਅਦਾ ਕੀਤਾ ਸੀਗਾ, ਮੈਂ ਕਹਿੰਦਾ ਹੁਣ ਉਹਨਾਂ ਤੇ ਰਹਿਮ ਕਰੂੰਗਾ, ਉਹਨਾਂ ਨੂੰ ਮੁੜ ਕੇ ਫੇਰ ਲੈ ਆਊਂਗਾ, ਉਹਨਾਂ ਤੇ ਤਰਸ ਕਰੂੰਗਾ। ਸੱਚੀ ਪਰਮੇਸ਼ਰ ਬਹੁਤ ਤਰਸ ਵਾਲਾ ਹੈ, ਬਹੁਤ ਰਹਿਮ ਵਾਲਾ ਹੈ। ਸਾਨੂੰ ਇਸ ਕਰਕੇ ਇਸ ਵੇਲੇ ਅਸੀਂ ਵੀ ਉਹਦੇ ਕੋਲ ਆ ਸਕਦੇ ਹਾਂ, ਸਾਡੇ ਤੇ ਵੀ ਉਹ ਤਰਸ ਕਰ ਦਊਗਾ, ਸਾਨੂੰ ਵੀ ਉਹ ਮਾਫ ਕਰ ਦਊਗਾ ਜੇ ਅਸੀਂ ਆਪਣੇ ਪਾਪ ਮੰਨਣ ਵਾਲੇ ਹਾਂ, ਜੇ ਅਸੀਂ ਇਕਰਾਰ ਕਰਨ ਵਾਲੇ ਹਾਂ। ਜੇ ਸਾਡੇ ਖਿਆਲ ਦੇ ਵਿੱਚ ਅਸੀਂ ਗਲਤੀ ਕੀਤੀ ਸੀਗੀ ਬਟ ਵੀ ਗੋਟ ਅਵੇ ਵਿਦ ਇਟ, ਪਰ ਕਿਸੇ ਨੂੰ ਪਤਾ ਨਹੀਂ ਲੱਗਾ, ਅਸੀਂ ਤਾਂ ਜੀ ਉਦੋਂ ਲੰਘ ਗਏ ਆ, ਓਕੇ, ਫਿਰ ਤੁਸੀਂ ਹਾਲੇ ਸਜ਼ਾ ਆਉਣੀ ਆ। ਮੈਂ ਕਈ ਵਾਰੀ ਕਹਿੰਦਾ ਹੁੰਦਾ ਬਈ ਤੁਸੀਂ ਵੀ ਨਿਊਜ਼ ਵਿੱਚ ਪੜ੍ਹਦੇ ਹੋ, ਸਪੈਸ਼ਲੀ ਇੱਥੇ ਇੰਗਲੈਂਡ ਦੇ ਵਿੱਚ ਅਸੀਂ ਦੇਖਦੇ ਹੁੰਦੇ ਕਈ ਵਾਰੀ, ਕਈ ਜਿਹੜੀ ਕਿਸੇ ਨੇ ਕੋਈ ਖੂਨ ਕੀਤਾ ਹੁੰਦਾ ਬੱਚੇ ਦਾ ਜਾਂ ਕਿਸੇ ਔਰਤ ਦਾ, ਤੇ ਉਹ ਕੀਤਾ ਸੀ 1970s ਵਿੱਚ ਕੀਤਾ ਸੀ, 50 ਸਾਲ ਪਹਿਲਾਂ ਕੀਤਾ ਸੀਗਾ, ਪਰ ਹੁਣ ਆ ਕੇ ਪਰ ਉਹਨਾਂ ਨੂੰ ਗੌਰਮੈਂਟ ਨੇ ਫੜ ਲਿਆ। ਹੁਣ ਗੌਰਮੈਂਟ ਦੇ ਹੱਥ, ਪੁਲਿਸ ਦੇ ਹੱਥ ਵਿੱਚ ਸਬੂਤ ਆ ਗਿਆ ਤੇ ਉਹਨੂੰ ਜਾ ਕੇ ਅਰੈਸਟ ਕਰ ਲਿਆ। ਉਹਦੇ ਖਿਆਲ ਸੀਗਾ ਬਈ ਕਿਸੇ ਨੂੰ ਪਤਾ ਨਹੀਂ ਲੱਗਾ, ਆਈ ਗਾਟ ਅਵੇ ਵਿਦ ਇਟ, ਓਕੇ, ਪਰ 50 ਸਾਲਾਂ ਬਾਅਦ ਵੀ ਉਹਨੇ ਆ ਕੇ ਕੋਰਟ ਟੋਲਿਆ। ਹੁਣ ਕੀ ਹੋਇਆ? ਹੁਣ ਉਹਨੂੰ ਕੋਰਟ ਵਿੱਚ ਲਿਜਾ ਕੇ ਉਹਨੂੰ ਸਜ਼ਾ ਮਿਲੀ ਆ। ਓਕੇ, ਕਦੇ ਵੀ ਇਹ ਮੁੱਕਦਾ ਨਹੀਂ ਹੈਗਾ। ਜਦੋਂ ਅਸੀਂ ਪਾਪ ਕੀਤਾ ਆ ਉਹਦੀ ਸਜ਼ਾ ਮਿਲਣੀ ਆ। ਇਸ ਦੁਨੀਆ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਬਈ ਸਾਡੇ ਕੋਲ 70 ਜਾਂ 80 ਸਾਲ ਆ ਜਿਹੜੇ ਅਸੀਂ ਇਸ ਜੀਵਨ ਦੇ ਉੱਤੇ, ਹੋ ਸਕਦਾ ਜ਼ਿਆਦਾ ਵੀ ਥੋੜ੍ਹਾ ਜਿਹਾ ਹੋ ਜਾਏ, ਓਕੇ, ਤੇ ਉਸ ਤੋਂ ਬਾਅਦ ਖਾਤਮਾ। ਪਰ ਪਰਮੇਸ਼ਰ ਦੇ ਨਾਲ ਅਸੀਂ ਸਦਾ ਵਾਸਤੇ ਜੀਣਾ ਆ। ਸੋ ਜਦੋਂ ਅਸੀਂ ਇਸ ਦੁਨੀਆ ਛੱਡ ਵੀ ਗਏ, ਜਿਹੜੇ ਅਸੀਂ ਪਾਪ ਕੀਤੇ ਸੀ, ਜਿਹੜੇ ਅਸੀਂ ਗੁਨਾਹ ਕੀਤੇ ਸੀ, ਉਹਦੇ ਮੋਹਰਿਓਂ ਸਜ਼ਾ ਮਿਲਣੀ ਆ। ਉਹ ਸਾਨੂੰ ਉਡੀਕ ਰਿਹਾ ਸਜ਼ਾ। ਇੱਕੋ ਹੀ ਰਸਤਾ ਆ ਜਿੱਥੋਂ ਅਸੀਂ ਉਹ ਤੋਂ ਛੁਟਕਾਰਾ ਪਾ ਸਕਦੇ ਹਾਂ। ਉਹ ਆਪਾਂ ਕਹਾਵਤਾਂ ਦੇ ਵਿੱਚ ਪੜ੍ਹਦੇ ਹਾਂ, ਤੇ ਉਹਦਾ ਚੈਪਟਰ 28 verse 13 ਪੜ੍ਹਾਂਗੇ। ਕਹਾਵਤਾਂ ਜਿਹਨੂੰ ਆਪਾਂ ਪ੍ਰੋਵਰਬਸ ਕਹਿੰਦੇ ਆ, ਉਹਦਾ 28ਵਾਂ ਚੈਪਟਰ ਯਾਨੀ ਕਿ 28 ਚੈਪਟਰ ਤੇ ਉਹਦੀ 13 ਆਇਤ, 13ਵੀਂ ਆਇਤ। ਉੱਥੇ ਇੱਦਾਂ ਲਿਖਿਆ, ਜਿਹੜਾ ਆਪਣੇ ਅਪਰਾਧਾਂ ਨੂੰ ਲੁਕੋ ਲੈਂਦਾ ਹੈ ਉਹ ਸਫਲ ਨਹੀਂ ਹੁੰਦਾ, ਪਰ ਜੋ ਉਹਨਾਂ ਨੂੰ ਮੰਨ ਕੇ ਛੱਡ ਦਿੰਦਾ ਹੈ ਉਹਦੇ ਉੱਤੇ ਰਹਿਮ ਕੀਤਾ ਜਾਵੇਗਾ। ਜਿਹੜਾ ਆਪਣੇ ਪਾਪਾਂ ਨੂੰ ਲੁਕੋ ਲੈਂਦਾ ਆ, ਓਕੇ, ਉਹ ਉੱਥੇ ਹੀ ਰਹਿਣੇ ਆ। ਇੱਕ ਦਿਨ ਉਹਨਾਂ ਨੂੰ ਉਹਦੀ ਸਜ਼ਾ ਮਿਲਣੀ ਆ। ਪਰ ਜਿਹੜਾ ਮੰਨ ਲੈਂਦਾ, ਹਾਂ ਮੈਂ ਗਲਤੀ ਕੀਤੀ ਆ, ਪਰਮੇਸ਼ਰ ਦੇ ਕੋਲ ਜਾਂਦਾ ਆ ਤੇ ਪਰਮੇਸ਼ਰ ਉੱਤੇ ਰਹਿਮ ਕਰ ਲੈਂਦਾ ਹੈ। ਕਰਕੇ ਯਿਸੂ ਮਸੀਹ ਨੇ ਸਾਡੀ ਸਜ਼ਾ ਕ੍ਰੋਸ ਉੱਤੇ ਝੱਲ ਲਈ ਸੀਗੀ। ਉਹਦੇ ਕਾਰਨ ਹੁਣ ਪਰਮੇਸ਼ਰ ਸਾਡੇ ਤੇ ਰਹਿਮ ਕਰ ਸਕਦਾ ਹੈ, ਸਾਨੂੰ ਫ੍ਰੀ ਕਰ ਸਕਦਾ ਹੈ।
ਜੇ ਇਸ ਵੇਲੇ ਤੁਸੀਂ ਫੀਲ ਕਰਦੇ ਆ, ਮੈਂ ਬਹੁਤ ਲੋਕੀ ਦੇਖੇ ਆ, ਕਈ ਵਾਰੀ ਪਹਿਲਾਂ ਅਸੀਂ ਜੋ ਨੌਜਵਾਨ ਹੁੰਦੇ ਆ, ਅਸੀਂ ਲਾਪਰਵਾਹ ਹੁੰਦੇ ਆ, ਤੇ ਅਸੀਂ ਕਹਿੰਦੇ ਹੁੰਦੇ ਵੀ ਕੋਈ ਨਹੀਂ, ਗਲਤੀਆਂ ਹੋ ਜਾਂਦੀਆਂ। ਪਰ ਇੱਕ ਦਿਨ ਫਿਰ ਅਸੀਂ ਦੇਖਣ ਲੱਗਦੇ ਆ ਆਪਣੇ ਜੀਵਨ ਦੇ ਬਾਅਦ, ਜਦੋਂ ਰੂਹ ਆਤਮਾ ਸਾਡੇ ਤੇ ਆਉਂਦਾ ਆ, ਸਾਨੂੰ ਉਹ ਫਿਰ ਸਾਡੀਆਂ ਗਲਤੀਆਂ ਦਿਖਾਉਂਦਾ, ਸਾਡੇ ਪਾਪ ਦਿਖਾਉਂਦਾ ਆ। ਅਸੀਂ ਫਿਰ ਉੱਥੇ ਫੈਸਲਾ ਕਰਨ ਦੀ ਜ਼ਰੂਰਤ ਹੁੰਦੀ ਹੈ। ਜਾਂ ਅਸੀਂ ਕਹਿ ਸਕਦੇ ਹਾਂ ਸਾਰੇ ਇਦਾਂ ਕਰਦੇ ਆ ਜੀ, ਓਕੇ, ਫਿਰ ਸਾਰੇ ਨਰਕਾਂ ਨੂੰ ਜਾ ਰਹੇ ਆ, ਤੁਸੀਂ ਵੀ ਉਹਨਾਂ ਦੇ ਨਾਲ ਹੀ ਚੱਲ ਜਾਣਾ। ਜਾਂ ਅਸੀਂ ਕਹਿ ਸਕਦੇ ਹਾਂ ਹਾਂਜੀ ਅਸੀਂ ਗਲਤੀ ਕੀਤੀ ਆ, ਤੇ ਫਿਰ ਪਰਮੇਸ਼ਰ ਦੇ ਮੂਹਰੇ ਜਾਂਦੇ ਆ ਤੇ ਮਾਫੀ ਮੰਗਦੇ ਆ, ਆਪਣੇ ਪਾਪਾਂ ਦਾ ਇਕਰਾਰ ਕਰਦੇ ਆ ਤੇ ਤੋਬਾ ਕਰਨ ਨੂੰ ਥਰੂ। ਇੱਥੇ ਕੀ ਕਹਿੰਦਾ, ਜੇ ਉਹ ਛੱਡ ਦਿੰਦੇ, ਫਿਰ ਤੋਬਾ ਕਰਨ ਦਾ ਹੀ ਮਤਲਬ ਹੁੰਦਾ, ਪਹਿਲਾਂ ਅਸੀਂ ਇੱਧਰ ਨੂੰ ਜਾਂਦੇ ਆ, ਫਿਰ ਅਸੀਂ ਮੋੜ ਕੇ ਰਿਪੈਂਟ ਕਰਕੇ ਮੁੜ ਕੇ ਫਿਰ ਇੱਧਰ ਨੂੰ ਪਰਮੇਸ਼ਰ ਵੱਲ ਨੂੰ ਜਾਣ ਵਾਲਾ ਪੈਂਦੇ ਆ। ਇਹ ਤੋਬਾ ਹੁੰਦੀ ਹੈ ਜਾਂ ਰਿਪੈਂਟ ਹੁੰਦਾ ਹੈ। ਜੇ ਅੱਜ ਪਰਮੇਸ਼ਰ ਦੇ ਮੂਹਰੇ ਤੁਸੀਂ ਆਪਣੇ ਪਾਪ ਇਕਰਾਰ ਕਰਨਾ ਚਾਹੁੰਦੇ ਆ, ਜੇ ਤੁਸੀਂ ਅੱਜ ਤੋਬਾ ਕਰਨਾ ਚਾਹੁੰਦੇ ਆ, ਪਰਮੇਸ਼ਰ ਤੁਹਾਨੂੰ ਮਾਫ ਕਰਨ ਨੂੰ ਤਿਆਰ ਆ। ਉਹ ਇਦਾਂ ਤੁਹਾਡੇ ਪਾਪ ਮਾਫ ਕਰ ਦੂ ਜਿੱਦਾਂ ਤੁਸੀਂ ਕੀਤੇ ਨਹੀਂ ਹੁੰਦੇ ਹੈਗੇ। ਇਦਾਂ ਹੋ ਜਾਣਗੇ, ਉਹਦਾ ਕੋਈ ਨਾਂ ਨਿਸ਼ਾਨ ਨਹੀਂ ਹੋਗਾ। ਜਿੱਦਾਂ ਕਲੋਸੀਅਨਜ਼ ਦੀ ਕਿਤਾਬ ਵਿੱਚ ਲਿਖਿਆ ਹੈ, ਜੇ ਅਸੀਂ ਮੰਨ ਜਾਵਾਂਗੇ, ਫਿਰ ਪਰਮੇਸ਼ਰ ਇਦਾਂ ਲਾਉਂਦਾ, ਮੇਖ ਦੇ ਨਾਲ ਉਹ ਕ੍ਰਾਸ ਦੇ ਉੱਤੇ ਉਹ ਤੁਹਾਡੇ ਪਾਪ ਜਿੰਨੇ ਵੀ ਲਿਖੇ ਹੁੰਦੇ ਉੱਥੇ ਟੰਗ ਦਿੰਦਾ ਆ। ਉਹਦਾ ਕੀ ਮਤਲਬ, paid on the cross, ਕ੍ਰਾਸ ਦੇ ਉੱਤੇ ਉਹਨਾਂ ਦੀ ਕੀਮਤ ਦੇ ਦਿੱਤੀ ਆ, ਯਿਸੂ ਮਸੀਹ ਦੇ ਦਿੱਤੀ ਆ। ਪਰ ਉਹ ਸਾਨੂੰ ਮਾਫ ਕਰਨ ਨੂੰ ਤਿਆਰ ਆ। ਅੱਜ ਸਾਨੂੰ ਸੋਚਣ ਦੀ ਤਿਆਰ ਆ, ਆਪਣਾ ਰਸਤਾ ਦੇਖਣ ਦੀ ਤਿਆਰ ਆ, ਮੈਂ ਕਿੱਧਰ ਨੂੰ ਜਾ ਰਿਹਾ ਹਾਂ, ਮੈਨੂੰ ਕੁਛ ਕਰਨਾ ਚਾਹੀਦਾ ਆ। ਸਾਨੂੰ ਕੱਲ ਦਾ ਪਤਾ ਨਹੀਂ ਹੈਗਾ ਕੀ ਹੋਣਾ ਆ, ਕੱਲ ਨੂੰ ਹੋ ਸਕਦਾ ਇੱਥੇ ਨਾ ਹੋਈਏ। ਕਈ ਵਾਰੀ ਅਸੀਂ ਐਂ ਠੀਕ ਹੁੰਦੇ ਆ, ਪਰ ਕਿਹਨੂੰ ਪਤਾ ਅਸੀਂ ਕੱਲ ਨੂੰ ਸੁੱਤੇ ਉੱਠਣਾ ਕਿ ਨਹੀਂ, ਕਿ ਕੱਲ ਨੂੰ ਪਤਾ ਜਦੋਂ ਅਸੀਂ ਰੋਡ ਕ੍ਰਾਸ ਕਰਨ ਲੱਗੇ ਬਈ ਅਸੀਂ ਬਚਾਂਗੇ ਕਿ ਨਹੀਂ। ਪਿਛਲੇ ਹਫ਼ਤੇ ਇੱਥੇ ਸਾਡੇ ਰੋਡ ਦੇ ਮੂਹਰੇ ਦੋ ਮੁੰਡੇ ਚੰਗੀਆਂ ਰੇਸਿੰਗ ਕਾਰ ਚਲਾਉਂਦੇ ਸੀਗੇ। ਉਹ ਇੱਕ ਨੂੰ ਓਵਰਟੇਕ ਕਰਨ ਲੱਗਾ ਤੇ ਉਹਨੇ ਦੂਸਰੇ ਪਾਸੇ ਜਿਹੜੀਆਂ ਦੋ ਕਾਰਾਂ ਖੜੀਆਂ ਸੀ ਉਹਨਾਂ ਦੇ ਵਿੱਚ ਜਾ ਕੇ ਉਹਦੀ ਗੱਡੀ ਲੱਗੀ, ਤਾਂ ਉਹ ਕਾਰਾਂ ਦਾ ਕੱਖ ਵੀ ਬਚਿਆ ਨਹੀਂ। ਪਰਮੇਸ਼ਰ ਦੀ ਕਿਰਪਾ ਦੇ ਨਾਲ ਕਾਰਾਂ ਦੇ ਵਿੱਚ ਕੋਈ ਹੈ ਨਹੀਂ ਸੀ, ਉਹ ਬਚ ਗਏ, ਕਰਕੇ ਉਹ ਆਪਣੇ ਘਰ ਸੀ, ਕੁੱਦੇ ਕਾਰਾਂ ਮੂਹਰੇ ਖੜੀਆਂ ਕੀਤੀਆਂ ਸੀ। ਜੇ ਵਿੱਚ ਹੁੰਦੇ ਤਾਂ ਉਹਨੇ ਵੀ ਨਹੀਂ ਬਚਣਾ ਸੀਗਾ। ਆਪਾਂ ਕੀ ਕਹਿੰਦੇ ਆ, ਕਿਸੇ ਨੂੰ ਕੱਲ ਦਾ ਪਤਾ ਨਹੀਂ ਹੈਗਾ। ਕਿਹਨੂੰ ਕੌਣ ਕਹਿ ਸਕਦਾ ਬਈ ਏਦਾਂ ਜਾ ਕੇ ਕਾਰਾਂ ਲੱਗਣੀਆਂ ਤਾਂ ਉਹ ਬਚਣੀਆਂ ਨਹੀਂ ਹੈਗੀਆਂ। ਸਾਡਾ ਵੀ ਨਹੀਂ ਕੋਈ ਵੀ ਪਤਾ ਹੁੰਦਾ ਹੈਗਾ, ਕੱਲ ਨੂੰ ਪਤਾ ਨਹੀਂ ਕਰਿਆ, ਅਸੀਂ ਕੋਈ ਗਲਤੀ ਵੀ ਨਹੀਂ ਕੀਤੀ ਹੈਗੀ, ਪਰ ਫੇਰ ਵੀ ਸਾਡਾ ਫਿਨਿਸ਼ ਹੋ ਸਕਦਾ ਹੈ, ਸਾਡਾ ਟਾਈਮ ਮੁੱਕ ਸਕਦਾ ਹੈ। ਇੱਕ ਸਾਹ ਲੈਂਦੇ ਆ, ਜੇ ਸਾਹ ਲੈਣੋਂ ਹਟ ਗਏ ਤਾਂ ਅਸੀਂ ਗਏ। ਸੋ ਸਾਨੂੰ ਸੋਚਣ ਦੀ ਟਾਈਮ ਆ, ਸਾਨੂੰ ਦੇਖਣ ਦੀ ਟਾਈਮ ਆ। ਪਹਿਲਾ ਯਹੂਨਾ ਤੇ ਉਹਦਾ ਪਹਿਲਾ ਚੈਪਟਰ ਤੇ ਉਹਦੀ 8 ਤੇ 9 ਤੇ ਸਿੰਦਰ ਪੜੂਗੀ ਤੇ ਫਿਰ ਆਪਾਂ ਇੱਥੇ ਦੇਖਦੇ ਹਾਂ। ਹਾਂਜੀ, ਇਹ ਯਹੂਨਾ ਦੀ ਪੱਤਰੀ ਆ, ਪਿੱਛੇ ਜਾ ਕੇ ਆ ਨਿਊ ਟੈਸਟਮੈਂਟ ਦੇ ਵਿੱਚ, ਉਹਦਾ ਪਹਿਲਾ ਚੈਪਟਰ, ਪਹਿਲਾ ਹੀ ਯਹੂਨਾ ਤੇ ਉਹਦੀ ਪਹਿਲਾ ਹੀ ਚੈਪਟਰ ਤੇ 8 ਤੇ 9 ਆਇਤ ਆਪਾਂ ਪੜ੍ਹਦੇ ਹਾਂ, 8 and 9। ਜੇ ਆਖੀਏ ਕਿ ਅਸੀਂ ਪਾਪੀ ਨਹੀਂ ਹਾਂ ਤਾਂ ਆਪਣੇ ਆਪ ਨੂੰ ਧੋਖਾ ਦਿੰਦੇ ਹਾਂ ਅਤੇ ਸੱਚਾਈ ਸਾਡੇ ਵਿੱਚ ਹੈ ਨਹੀਂ। ਜੇ ਅਸੀਂ ਆਪਣੀਆਂ ਪਾਪਾਂ ਦਾ ਇਕਰਾਰ ਕਰੀਏ ਤਾਂ ਉਹ ਵਫਾਦਾਰ ਅਤੇ ਧਰਮੀ ਹੈ ਵੀ ਸਾਡੇ ਪਾਪਾਂ ਨੂੰ ਮਾਫ ਕਰੇ ਅਤੇ ਸਾਨੂੰ ਸਾਰੇ ਕੁਧਰਮ ਤੋਂ ਸ਼ੁੱਧ ਕਰੇ। ਆਮੀਨ। ਆਮੀਨ। ਇੱਕ ਵਾਰੀ ਜਦੋਂ ਪਹਿਲਾਂ ਜੀਸਸ ਨੂੰ ਪਾਇਆ, ਮੈਂ ਉਦੋਂ 21-22 ਸਾਲਾਂ ਦਾ ਸੀਗਾ, ਤੇ ਮੈਂ ਕਰਕੇ ਬਹੁਤ ਐਕਸਾਈਟਿਡ ਸੀ। ਮੈਂ ਚਾਹੁੰਦਾ ਸਾਰੇ ਬਚ ਜਾਣ, ਸਾਰਿਆਂ ਦੇ ਪਾਪ ਮਾਫ ਹੋ ਜਾਣ, ਸਾਰੇ ਸਵਰਗਾਂ ਨੂੰ ਜਾਣ ਵਾਲੇ ਹੋਣ। ਸਪੈਸ਼ਲੀ ਜਿਹੜੇ ਆਪਣੇ ਰਿਸ਼ਤੇਦਾਰ ਹੁੰਦੇ, ਜਿਹੜੇ ਬਹੁਤ ਕਲੋਜ਼ ਰਿਲੇਸ਼ਨਸ਼ਿਪ ਹੁੰਦੇ, ਆਪਾਂ ਕਹਿੰਦੇ ਕੋਈ ਵੀ ਨਰਕਾਂ ਨਾ ਜਾਵੇ, ਸਵਰਗਾਂ ਨੂੰ ਜਾਣ। ਸੋ ਮੈਂ ਆਪਣੀ ਮਮ ਨੂੰ ਦੱਸਦਾ ਹਾਂ, ਮੈਂ ਉਹਨੂੰ ਕਹਿੰਦਾ ਬੀਬੀ ਜੇ ਤੂੰ ਹੁਣ ਤੋਬਾ ਕਰ ਲਈ, ਆਪਣੇ ਪਾਪਾਂ ਦਾ ਇਕਰਾਰ ਕਰ ਲਿਆ ਤੇ ਯਿਸੂ ਮਸੀਹ ਨੂੰ ਆਪਣੇ ਦਿਲ ਵਿੱਚ ਸੱਦ ਲਿਆ ਤੇ ਤੇਰੇ ਪਾਪ ਮਾਫ ਹੋ ਜਾਣੇ, ਤੇ ਸਵਰਗਾਂ ਨੂੰ ਜਾਣ ਵਾਲੀ ਹੋਣਾ। ਉਹ ਕਹਿੰਦੀ ਸ਼ਿੰਦੇ ਮੈਂ ਤਾਂ ਪਾਪ ਕੀਤੇ ਹੀ ਨਹੀਂ, ਮੈਂ ਤਾਂ ਕਦੇ ਜੇ ਕੋਈ ਮੰਗਣ ਵਾਲਾ ਆਉਂਦਾ ਸੀ ਉਹਨੂੰ ਖਾਲੀ ਨਹੀਂ ਮੋੜਦੀ ਸੀ, ਕੋਈ ਦੇ ਕੇ ਮੋੜਦੀ ਸੀ।
ਹੋ ਸਕਦਾ ਤੁਸੀਂ ਵੀ ਇਸ ਵੇਲੇ ਸੋਚਦੇ ਹੋਵੋ ਬਈ ਤੁਸੀਂ ਕਦੇ ਪਾਪ ਨਹੀਂ ਕੀਤੇ ਹੈਗੇ, ਹਮ, ਪਰ ਬਾਈਬਲ ਸਾਨੂੰ ਦੱਸਦੀ ਆ ਬਈ ਅਸੀਂ ਸਾਰੇ ਪਾਪੀ ਹਾਂ। ਇੱਥੇ ਉਹ ਲਿਖਦਾ ਆ, ਜੇ ਅਸੀਂ ਆਪਣੇ ਪਾਪਾਂ ਦਾ ਇਕਰਾਰ ਕਰਾਂਗੇ ਫੇਰ ਮਾਫੀ ਮਿਲਣੀ ਆ। amen, ਪਹਿਲਾਂ ਸਾਨੂੰ ਮੰਨਣ ਦੀ ਜ਼ਰੂਰਤ ਆ। ਹਮ, ਜੇ ਅਸੀਂ ਕਵਾਂਗੇ ਅਸੀਂ ਨਹੀਂ ਕੀਤਾ ਹੈਗਾ, ਅਸੀਂ ਆਪਣੇ ਆਪ ਨੂੰ ਧੋਖਾ ਦਿੰਦੇ ਹਾਂ। ਹਮ, ਸੋ ਮੈਂ ਖੁਸ਼ੀ ਨਾਲ ਕਹਿ ਸਕਦਾ ਹਾਂ, ਇੱਕ ਦਿਨ ਮੇਰੀ ਮਮ ਨੇ ਦੇਖ ਲਿਆ ਵੀ ਉਹ ਪਾਪਣ ਆ, ਤੇ ਉਹਨੇ ਜੀਸਸ ਨੂੰ ਪਾ ਲਿਆ, praise ਤੇ the ਉਹਨੇ Lord. ਮੁਕਤੀ ਪਾ ਲਈ। Yeah, ਮੈਂ ਤੁਹਾਡੇ ਬਾਰੇ ਵੀ ਇਦਾਂ ਹੀ ਕਹਿਣਾ ਚਾਹੁੰਦਾ ਹਾਂ ਬਈ ਤੁਸੀਂ ਵੀ ਅੱਜ ਆਪਣੇ ਪਾਪਾਂ ਨੂੰ ਪਛਾਣ ਸਕਦੇ ਆ ਤੇ ਪਰਮੇਸ਼ਰ ਦੇ ਕੋਲੋਂ ਮਾਫੀ ਮੰਗ ਸਕਦੇ ਆ। ਤੁਸੀਂ ਕਹਿ ਸਕਦੇ ਆ, ਪਰਮੇਸ਼ਰ ਜੀ, ਯਿਸੂ ਮਸੀਹ ਨੇ ਮੇਰੇ ਪਾਪ ਕ੍ਰਾਸ ਉੱਤੇ ਚੱਕ ਲਏ ਸੀ, ਹੁਣ ਮੈਨੂੰ ਵੀ ਮਾਫ ਕਰ ਦਿਓ, ਮੈਨੂੰ ਆਪਣਾ ਬੇਟੇ ਬੇਟੀਆਂ ਬਣਾ ਲਓ। ਅੱਜ ਸਾਡੇ ਵਾਸਤੇ ਇਨਵੀਟੇਸ਼ਨ ਆ, ਇੱਕ ਸੱਦਾ ਆ। ਅੱਜ ਅਸੀਂ ਉਹਨੂੰ ਸੱਦ ਸਕਦੇ ਹਾਂ। ਅੱਜ ਸਾਨੂੰ ਉਹ ਆਜ਼ਾਦ ਕਰ ਸਕਦਾ ਪਾਪਾਂ ਤੋਂ, ਪਰ ਫੈਸਲਾ ਸਾਡੇ ਹੱਥ ਵਿੱਚ ਹੈ। ਇੱਕ ਆਪਾਂ ਆਇਤ ਹੋਰ ਪੜ੍ਹਾਂਗੇ, ਫਿਰ ਇਹਦੇ ਨਾਲ ਆਪਾਂ ਬੰਦ ਕਰ ਦੇਣਾ, ਪਰ ਜ਼ਰੂਰ ਇਹਦੇ ਬਾਰੇ ਸੋਚਣਾ ਹੈ, ਕਰਕੇ ਆਪਾਂ ਅਖੀਰਲੇ ਟਾਈਮਾਂ ਦੇ ਵਿੱਚ ਹਾਂ ਤੇ ਸਾਨੂੰ ਤਿਆਰ ਰਹਿਣ ਦੀ ਜ਼ਰੂਰਤ ਹੈ। ਸਾਨੂੰ ਇਸ ਵੇਲੇ ਆਪਣੇ ਜੀਵਨ ਰੱਖਣ ਦੀ, ਤਿਆਰ ਰੱਖਣ ਦੀ ਜ਼ਰੂਰਤ ਹੈ। ਹੋ ਸਕਦਾ ਤੁਸੀਂ ਇੱਕ ਦਿਨ ਪਰਮੇਸ਼ਰ ਨਾਲ ਚੱਲਦੇ ਸੀਗੇ, ਪਰ ਹੁਣ ਜਿਹਨੂੰ ਕਹਿੰਦੇ ਬੈਕਸਲਾਈਡਨ ਹੋਏ ਆ, ਪਰਮੇਸ਼ਰ ਤੋਂ ਦੂਰ ਹੋਏ ਆ, ਤੁਸੀਂ ਵੀ ਆਪਣਾ ਜੀਵਨ ਅੱਜ ਸਹੀ ਕਰ ਸਕਦੇ ਆ। ਅਸੀਂ ਜਿੱਦਾਂ ਸੁਰਿੰਦਰ ਅੱਗੇ ਕਹਿੰਦੀ, ਹੋ ਸਕਦਾ ਠੰਡੇ ਹੋਏ ਹੋ, ਅਸੀਂ ਅੱਜ ਵੀ ਆਪਣੇ ਆਪ ਨੂੰ ਮੁੜ ਕੇ ਫੇਰ ਪਰਮੇਸ਼ਰ ਦੇ ਨਾਲ ਠੀਕ ਕਰ ਸਕਦੇ ਹਾਂ, yeah, ਫੇਰ ਮੁੜ ਕੇ ਗਰਮ ਹੋ ਸਕਦੇ ਹਾਂ। ਕਰਕੇ ਜਦੋਂ ਆਪਾਂ ਬਾਈਬਲ ਪੜ੍ਹ ਕੇ ਦੇਖਦੇ ਹਾਂ, ਬਾਈਬਲ ਦੱਸਦੀ ਆ, ਉਹ ਆਪਾਂ ਨੂੰ ਸਟੋਰੀ ਦੱਸਦੀ ਆ 10 ਕੁਆਰੀਆਂ ਦੇ ਵਿੱਚੋਂ, ਤੇ ਉਹ ਸਾਰੇ ਮੰਨਣ ਵਾਲੇ ਸੀ ਪਰਮੇਸ਼ਰ ਨੂੰ, ਪਰਮੇਸ਼ਰ ਨਾਲ ਚੱਲਣ ਵਾਲੇ ਸੀਗੇ 10 ਹੀ, ਪਰ ਕੀ ਹੋਇਆ, 7 ਸੁਸਤ ਹੋ ਗਏ। 5, ਐਬਸੋਲੂਟਲੀ ਰਾਈਟ, 5 ਸੁਸਤ ਹੋ ਗਏ ਤੇ 5 ਜਾਗਦੇ ਰਹੇ। 5 ਨੇ ਆਪਣਾ ਤੇਲ ਮੁੱਕਣ ਨਹੀਂ ਦਿੱਤਾ, 5 ਨੇ ਆਪਣਾ ਤੇਲ ਮੁਕਾ ਲਿਆ। ਹੋ ਸਕਦਾ ਤੁਸੀਂ ਹੁਣ ਉਹਨਾਂ 5 ਦੇ ਵਿੱਚੋਂ ਹੋਵੋ। ਲਾਕਡਾਊਨ ਦੇ ਵਿੱਚ ਤੁਸੀਂ ਸੁਸਤ ਹੋ ਗਏ ਆ। ਲਾਕਡਾਊਨ ਦੇ ਵਿੱਚ ਤੁਸੀਂ ਚਰਚ ਨੂੰ ਨਹੀਂ ਗਏ, ਤੁਸੀਂ ਬਾਈਬਲ ਸਟੱਡੀ ਦੇ ਵਿੱਚ ਹਿੱਸਾ ਨਹੀਂ ਲਿਆ, ਤੁਸੀਂ ਪ੍ਰਾਰਥਨਾ ਦੇ ਵਿੱਚ ਹਿੱਸਾ ਨਹੀਂ ਲਿਆ ਹੈਗਾ। ਜਾਗੋ, ਅੱਜ ਮੁੜ ਕੇ ਫੇਰ ਪਰਮੇਸ਼ਰ ਦੇ ਲਾਗੇ ਆ ਜਾਓ। ਸਾਨੂੰ ਪਤਾ ਨਹੀਂ ਮੌਕਾ ਕਿੰਨਾ, ਘੜੀ ਕਿੰਨੀ ਲਾਗੇ ਆ। ਸੋ ਜ਼ਰੂਰ ਅੱਜ ਸਾਨੂੰ ਪਰਮੇਸ਼ਰ ਦੇ ਕੋਲ ਮੁੜ ਕੇ ਫੇਰ ਸੋਚਣ ਦੀ, ਮੁੜ ਕੇ ਫੇਰ ਹੋਣ ਦੀ ਜ਼ਰੂਰਤ ਆ। yeah. ਦੂਸਰਾ ਪਤਰਸ ਉਹਦਾ 3 ਚੈਪਟਰ ਤੇ ਉਹਦੀ 9ਵੀਂ ਆਇਤ ਆਪਾਂ ਪੜਾਂਗੇ। ਹਾਂਜੀ, ਇਹ ਵੀ ਨਿਊ ਟੈਸਟਮੈਂਟ ਦੇ ਅਖੀਰ ਤੇ ਹੀ ਆ। ਦੂਸਰਾ ਪਤਰਸ ਜਿਹਨੂੰ ਸੈਕਿੰਡ ਪੀਟਰ ਕਹਿ ਦਿੰਦੇ ਆ, ਤੇ ਉਹਦਾ 3rd ਚੈਪਟਰ ਤੇ ਵਰਸ 9। ਇੱਥੇ ਇੱਦਾਂ ਲਿਖਿਆ ਹੈ, ਪ੍ਰਭੂ ਆਪਣੇ ਵਾਅਦੇ ਦਾ ਮੱਠਾ ਨਹੀਂ, ਜਿਵੇਂ ਕਿੰਨੇ ਹੀ ਮੱਠੇ ਦਾ ਭਰਮ ਕਰਦੇ ਹਨ, ਪਰ ਉਹ ਤੁਹਾਡੇ ਨਾਲ ਧੀਰਜ ਕਰਦਾ ਹੈ, ਕਿ ਉਹ ਜੋ ਨਹੀਂ ਚਾਹੁੰਦਾ ਵੀ ਕਿਸੇ ਦਾ ਵੀ ਨਾਸ਼ ਹੋਵੇ, ਸਗੋਂ ਸਭੇ ਤੋਬਾ ਵੱਲ ਮੁੜਨ। ਆਮੇਨ। ਪਰਮੇਸ਼ਰ ਆਪਣੇ ਜਿਹੜੇ ਵਾਅਦੇ ਕੀਤੇ ਉਹਨਾਂ ਦਾ ਮੱਠਾ ਨਹੀਂ ਹੈਗਾ। ਉਹਦਾ ਕੀ ਮਤਲਬ, ਉਹ ਸਲੋ ਨਹੀਂ ਹੈਗਾ ਉਹ ਕਰਨ ਨੂੰ, ਪਰ ਸਾਨੂੰ ਮੌਕਾ ਦਿੰਦਾ ਆ। ਕਹਿੰਦਾ ਹੱਲੇ ਵੀ ਤੋਬਾ ਕਰ ਲਓ। ਹੋ ਸਕਦਾ ਇਸ ਵੇਲੇ ਤੁਸੀਂ ਬਹੁਤ ਦੁੱਖ ਤਕਲੀਫ ਵਿੱਚ ਦੀ ਜਾ ਰਹੇ ਆ। ਉਹ ਹੋ ਸਕਦਾ ਇਸ ਵੇਲੇ ਤੇ ਤੁਸੀਂ ਤੁਹਾਨੂੰ ਪਤਾ ਨਹੀਂ ਹੈਗਾ ਵੀ ਕਿੰਨਾ ਟਾਈਮ ਲੱਗ ਗਿਆ, ਜਾਂ ਤੁਸੀਂ ਸੋਚਦੇ ਹੋਵੋ ਬਈ ਆਈ ਗੋਟ ਅਵੇ ਵਿਦ ਇਟ ਮੈਨੀ ਟਾਈਮਸ, ਮੈਂ ਬਹੁਤ ਵਾਰੀ ਗਲਤੀਆਂ ਕੀਤੀਆਂ ਪਰ ਕੁਛ ਹੁੰਦਾ ਤਾਂ ਹੈ ਨਹੀਂਗਾ। ਓਕੇ, ਪਰ ਪਰਮੇਸ਼ਰ ਤੁਹਾਨੂੰ ਇੱਕ ਚਾਂਸ ਦਿੰਦਾ ਆ, ਤੁਹਾਨੂੰ ਇੱਕ ਮੌਕਾ ਦਿੰਦਾ ਵੀ ਤੁਸੀਂ ਤੋਬਾ ਕਰ ਲਓ। ਹੋ ਸਕਦਾ ਤੁਹਾਨੂੰ ਬਹੁਤ ਵਾਰੀ ਉਹਨੇ ਐਕਸੀਡੈਂਟਾਂ ਤੋਂ ਬਚਾਇਆ ਹੋਵੇ, ਹੋ ਸਕਦਾ ਹੁਣ ਤੁਹਾਨੂੰ ਬਹੁਤ ਵਾਰੀ ਮੌਤ ਦੇ ਕੰਢੇ ਚੋਂ ਮੋੜ ਕੇ ਲਿਆਂਦਾ ਹੋਵੇ। ਕਾਹਤੇ? ਉਹ ਚਾਹੁੰਦਾ ਸੀ ਇੱਦਾਂ ਹੀ ਤੁਸੀਂ ਮਰ ਕੇ ਨਰਕਾਂ ਨੂੰ ਨਾ ਚੱਲ ਜਾਓ, ਉਹ ਤੁਹਾਨੂੰ ਫੇਰ ਵੀ ਬਚਾਉਣਾ ਚਾਹੁੰਦਾ ਹੈ। ਸੱਚੀ, ਜੇ ਤੁਸੀਂ ਮੇਰੇ ਅੱਗੇ ਆ, ਮੈਨੂੰ ਪਰਮੇਸ਼ਰ ਨੇ ਕਈ ਵਾਰੀ ਮੌਤ ਦੇ ਕੰਢੇ ਤੋਂ ਮੋੜ ਕੇ ਲਿਆਂਦਾ। ਪਹਿਲਾਂ ਮੈਂ ਇੱਕ ਗਰੁੱਪ ਦੇ ਨਾਲ ਹੁੰਦਾ ਸੀ, ਜਦੋਂ ਯਿਸੂ ਮਸੀਹ ਨੂੰ ਨਹੀਂ ਜਾਣਦਾ ਹੁੰਦਾ ਸੀ, ਤੇ ਅਸੀਂ ਲੋਕਾਂ ਦੇ ਨਾਲ ਲੜਾਈਆਂ ਕਰਦੇ ਹੁੰਦੇ ਸੀ। ਸਾਨੂੰ ਜੇ ਕਿਸੇ ਨੇ ਕਹਿਣਾ ਵੀ ਫਲਾਣੇ ਨੂੰ ਕੁੱਟ ਮਾਰਿਆ, ਉਹ ਅਸੀਂ ਇਹ ਸਾਡਾ ਕੰਮ ਸੀਗਾ, ਉਹਨਾਂ ਨੂੰ ਕੁੱਟ ਮਾਰ ਕੇ ਆਉਂਦੇ ਹੁੰਦੇ ਸੀ।
ਪਰ ਸੱਚ ਫੇਰ ਕੀ ਪਤਾ ਕੀ ਹੋਇਆ, ਜਿਹੜੇ ਮੇਰੇ ਲੀਡਰ ਸੀਗੇ, ਓਕੇ, ਮੈਂ ਤਾਂ ਇੱਕ ਛੋਟਾ ਜਿਹਾ ਮੈਂਬਰ ਹੀ ਸੀ ਵਿੱਚ ਉਹਨਾਂ ਦੇ ਗਰੁੱਪ ਦੇ ਵਿੱਚ, ਪਰ ਜਿਹੜੇ ਸਾਡੇ ਲੀਡਰ ਸੀਗੇ ਦੋ, ਉਹ ਇੱਕ 50 ਸਾਲਾਂ ਦਾ ਵੀ ਨਹੀਂ ਹੋਇਆ ਜਦੋਂ ਉਹ ਸ਼ਰਾਬ ਪੀ ਪੀ ਕੇ ਮਰ ਗਿਆ। ਕਈ ਵਾਰੀ ਜੇਲ੍ਹ ਨੂੰ ਵੀ ਗਿਆ, ਅਖੀਰ ਦੇ ਵਿੱਚ ਸ਼ਰਾਬ ਪੀ ਪੀ ਕੇ ਮਰ ਗਿਆ। ਜੇ ਮੈਂ ਉਹਨਾਂ ਦੇ ਨਾਲ ਹੁੰਦਾ ਤੇ ਮੈਂ ਵੀ ਉੱਦਾਂ ਦੇ ਕੰਮਾਂ ਦੇ ਵਿੱਚ ਮੇਰੀ ਵੀ ਇੱਦਾਂ ਹੀ ਕੁਛ ਹੋਇਆ ਹੋਣਾ ਸੀ। ਦੂਸਰਾ ਜਿਹੜਾ ਲੀਡਰ ਸੀਗਾ ਉਹ ਵੀ 50 ਦੇ ਲਾਗੇ ਸਾਗੇ ਸੀਗਾ ਹੱਲੇ, ਤੇ ਉਹ ਗੱਡੀ ਚਲਾਉਂਦਾ, ਸ਼ਰਾਬ ਬਹੁਤ ਪੀਤੀ ਆ, ਤੇ ਉਹਨੇ ਬਹੁਤ ਵੱਡਾ ਐਕਸੀਡੈਂਟ ਕਰ ਲਿਆ, ਜਿਹਦੀ ਉਹਦੇ ਵਿੱਚ ਹੀ ਉਹਦੀ ਮੌਤ ਹੋ ਗਈ। ਸੋ ਮੈਂ ਦੇਖਦਾ ਹਾਂ, ਜੇ ਮੈਂ ਉਸ ਗੈਂਗ ਦੇ ਵਿੱਚ ਹੱਲੇ ਵੀ ਹੁੰਦਾ ਤੇ ਮੇਰੀ ਹੁਣ ਨੂੰ ਮੌਤ ਹੋਈ ਹੋਣੀ ਸੀ। ਪਰ ਕੀ ਹੋਇਆ, ਪਰਮੇਸ਼ਰ ਨੇ ਕਿਰਪਾ ਕੀਤੀ, ਮੇਰੀਆਂ ਅੱਖਾਂ ਖੋਲ ਦਿੱਤੀਆਂ। ਜਿੱਦਾਂ ਮੈਂ ਤੁਹਾਨੂੰ ਹੁਣ ਦੱਸ ਰਿਹਾ ਹਾਂ, ਮੈਨੂੰ ਕਿਸੇ ਨੇ ਦੱਸਿਆ ਵੀ ਮੇਰੇ ਪਾਪਾਂ ਦੀ ਮਾਫੀ ਮਿਲ ਸਕਦੀ ਆ, ਪਰ ਮੈਨੂੰ ਕੁਛ ਕਰਨ ਦੀ ਜ਼ਰੂਰਤ ਹੈ, ਮੈਨੂੰ ਪ੍ਰਾਰਥਨਾ ਕਰਨ ਦੀ ਜ਼ਰੂਰਤ ਹੈ। ਮੈਂ ਤੁਹਾਨੂੰ ਵੀ ਹੁਣ ਦੱਸ ਰਿਹਾ ਹਾਂ, ਤੁਹਾਨੂੰ ਵੀ ਪ੍ਰਾਰਥਨਾ ਕਰਨ ਦੀ ਜ਼ਰੂਰਤ ਹੈ। ਤੁਹਾਨੂੰ ਪਤਾ ਨਹੀਂ ਮੌਤ ਕਿੰਨੀ ਲਾਗੇ ਆ, ਤੁਹਾਨੂੰ ਪਤਾ ਨਹੀਂ ਐਕਸੀਡੈਂਟ ਕਿੰਨਾ ਲਾਗੇ ਆ, ਤੁਹਾਨੂੰ ਪਤਾ ਨਹੀਂ ਹੈਗਾ ਪਰਮੇਸ਼ਰ ਤੁਹਾਨੂੰ ਉਸ ਰਾਸਤੇ ਤੋਂ ਦੂਸਰੇ ਰਾਸਤੇ ਵਿੱਚ ਲਿਆਉਣਾ ਚਾਹੁੰਦਾ, ਕਰਕੇ ਇੱਧਰ ਤਫਾਹ ਹੋਈ ਜਾਣਾ, ਇੱਧਰ ਖਾਤਮਾ ਹੋਣ ਵਾਲਾ ਆ, ਇੱਧਰਲੇ ਪਾਸੇ ਉਹ ਤੁਹਾਨੂੰ ਬਚਾ ਸਕਦਾ ਆ, ਜਿੱਥੇ ਤੁਹਾਨੂੰ ਆਪਣੀਆਂ ਬਰਕਤਾਂ ਦੇ ਸਕਦਾ ਆ। ਇਸ ਕਰਕੇ ਉਹ ਤੁਹਾਨੂੰ ਮੋੜਨਾ ਚਾਹੁੰਦਾ ਆ। ਅੱਜ ਫੈਸਲਾ ਕਰਨ ਦੀ ਜ਼ਰੂਰਤ ਆ। ਦੋ ਚੀਜ਼ਾਂ ਸਿੰਧੂ ਬੋਲੂਗੀ, ਮੈਂ ਫਿਰ ਪ੍ਰੇ ਕਰੂੰਗਾ। ਜੇ ਤੁਸੀਂ ਪ੍ਰਾਰਥਨਾ ਕਰਨ ਨੂੰ ਤਿਆਰ ਆ, ਆਪਣਾ ਜੀਵਨ ਸਹੀ ਰਾਸਤੇ ਤੇ ਲਿਆਉਣ ਨੂੰ ਤਿਆਰ ਆ, ਮੈਂ ਤੁਹਾਡੇ ਨਾਲ ਪ੍ਰੇ ਕਰੂੰਗਾ ਤੇ ਤੁਸੀਂ ਵੀ ਬੋਰਨ ਅਗੇਨ ਹੋ ਜਾਓਗੇ, ਤੁਸੀਂ ਵੀ ਦੂਸਰਾ ਜਨਮ ਪਾ ਲਓਗੇ, ਤੇ ਪਰਮੇਸ਼ਰ ਤੁਹਾਨੂੰ ਵੀ ਮਾਫ ਕਰ ਦੂਗਾ। ਉਹ ਤੁਹਾਨੂੰ ਆਪਣੇ ਬੇਟੇ ਬੇਟੀਆਂ ਬਣਾ ਲਊਗਾ, ਸਹੀ ਰਾਸਤੇ ਵਿੱਚ ਲੈ ਆਊਗਾ। ਤੇ ਆਪਾਂ ਜ਼ਰੂਰ ਮਗਰੋਂ ਮੇਰੇ ਨਾਲ ਪ੍ਰਾਰਥਨਾ ਕਰਨੀ, ਫਿਰ ਆਪਾਂ ਉਹਨਾਂ ਵਾਸਤੇ ਪ੍ਰੇ ਕਰਾਂਗੇ ਜਿਨ੍ਹਾਂ ਨੂੰ ਕੋਈ ਮਿਰਕਲ ਦੀ ਲੋੜ ਹੈ। ਰੋਜ਼ ਅਸੀਂ ਦੇਖਦੇ ਹਾਂ, ਰੋਜ਼ ਲੋਕਾਂ ਦੇ ਸੁਨੇਹੇ ਆਉਂਦੇ ਜਿਹੜੇ ਦੱਸਦੇ ਆ ਵੀ ਉਹਨਾਂ ਵਾਸਤੇ ਪ੍ਰੇ ਕੀਤੀ ਗਈ ਸੀ, ਹੁਣ ਉਹਨਾਂ ਵਾਸਤੇ ਆਹ ਮਿਰਕਲ ਹੋਈ ਆ। ਕਈਆਂ ਨੂੰ ਕੈਂਸਰ ਤੋਂ ਫ੍ਰੀ ਹੋ ਗਿਆ। ਇੱਕ ਬੱਚਾ ਸੀ ਜਿਹਨੂੰ ਜਵਾਬ ਦਿੱਤਾ ਸੀ ਪਰਮੇਸ਼ਰ ਨੇ, ਡਾਕਟਰਾਂ ਨੇ ਹਸਪੀਟਲ ਵਿੱਚ ਜਵਾਬ ਦਿੱਤਾ ਸੀ, ਕਹਿੰਦੇ ਬਚਣਾ ਨਹੀਂ ਹੈਗਾ। ਪਰ ਜਦੋਂ ਪਰਮੇਸ਼ਰ ਦੇ ਲੋਕਾਂ ਨੇ ਪ੍ਰਾਰਥਨਾ ਕੀਤੀ ਤੇ ਕੀ ਹੋਇਆ, ਤੇ ਹਫ਼ਤੇ ਤੋਂ ਅੰਦਰ ਦੀ ਮੈਨੂੰ ਦੱਸਦੇ ਆ ਉਹ ਘਰ ਆਇਆ ਤੇ ਉਹ ਠੀਕ ਹੈ। ਹਾਂ, ਪਰਮੇਸ਼ਰ ਮਿਰਕਲਸ ਕਰਦਾ ਆ। ਅਸੀਂ ਤੁਹਾਡੇ ਵਾਸਤੇ ਵੀ ਪ੍ਰੇ ਕਰਾਂਗੇ, ਤੇ ਪਰਮੇਸ਼ਰ ਜਿਹੜੀ ਤੁਹਾਨੂੰ ਮਿਰਕਲ ਦੀ ਲੋੜ ਆ ਉਹ ਵੀ ਤੁਹਾਡੇ ਵਾਸਤੇ ਵੀ ਕਰੂਗਾ। ਹਾਂਜੀ, ਮੈਂ 5 ਮਿੰਟ ਸਿੰਧੂ ਦਿਨਾ, ਫਿਰ ਮੈਂ ਤੁਹਾਡੇ ਵਾਸਤੇ ਪ੍ਰੇ ਕਰੂੰਗਾ। ਹਾਂਜੀ, ਜਿਹੜੀ ਆਪਾਂ ਪੜ੍ਹ ਕੇ ਹਟੇ ਦੂਸਰਾ ਪਤਰਸ ਉਹਦੀ 3 ਚੈਪਟਰ ਤੇ 9ਵੀਂ ਆਇਤ ਵਿੱਚ ਲਿਖਿਆ, ਪ੍ਰਭੂ ਆਪਣੇ ਵਾਅਦੇ ਦਾ ਮੱਠਾ ਨਹੀਂ, ਜਿਵੇਂ ਕਿੰਨੇ ਹੀ ਮੱਠੇ ਦਾ ਭਰਮ ਕਰਦੇ ਹਾਂ, ਪਰ ਉਹ ਤੁਹਾਡੇ ਨਾਲ ਧੀਰਜ ਕਰਦਾ ਆ, ਕਿਉਂ ਜੋ ਨਹੀਂ ਚਾਹੁੰਦਾ ਵੀ ਕਿਸੇ ਦਾ ਨਾਸ਼ ਹੋਵੇ, ਸਗੋਂ ਸਭੇ ਤੋਬਾ ਵੱਲ ਮੁੜਨ। ਆਮੀਨ। ਇੱਥੇ ਪ੍ਰਭੂ ਦੀ ਆਪਾਂ ਦੇਖ ਸਕਦੇ ਕਿ ਬਹੁਤ ਵੱਡੀ ਕਿਰਪਾ ਬਾਰੇ ਕਿਹਾ ਜਾਂਦਾ ਹੈ ਕਿ ਜਦੋਂ ਅਸੀਂ ਆਪਣੇ ਆਪਣੇ ਰਾਹਾਂ ਤੇ ਜਾ ਰਹੇ ਹਾਂ, ਜਦੋਂ ਅਸੀਂ ਪਰਮੇਸ਼ਰ ਵੱਲੋਂ ਮੂੰਹ ਮੋੜਿਆ ਆ, ਆਪਣੀ ਪਾਪੀ ਵਾਲੀ ਜ਼ਿੰਦਗੀ ਵਿੱਚ ਗੁਜ਼ਰ ਰਹੇ ਹਾਂ, ਜਾਂ ਅਸੀਂ ਹੋਰ ਆਪਣੇ ਰਾਹਾਂ ਦੇ ਵਿੱਚ ਜਾ ਰਹੇ ਹਾਂ ਜਿਹਨੂੰ ਅਸੀਂ ਪਾਪ ਨਹੀਂ ਸਮਝਦੇ। ਮੇਰੇ ਖਿਆਲ ਪਾਪ ਆ ਜਦੋਂ ਅਸੀਂ ਪਰਮੇਸ਼ਰ ਦੇ ਅਲੱਗ ਹਾਂ, ਕਿਉਂਕਿ ਉਹ ਰਸਤਾ ਨਾਸ਼ ਵੱਲ ਨੂੰ ਜਾ ਰਿਹਾ। ਆਮੀਨ। ਹੋ ਸਕਦਾ ਆ ਤੁਸੀਂ ਇਸ ਜੀਵਨ ਦੇ ਵਿੱਚ ਬੜੀ ਸਫਲਤਾ ਹਾਸਲ ਕਰ ਚੁੱਕੇ ਹੋ, ਹੋ ਸਕਦਾ ਹੈ ਤੁਹਾਡੀ ਜੌਬ ਬਹੁਤ ਚੰਗੀ ਹੋਵੇ, ਹੋ ਸਕਦਾ ਹੈ ਤੁਹਾਡੇ ਬੱਚੇ ਬਹੁਤ ਚੰਗੇ ਹੋਣ, ਹੋ ਸਕਦਾ ਤੁਹਾਡੀ ਫੈਮਿਲੀ ਲਾਈਫ ਚੰਗੀ ਹੋਵੇ, ਤੁਹਾਡੇ ਕੋਲ ਜੌਬ ਚੰਗੀ ਹੋਵੇ, ਪਰ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਪਿਤਾ ਦੇ ਨਾਲ ਸਹੀ ਹੋ। ਇਹ ਤੇ ਉਹਦੀ ਕਿਰਪਾ ਆ ਜੋ ਤੁਸੀਂ ਇਸ ਦੁਨੀਆ ਦੀਆਂ ਬਰਕਤਾਂ ਲੈ ਰਹੇ ਆ। ਪਰ ਪ੍ਰਭੂ ਚਾਹੁੰਦਾ ਆ ਕਿ ਜਿਹੜਾ ਸਦਾ ਦਾ ਜੀਵਨ ਆ ਉਹ ਉਹਦੇ ਨਾਲ ਗੁਜ਼ਾਰਿਆ ਜਾਵੇ, ਉਹ ਨਰਕਾਂ ਵਿੱਚ ਨਾ ਹੋਵੇ। ਯੈਸ, ਕਿਉਂਕਿ ਆ ਜਿੰਨੀਆਂ ਚੀਜ਼ਾਂ ਮੈਂ ਗਿਣੀਆਂ, ਫੈਮਿਲੀ ਦੇ ਪਰਿਵਾਰ, ਇਹ ਸਾਰੇ ਚੰਗੀ ਗੱਲ ਆ, ਸਾਡੀ ਬੜੀ ਹੋਣੀ ਚਾਹੀਦੀ ਆ। ਸਾਡੇ ਚੰਗੇ ਬੱਚੇ ਹੋਣ, ਸਾਨੂੰ ਹੌਸਲਾ ਮਿਲਦਾ, ਸ਼ਾਂਤੀ ਮਿਲਦੀ ਆ, ਚੰਗੀ ਜੌਬ ਹੋਵੇ, ਇਹਦੇ ਵਿੱਚ ਵੀ ਪ੍ਰਭੂ ਦੀ ਕਿਰਪਾ ਆ।
ਮੈਂ ਇਹਨਾਂ ਸਾਰੀਆਂ ਚੀਜ਼ਾਂ ਦੇ ਹੱਕਦਾਰ ਹਾਂ, ਪਰ ਇਹਦੇ ਨਾਲ ਤੁਸੀਂ ਵੀ ਮੇਰੇ ਨਾਲ ਸਹਿਮਤ ਹੋਵੋ ਕਿ ਇੱਕ ਘੜੀ ਦੇ ਵਿੱਚ ਹੀ ਸਭ ਕੁਝ ਬਦਲ ਸਕਦਾ ਹੈ। ਯੈਸ, ਤੇ ਉਸ ਤੋਂ ਬਾਅਦ ਜਿਹੜੀ ਸਾਰਿਆਂ ਨਾਲੋਂ ਚੀਜ਼ ਰਹਿ ਸਕਦੀ ਆ, ਉਹ ਹੈਗੀ ਆ ਪਰਮੇਸ਼ਰ ਦੇ ਨਾਲ ਆਪਣਾ ਰਿਸ਼ਤਾ ਜੋੜਨਾ, ਆਪਣੇ ਇਸ ਜੀਵਨ ਦੇ ਵਿੱਚ ਉਹਦੇ ਨਾਲ ਬਣ ਕੇ ਰਹਿਣਾ। ਤਾਂ ਹੀ ਪਿਤਾ ਪਰਮੇਸ਼ਰ ਜੀ ਬਾਰ-ਬਾਰ ਸਾਨੂੰ ਮੌਕਾ ਦੇ ਰਹੇ ਆ। ਕਈ ਵਾਰੀ ਐਕਸੀਡੈਂਟਾਂ ਤੋਂ ਬਚਾਉਂਦੇ ਆ, ਕੋਈ ਸਾਨੂੰ ਤੁਹਾਨੂੰ ਪਤਾ ਵੀ ਨਹੀਂ ਹੁੰਦਾ। ਕਈ ਵਾਰੀ ਲੋਕ ਇੱਕ ਦੂਜੇ ਨੂੰ ਦੱਸਦੇ ਆ ਸਾਡਾ ਫਰੈਂਡ ਵਾ, ਸਾਡੀ ਫੈਮਿਲੀ ਦੇ ਮੈਂਬਰ ਵਾ, ਤੁਸੀਂ ਉਹਨਾਂ ਲਈ ਪ੍ਰਾਰਥਨਾ ਕਰੋ। ਤੇ ਪ੍ਰਭੂ ਜੀ ਉਹਦੇ ਵਿੱਚ ਤੁਹਾਨੂੰ ਮੌਕਾ ਦਿੰਦੇ ਆ ਤਾਂ ਕਿ ਤੁਸੀਂ ਉਹਦੇ ਵੱਲ ਨੂੰ ਮੁੜਿਆ। ਆਮੀਨ। ਇਹ ਚੀਜ਼ਾਂ ਇੱਕ ਦਿਨ ਜ਼ਰੂਰ ਆ ਨਾਸ਼ ਹੋਣੀਆਂ ਆ, ਚਾਹੇ ਜਿੰਨਾ ਮਰਜ਼ੀ ਧਨ ਹੋਵੇ, ਚਾਹੇ ਜਿੰਨੀ ਮਰਜ਼ੀ ਘਰ ਦੇ ਵਿੱਚ ਸ਼ਾਂਤੀ ਤੇ ਖੁਸ਼ੀ ਹੋਵੇ, ਇਹ ਸਾਰੀਆਂ ਚੀਜ਼ਾਂ ਚੰਗੀਆਂ ਆ ਕਰਕੇ ਇਸ ਜੀਵਨ ਦੇ ਵਿੱਚ ਆਪਾਂ ਰਹਿ ਰਹੇ ਹਾਂ, ਆਮੀਨ। ਪਰ ਇਹ ਨਾਸ਼ ਹੋਣ ਵਾਲੀਆਂ ਆ। ਜੌਬਾਂ ਕਦੀ ਵੀ ਸਾਡੀ ਜੌਬ ਜਾ ਸਕਦੀ ਆ। ਕਰੋਨਾ ਦੇ ਵਿੱਚ ਤੁਸੀਂ ਦੇਖਿਆ ਕਿ ਬਹੁਤ ਸਾਰੇ ਲੋਕ ਉਹਨਾਂ ਨੂੰ ਮਿਲਣ ਤੋਂ ਰੁਕ ਗਏ ਆ Yep. ਤੇ ਜੌਬਾਂ ਚੱਲਦੀਆਂ ਰਹੀਆਂ। ਸੋ ਆਪਾਂ ਨੂੰ ਅੱਜ ਇਸ ਫੈਸਲੇ ਦਾ ਇੰਤਜ਼ਾਰ ਨਹੀਂ ਕਰਨਾ ਚਾਹੀਦਾ, ਪਰ ਕਰ ਲੈਣਾ ਚਾਹੀਦਾ ਆ ਕਿ ਮੈਂ ਆਪਣਾ ਮੂੰਹ ਪਰਮੇਸ਼ਰ ਵੱਲ ਨੂੰ ਮੋੜਨਾ, ਉਹ ਤੋਂ ਬੇਮੁਖ ਨਹੀਂ ਹੋਣਾ, ਤਾਂ ਕਿ ਉਹ ਮੈਨੂੰ ਮਾਫ ਕਰ ਸਕੇ। ਉਹ ਧੀਰਜਵਾਨ ਵਾ, ਉਹ ਆਪਣੀ ਕਿਰਪਾ ਦਿਖਾਉਂਦਾ ਆ। ਜਿੱਦਾਂ ਤੁਸੀਂ ਆਪਣੇ ਬੱਚਿਆਂ ਨਾਲ ਕਈ ਵਾਰੀ ਧੀਰਜ ਕਰਦੇ ਆ, ਅੱਜ ਵੀ ਸੁਧਰ ਜਾਊਗਾ, ਅੱਜ ਵੀ ਸੁਧਰ ਜਾਊਗਾ, ਅੱਜ ਵੀ ਸੁਧਰ ਜਾਊਗਾ। ਕਿ ਪਰਮੇਸ਼ਰ ਦੀ ਇਸ ਉਡੀਕ ਦੇ ਵਿੱਚ ਆ। ਹਾਲੇ ਸਾਡੇ ਬਚਨ ਜਿਹੜੇ ਆ ਕਈ ਵਾਰੀ ਅਸੀਂ ਉਹ ਪੂਰੇ ਨਹੀਂ ਹੁੰਦੇ ਕਿਉਂਕਿ ਉਹ ਫਿੱਕੇ ਹੀ ਆ, ਪਰ ਪਰਮੇਸ਼ਰ ਦਾ ਵਚਨ ਕਦੀ ਟਲਦਾ ਨਹੀਂ। ਜਿੱਦਾਂ ਐਜ਼ੀਕੀਅਲ ਦੇ ਵਿੱਚ ਆਪਾਂ ਪੜ੍ਹਿਆ ਕਿ ਜੋ ਮੈਂ ਕਿਹਾ ਆ ਉਹ ਪੂਰਾ ਹੋ ਕੇ ਹੀ ਰਹਿਣਾ ਆ। ਟਾਈਮ ਇਸ ਕਰਕੇ ਜ਼ਿਆਦਾ ਲੱਗ ਰਿਹਾ ਆ ਕਰਕੇ ਉਹ ਚਾਹੁੰਦਾ ਨਹੀਂ ਕੋਈ ਨਾਸ਼ ਹੋ ਜਾਵੇ। ਸਾਨੂੰ ਜੀਵਨ ਤਾਂ ਮਿਲ ਰਿਹਾ ਆ ਕਿਉਂਕਿ ਉਹ ਚਾਹੁੰਦਾ ਨਹੀਂ ਕਿ ਅਸੀਂ ਨਾਸ਼ ਹੋ ਜਾਈਏ। ਜੇ ਤੁਹਾਡੇ ਦਿਲ ਦੇ ਵਿੱਚ ਇਸ ਵੇਲੇ ਗੱਲ ਪੈਂਦੀ ਆ ਕਿ ਇਹ ਪਰਮੇਸ਼ਰ ਦੀ ਕਿਰਪਾ ਆ ਜੋ ਮੈਨੂੰ ਬਾਰ-ਬਾਰ ਮੌਕਾ ਦੇ ਰਿਹਾ, ਤੇ ਤੁਸੀਂ ਉਹਦਾ ਫਾਇਦਾ ਨਾ ਚੱਕੋ, ਪਰ ਤੁਸੀਂ ਅੱਜ ਹੀ ਆਪਣਾ ਮੂੰਹ ਪਰਮੇਸ਼ਰ ਵੱਲ ਨੂੰ ਮੋੜ ਲਓ। ਇਹ ਗੱਲ ਕਰਕੇ ਨਾ ਟਾਲੋ। ਮੈਨੂੰ ਚੇਤਾ ਇੱਕ ਵਾਰੀ ਮੈਂ ਕਿਸੇ ਡਰਾਈਵਰ ਦੇ ਨਾਲ, ਨੌਜਵਾਨ ਮੇਰੀ ਫੈਮਿਲੀ ਦਾ ਮੈਂਬਰ ਹੀ ਸੀ, ਬੈਠੀ ਸੀ ਤੇ ਮੈਂ ਉਹਨੂੰ ਕਿਹਾ, ਬਹੁਤ ਸਾਲਾਂ ਦੀ ਗੱਲ ਆ, ਤੁਸੀਂ ਸੀਟ ਬੈਲਟ ਲਾ ਲਓ। ਉਹ ਕਹਿੰਦਾ ਡੋਂਟ ਵਰੀ ਅਬਾਊਟ ਦੈਟ। ਕਾਹਤੇ? ਉਹ ਕਹਿੰਦਾ ਮੈਂ ਅੱਗੇ ਵੀ ਤੇ ਚਲਾਉਂਦਾ, ਕੁਛ ਨਹੀਂ ਹੁੰਦਾ। ਮੇਰੇ ਖਿਆਲ 'ਚ ਅਸੀਂ ਇੱਕ ਸਕਿੰਟ ਵੀ ਇਹ ਗੱਲ ਕਰਨ ਤੋਂ ਰੁਕੇ ਨਹੀਂ ਜਦੋਂ ਇੰਨੀ ਵੱਡੀ ਜ਼ੋਰ ਨਾਲ ਬ੍ਰੇਕ ਲਾਉਣੀ ਪਈ ਕਿ ਮੂਹਰੇ ਗੱਡੀ ਆ ਗਈ। ਮੈਂ ਭਰੋਸਾ ਰੱਖਦੀ ਹਾਂ ਕਿ ਪਰਮੇਸ਼ਰ ਨੇ ਉਸ ਦਿਨ ਸਾਨੂੰ ਬਚਾ ਲਿਆ ਕਿਉਂਕਿ ਉਹ ਉਹਨੂੰ ਵੀ ਚਾਂਸ ਦੇਣਾ ਚਾਹੁੰਦਾ ਸੀ। ਤੇ ਮੈਂ ਪ੍ਰਭੂ ਦਾ ਧੰਨਵਾਦ ਕਰਦੀ ਹਾਂ, ਇੱਕ ਦਿਨ ਉਹਨਾਂ ਨੇ ਵੀ ਤੋਬਾ ਕੀਤੀ। ਸੋ ਇੱਦਾਂ ਇਸ ਗੱਲ ਨੂੰ ਟਾਲੋ ਨਾ ਕਿ ਮੈਂ ਤਾਂ ਅੱਗੇ ਹੀ ਇਸ ਰਾਹ ਤੇ ਜਾਂਦਾ ਹੈ, ਕੁਛ ਨਹੀਂ ਹੁੰਦਾ, ਮੈਂ ਤਾਂ ਸਫਲ ਹਾਂ। ਨਹੀਂ, ਉਹ ਸਫਲ ਤਾਂ ਆ ਕਰਕੇ ਪਰਮੇਸ਼ਰ ਦੀ ਕਿਰਪਾ ਆ ਤੁਹਾਡੇ ਤੇ। ਤੁਸੀਂ ਬਚੇ ਹੋਏ ਤਾਂ ਆ ਕਰਕੇ ਪ੍ਰਭੂ ਦੀ ਕਿਰਪਾ ਆ। ਆਮੀਨ। ਪਰ ਅੱਜ ਤੁਸੀਂ ਉਹਦੇ ਧੀਰਜ ਨੂੰ ਅਜਮਾਓ ਨਾ। ਜਿਹੜੇ ਉਤੋਂ ਬੇਮੁਖ ਆ ਉਹਨਾਂ ਦਾ ਨਾਸ਼ ਹੋਣਾ ਹੈ। ਜਿਹੜਾ ਬਹੁਤ ਵੱਡਾ ਰਾਹ ਆ ਉਹ ਨਾਸ਼ ਵੱਲ ਨੂੰ ਜਾ ਰਿਹਾ ਹੈ, ਪਰ ਜਿਹੜਾ ਭੀੜਾ ਰਾਹ ਆ ਉਹ ਪਰਮੇਸ਼ਰ ਵੱਲ ਨੂੰ ਜਾ ਰਿਹਾ ਹੈ। ਤੁਸੀਂ ਚੋਣ ਕਰੋ। ਮੈਂ ਦੇਖਿਆ ਇਸ ਲੋਕਡਾਊਨ ਦੇ ਵਿੱਚ ਬਹੁਤ ਸਾਰੇ ਲੋਕ ਆ ਜਿਨ੍ਹਾਂ ਕੋਲ ਟਾਈਮ ਨਹੀਂ ਹੈਗਾ। ਅੱਗੇ ਚਰਚ ਨੂੰ ਆਉਂਦੇ ਸੀਗੇ, ਪ੍ਰਾਰਥਨਾ ਦੇ ਵਿੱਚ ਜੁੜਦੇ ਸੀ, ਮੀਟਿੰਗਾਂ ਚਰਚ ਵਿੱਚ ਹੁੰਦੀਆਂ ਸੀ, ਆਉਂਦੇ ਸੀਗੇ। ਹੁਣ ਸਾਡੇ ਕੋਲ ਸਿਰਫ ਸੰਡੇ ਨੂੰ ਤੇ ਫਰਾਈਡੇ ਨੂੰ ਅਸੀਂ ਆਹ ਮੀਟਿੰਗ ਕਰਦੇ ਹਾਂ। ਤੇ ਬਹੁਤ ਵਾਰੀ ਕਈਆਂ ਨੂੰ ਪੁੱਛਿਆ ਜਾਂਦਾ ਤੁਸੀਂ ਆਹ ਦੇਖੀ ਸੀ? ਇਸ ਵੀਕ ਮੇਰਾ ਟਾਈਮ ਨਹੀਂ ਲੱਗਾ। ਜੇ ਕਈ ਵਾਰੀ ਉਹਨੇ ਦੇਖੀ ਹੁੰਦੀ ਆ ਤੇ ਜੇ ਕਿਤੇ ਉਹ ਸਵਾਲ ਪੁੱਛਿਆ ਜਾਵੇ ਕਿ ਆਹ ਗੱਲ ਉੱਥੇ ਕਹੀ ਸੀ, ਉਹ ਕਹਿੰਦੇ ਮੈਂ ਪਤਾ ਨਹੀਂ ਇਹਨੂੰ ਕਿੱਦਾਂ ਮਿਸ ਕਰ ਗਏ। ਕਿਉਂਕਿ ਸ਼ੈਤਾਨ ਨੇ ਸਾਡਾ ਜਿਹੜਾ ਧਿਆਨ ਆ ਉਹ ਡਿਵਾਈਡ ਕੀਤਾ ਆ। ਉਹ ਬਚਨ ਨਹੀਂ ਚਾਹੁੰਦਾ ਕਿ ਬਚਨ ਸੁਣੋ, ਕਿਉਂਕਿ ਜਦੋਂ ਅਸੀਂ ਬਚਨ ਸੁਣਨ ਲੱਗ ਪਏ ਤੇ ਪਰਮੇਸ਼ਰ ਨੇ ਸਾਡੇ ਨਾਲ ਗੱਲਾਂ ਕਰਨੀਆਂ ਤੇ ਅਸੀਂ ਪਰਮੇਸ਼ਰ ਦਾ ਰਾਹ ਚੁਣ ਲੈਣਾ। ਤੇ ਵੈਰੀ ਦਾ ਪੂਰਾ ਜ਼ੋਰ ਲੱਗਾ ਆ
ਕਿ ਉਹ ਆਪਣੇ ਲੋਕਾਂ ਨੂੰ, ਪਰਮੇਸ਼ਰ ਦੇ ਲੋਕਾਂ ਨੂੰ ਉਹਦੇ ਵੱਲ ਨੂੰ ਖਿੱਚ ਕੇ ਤੇ ਨਾਸ਼ ਕਰੇ। ਪਰ ਪਿਤਾ ਪਰਮੇਸ਼ਰ ਦਾ ਜ਼ੋਰ ਲੱਗਾ ਆਪਣੀ ਕਿਰਪਾ ਤੇ ਕਿ ਮੈਂ ਆਪਣੇ ਲੋਕਾਂ ਨੂੰ ਬਚਾਵਾਂ। ਪਰ ਸਾਨੂੰ ਚੋਣ ਕਰਨੀ ਪੈਣੀ ਹੈ, ਸਾਡੀ ਪ੍ਰੀਤ ਠੰਡੀ ਨਾ ਹੋ ਜਾਵੇ, ਅਸੀਂ ਉਹ ਤੋਂ ਅਲੱਗ ਨਾ ਹੋ ਜਾਈਏ। ਸੋ ਮੈਂ ਤੁਹਾਡੇ ਅੱਗੇ ਪ੍ਰਾਰਥਨਾ ਕਰਦੀ ਹਾਂ, ਅੱਜ ਜੇ ਪ੍ਰਭੂ ਦਾ ਆਤਮਾ ਤੁਹਾਨੂੰ ਘਾਇਲ ਕਰ ਰਿਹਾ, ਤੁਸੀਂ ਕੱਲ ਨਹੀਂ ਹੋਣ ਦੇਣਾ, ਨੈਕਸਟ ਸੈਕਿੰਡ ਨਹੀਂ ਹੋਣ ਦੇਣਾ, ਅੱਜੇ ਹੀ ਪ੍ਰਾਰਥਨਾ ਕਰਨੀ। ਆਮੇਨ। ਤੇ ਅੱਜ ਹੁਣ ਪਾਸਟਰ ਜੀ ਆਪਣੇ ਲਈ ਪ੍ਰਾਰਥਨਾ ਕਰਦੇ ਆ ਤੇ ਆਪਾਂ ਪ੍ਰਭੂ ਦੇ ਵਡਿਆਈ ਕਰਦੇ ਆ। ਇਹਦੇ ਵਿੱਚ ਆਪਾਂ ਪਹਿਲਾਂ ਪ੍ਰਾਰਥਨਾ ਕਰਾਂਗੇ ਜਿਹੜੇ ਯਿਸੂ ਮਸੀਹ ਨੂੰ ਇਸ ਵੇਲੇ ਆਪਣੇ ਦਿਲ ਵਿੱਚ ਸੱਦਣਾ ਚਾਹੁੰਦੇ, ਪਾਪਾਂ ਦੀ ਮਾਫੀ ਮੰਗਣਾ ਚਾਹੁੰਦੇ, ਜਿਹੜੇ ਗਲਤ ਰਸਤੇ ਤੇ ਆ ਪਰ ਹੁਣ ਸਹੀ ਤੇ ਆਉਣਾ ਚਾਹੁੰਦੇ ਆ। ਆਮੇਨ। ਉਹ ਤੁਹਾਨੂੰ ਇੱਕ ਹੋਰ ਚਾਂਸ ਮਿਲ ਰਿਹਾ, ਸੋ ਮਿਸ ਨਾ ਕਰਿਓ। ਆ ਜਾਓ ਆਪਾਂ ਪ੍ਰਾਰਥਨਾ ਕਰੀਏ। ਥੈਂਕ ਯੂ ਫਾਦਰ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਸਵਰਗ ਪਿਤਾ, ਅਸੀਂ ਤੁਹਾਡਾ ਧੰਨਵਾਦ, ਤੁਹਾਡੀ ਵਡਿਆਈ ਕਰਦੇ ਹਾਂ। ਜਿੰਨੇ ਵੀ ਭੈਣ ਭਰਾਵਾਂ ਦਾ ਤੂੰ ਇਸ ਵੇਲੇ ਦਿਲ ਛੂਹਾ, ਜਿਨ੍ਹਾਂ ਨੂੰ ਇਸ ਵੇਲੇ ਤੁਸੀਂ ਕਨਵਿਕਟ ਕਰ ਰਹੇ ਆ, ਉਹਨਾਂ ਨੂੰ ਮਾਫੀ ਮੰਗਣ ਦੀ ਜ਼ਰੂਰਤ ਹੈ, ਉਹਨਾਂ ਨੂੰ ਸਹੀ ਰਸਤੇ ਆਉਣ ਦੀ ਜ਼ਰੂਰਤ ਹੈ। ਪ੍ਰਭੂ ਅਸੀਂ ਯਿਸੂ ਮਸੀਹ ਦੇ ਨਾਂ ਦੇ ਵਿੱਚ ਮੰਗਦੇ ਹਾਂ, ਜੋ ਇਸ ਵੇਲੇ ਤੁਹਾਡੇ ਕੋਲ ਮਾਫੀ ਮੰਗ ਰਹੇ ਆ, ਜੇ ਤੁਹਾਡੇ ਮੂਹਰੇ ਆ ਰਹੇ ਆ ਸਵਰਗਦੂਤਾ, ਤੁਸੀਂ ਉਹਨਾਂ ਨੂੰ ਮਾਫ ਕਰ ਦਿਓ, ਆਪਣੇ ਬੇਟੇ ਬੇਟੀਆਂ ਬਣਾ ਲਓ ਤੇ ਸਵਰਗਦੂਤਾ ਉਹਨਾਂ ਨੂੰ ਸਹੀ ਰਸਤੇ ਤੇ ਲਿਆਓ। ਤੋਬਾ ਕਰਨ ਦਾ ਇਹੀ ਮਤਲਬ ਲਿਆ, ਅਸੀਂ ਇੱਕ ਰਸਤਾ ਛੱਡ ਕੇ ਦੂਜੇ ਸਹੀ ਰਸਤੇ ਤੇ ਆ ਜਾਈਏ ਤਾਂ ਸਵਰਗਦੂਤਾ ਉਹਨਾਂ ਨੂੰ ਉੱਥੇ ਸਹੀ ਰਸਤੇ ਵਿੱਚ ਲਿਆ। ਸਵਰਗਦੂਤਾ ਐਸੇ ਵੇਲੇ ਕਰ ਦਿਓ, ਸਵਰਗਦੂਤਾ ਐਸੇ ਵੇਲੇ ਉਹਨਾਂ ਦੇ ਦਿਲ ਦੇ ਵਿੱਚ ਇਹ ਹੋ ਜਵੇ, ਸਵਰਗਦੂਤਾ ਉਹਨਾਂ ਨੂੰ ਪਤਾ ਲੱਗ ਜਵੇ ਬਈ ਪਰਮੇਸ਼ਰ ਨੇ ਮੈਨੂੰ ਮਾਫ ਕਰ ਦਿੱਤਾ ਤੇ ਸਹੀ ਰਸਤੇ ਦੇ ਵਿੱਚ ਲੈ ਆਂਦਾ ਹੈ, ਯਿਸੂ ਮਸੀਹ ਦੇ ਨਾਮ ਦੇ ਵਿੱਚ। ਆਮੇਨ। ਆਪਾਂ ਇਸ ਵੇਲੇ ਉਹਨਾਂ ਵਾਸਤੇ ਵੀ ਪ੍ਰਾਰਥਨਾ ਕਰਾਂਗੇ ਜਿਹੜੇ ਇਸ ਵੇਲੇ ਕੋਈ ਬਿਮਾਰੀ ਵਿੱਚ ਜਾਂ ਕੋਈ ਹੋਰ ਕੋਈ ਮਿਰਕਲ ਚਾਹੀਦੀ ਆ। ਆਪਾਂ ਪ੍ਰੇ ਕਰਨੀ, ਤੁਸੀਂ ਕਬੂਲ ਕਰਨ ਨੂੰ ਤਿਆਰ ਹੋਇਓ ਤੇ ਪਰਮੇਸ਼ਰ ਤੁਹਾਡੇ ਵਾਸਤੇ ਇਸ ਵੇਲੇ ਮੌਜਾ ਕਰੂਗਾ। ਜੇ ਤੁਸੀਂ ਬਿਮਾਰ ਆ, ਤੁਸੀਂ ਐਸੇ ਵੇਲੇ ਠੀਕ ਹੋਣ ਲੱਗ ਪਓਗੇ। ਜੇ ਹੋਰ ਕੋਈ ਮੁਸੀਬਤ ਸੀਗੀ, ਐਸੇ ਵੇਲੇ ਉਹ ਠੀਕ ਹੋਣ ਲੱਗ ਪੈਣੀ ਹੈ ਤੇ ਤੁਸੀਂ ਯਕੀਨ ਰੱਖਣਾ, ਭਰੋਸਾ ਰੱਖਣਾ ਤੇ ਪਰਮੇਸ਼ਰ ਤੁਹਾਡੇ ਵਾਸਤੇ ਕਰੂਗਾ। ਆ ਜਾਓ ਆਪਾਂ ਪ੍ਰੇ ਕਰੀਏ। ਸਵਰਗ ਪਿਤਾ, ਅਸੀਂ ਤੁਹਾਡਾ ਧੰਨਵਾਦ, ਤੁਹਾਡੀ ਵਡਿਆਈ ਕਰਦੇ ਹਾਂ। ਜਿੰਨੇ ਵੀ ਭੈਣ ਭਰਾਵਾਂ ਨੂੰ ਇਸ ਵੇਲੇ ਮਿਰਕਲ ਦੀ ਲੋੜ ਆ, ਸਵਰਗ ਪਿਤਾ, ਜਿਹੜੇ ਤੁਹਾਡੇ ਮੂਹਰੇ ਇਸ ਵੇਲੇ ਦੁਹਾਈ ਦੇ ਰਹੇ ਆ ਤੇ ਉਹ ਯਕੀਨ ਰੱਖਦੇ, ਭਰੋਸਾ ਰੱਖਦੇ ਆ ਤੁਸੀਂ ਮਿਰਕਲ ਵਰਕਿੰਗ ਪਰਮੇਸ਼ਰ ਆ। ਸਵਰਗ ਪਿਤਾ, ਜੇ ਉਹਨਾਂ ਦੇ ਕੋਈ ਵੀ ਸਰੀਰ ਵਿੱਚ ਬਿਮਾਰੀ ਆ, ਜਿੱਥੇ ਡਾਕਟਰਾਂ ਨੇ ਕਿਹਾ ਹੋ ਨਹੀਂ ਸਕਦਾ, ਬਚਣਾ ਨਹੀਂ ਹੈਗਾ, ਅਸੀਂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੰਗਦੇ ਆ ਐਸੇ ਵੇਲੇ ਉਹ ਕੈਂਸਰ, ਐਸੇ ਵੇਲੇ ਦਿਲ ਦੀਆਂ ਬਿਮਾਰੀਆਂ, ਐਸੇ ਵੇਲੇ ਜੋ ਵੀ ਉਹਨਾਂ ਦੇ ਬਿਮਾਰੀਆਂ ਸੀਗੀਆਂ ਜਿਹੜੀਆਂ ਕਹਿੰਦੇ ਨਹੀਂ ਠੀਕ ਹੋ ਸਕਦੀਆਂ, ਅਸੀਂ ਯਿਸੂ ਮਸੀਹ ਦਾ ਹੁਕਮ ਦਿੰਦੇ ਐਸੇ ਵੇਲੇ ਠੀਕ ਹੋ ਜਾਣ। ਸਵਰਗਦੂਤਾ, ਜਿੱਥੇ ਪਰਿਵਾਰਾਂ ਦੇ ਵਿੱਚ ਇਸ ਵੇਲੇ ਫਾਟਕ ਪਏ ਹੋਇਆ, ਜਿੱਥੇ ਸ਼ੈਤਾਨ ਨੇ ਘਸਮੈਣ ਲਿਆਂਦਾ ਆ, ਅਸੀਂ ਯਿਸੂ ਮਸੀਹ ਦੇ ਨਾਮ 'ਚ ਹੁਕਮ ਦਿੰਦੇ ਹਾਂ ਐਸੇ ਵੇਲੇ ਉਹ ਨਿਕਲ ਜਾਵੇ ਤਾਂ ਸਵਰਗਦੂਤਾ ਉੱਥੇ ਸ਼ਾਂਤੀ, ਧੀਰਜ ਤੇ ਖੁਸ਼ੀ ਆ ਜਾਵੇ, ਉੱਥੇ ਏਕਤਾ ਆ ਜਾਵੇ, ਉੱਥੇ ਪਿਆਰ ਆ ਜਾਵੇ ਯਿਸੂ ਮਸੀਹ ਦੇ ਨਾਮ ਦੇ ਵਿੱਚ। ਸਵਰਗਦੂਤਾ, ਅਸੀਂ ਤੁਹਾਡਾ ਧੰਨਵਾਦ, ਤੁਹਾਡੀ ਵਡਿਆਈ ਕਰਦੇ ਹਾਂ। ਜਿਹੜੇ ਇਸ ਵੇਲੇ ਕਮੀ ਦੇ ਵਿੱਚ ਆ, ਜਿਨ੍ਹਾਂ ਦੇ ਬਿੱਲ ਨਹੀਂ ਪਏ ਹੁੰਦੇ ਹੈਗੇ, ਜਿਨ੍ਹਾਂ ਦੇ ਕੋਲ ਕੁਛ ਹੈ ਨਹੀਂ ਗਾ, ਸਵਰਗਦੂਤਾ ਤੁਸੀਂ ਉਹਨਾਂ ਵੱਲ ਵੀ ਦੇਖੋ, ਉਹਨਾਂ ਦੀ ਵੀ ਮਦਦ ਕਰੋ, ਉਹਨਾਂ ਦੀ ਸੁਪਰ ਨੈਚੁਰਲੀ ਉਹਨਾਂ ਦੀਆਂ ਲੋੜਾਂ ਪੂਰੀਆਂ ਕਰੋ। ਸਵਰਗਦੂਤਾ, ਅਸੀਂ ਤੁਹਾਡਾ ਧੰਨਵਾਦ, ਤੁਹਾਡੀ ਵਡਿਆਈ ਯਿਸੂ ਮਸੀਹ ਦੇ ਨਾਮ ਦੇ ਵਿੱਚ ਕਰਦੇ ਹਾਂ। ਆਮੇਨ, ਆਮੇਨ। ਜਦੋਂ ਪਾਸਟਰ ਜੀ ਨੇ ਪ੍ਰਾਰਥਨਾ ਕੀਤੀ ਆ ਤੇ ਬਹੁਤ ਨਿਸ਼ਚੈ ਨਾਲ ਕਿਹਾ ਕਿ ਜੋ ਵੀ ਆਪਾਂ ਮੰਗਾਂਗੇ ਉਹ ਹੋਊਗਾ, ਪਰ ਇਹਦੇ ਨਾਲ ਤੁਹਾਨੂੰ ਵੀ ਨਿਸ਼ਚਾ ਕਰਨੀ ਪੈਣੀ ਹੈ। ਤੇ ਕਈ ਵਾਰੀ ਨਿਸ਼ਚਾ ਦੇ ਨਾਲ ਨਾਲ ਪਰਮੇਸ਼ਰ ਸਾਨੂੰ ਕੁਛ ਕਰਨ ਨੂੰ ਵੀ ਕਹਿੰਦਾ ਹੈ ਤੇ ਉਹ ਤੁਹਾਨੂੰ ਕਰਨਾ ਪੈਣਾ ਹੈ। ਕਈ ਵਾਰੀ ਆਪਾਂ ਡਾਕਟਰ ਦੇ ਜਾ ਕੇ ਦਵਾਈ ਲੈ ਕੇ ਆਉਂਦੇ ਹੁੰਦੇ ਹਾਂ, ਆਪਾਂ ਡਾਕਟਰ ਤੇ ਭਰੋਸਾ ਰੱਖਦੇ ਹਾਂ ਕਿ ਇਹਨੇ ਮੈਨੂੰ ਦਵਾਈ ਦੇਣੀ ਤੇ ਚੰਗਿਆਈ ਮੈਨੂੰ ਮਿਲ ਜਾਣੀ, ਪਰ ਉਹਦੇ ਨਾਲ ਕਈ ਵਾਰੀ ਉਹ ਕਹਿੰਦੇ ਹੁੰਦੇ ਇਹ ਰੋਟੀ ਖਾਣ ਤੋਂ ਪਹਿਲਾਂ ਖਾਣੀ ਹੈ, ਰੋਟੀ ਤੋਂ ਬਾਅਦ ਖਾਣੀ ਆ, ਇਹ ਪਾਣੀ ਨਾਲ ਖਾਣੀ ਆ, ਇੰਨੇ ਵਜੇ ਖਾਣੀ ਹੈ, ਇੰਨੀ ਵਾਰੀ ਖਾਣੀ ਹੈ। ਅੱਜ ਪਰਮੇਸ਼ਰ ਦਾ ਆਤਮਾ ਤੁਹਾਨੂੰ ਕਿੱਧਰ ਨੂੰ ਅਗਵਾਈ ਕਰ ਰਿਹਾ। ਜੇ ਉਹ ਕਹਿ ਰਿਹਾ ਤੁਸੀਂ ਕਿਸੇ ਨੂੰ ਮਾਫ ਕਰ ਦਿਓ ਤਾਂ ਤੁਸੀਂ ਉਹਨੂੰ ਮਾਫ ਕਰ ਦਿਓ। ਜੇ ਉਹ ਕਹਿੰਦਾ ਕਿਸੇ ਨੂੰ ਇੱਕ ਕੱਪ ਪਾਣੀ ਦਾ ਦੇ ਦਿਓ ਮੇਰੇ ਨਾਂ ਦੇ ਵਿੱਚ, ਤਾਂ ਉਹਨੂੰ ਪਾਣੀ ਦੇ ਦਿਓ। ਜਿੱਧਰ ਨੂੰ ਵੀ ਪਰਮੇਸ਼ਰ ਦਾ ਆਤਮਾ ਤੁਹਾਡੀ ਅਗਵਾਈ ਕਰੇ, ਤੁਸੀਂ ਜ਼ਰੂਰ ਰੱਖ ਕੇ ਲੱਗੋ ਤਾਂ ਕਿ ਤੁਸੀਂ ਜੋ ਵੀ ਮੰਗਿਆ ਨਿਸ਼ਚਾ ਕਰਕੇ ਉਹ ਪਾ ਲਓ। ਆਮੇਨ। ਸੋ ਆਪਾਂ ਪ੍ਰਭੂ ਦਾ ਧੰਨਵਾਦ ਕਰਦੇ ਹਾਂ, ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ ਕਰਦੇ ਕਿ ਤੁਸੀਂ ਸਾਰਿਆਂ ਨੇ ਬਹੁਤ ਕਮੈਂਟ ਵੀ ਦਿੱਤੇ ਆ। ਸੋ ਅਸੀਂ ਤੁਹਾਡਾ ਧੰਨਵਾਦ ਕਰਦੇ, ਤੁਸੀਂ ਸਾਨੂੰ ਹੌਸਲਾ ਵਧਾਈ ਦਿੰਦੇ ਆ ਤੇ ਪ੍ਰਭੂ ਤੁਹਾਨੂੰ ਬਲੈਸ ਕਰੇ ਆਉਣ ਵਾਲੇ ਟਾਈਮ ਦੇ ਵਿੱਚ। ਜਿੱਦਾਂ ਆਪਾਂ ਕਹਿੰਦੇ ਹੁੰਦੇ ਆ
ਆਪਾਂ ਫੇਰ ਸੰਡੇ ਨੂੰ ਮਿਲਾਂਗੇ 3:30 ਵਜੇ ਤੇ ਫਰਾਈਡੇ ਨੂੰ 3:30 ਵਜੇ, ਜੇ ਯਿਸੂ ਮਸੀਹ ਜੀ ਨਹੀਂ ਆਏ ਤਾਂ। ਜੇ ਆ ਗਏ, ਜਿੰਨੇ ਵੀ ਤਿਆਰ ਹੋ, ਆਪਾਂ ਸਵਰਗਾਂ ਦੇ ਵਿੱਚ ਜ਼ਰੂਰ ਮਿਲਾਂਗੇ। Amen. ਤੇ ਤੁਸੀਂ ਸਾਡੇ ਲਈ ਵੀ ਪ੍ਰਾਰਥਨਾ ਕਰਦੇ ਰਹੋ, ਅਸੀਂ ਤੁਹਾਡੇ ਲਈ ਕਰੀਏ, ਆਪਾਂ ਇੱਕ ਦੂਏ ਲਈ ਪ੍ਰਾਰਥਨਾ ਦੇ ਵਿੱਚ ਲਿਫਟ ਅਪ ਕਰੀਏ, ਤਾਂ ਕਿ ਪ੍ਰਭੂ ਸਾਨੂੰ ਆਪਣੀ ਕਿਰਪਾ ਦੇ ਥੱਲੇ ਬਣਾਈ ਰੱਖੇ। ਉਦੋਂ ਤੱਕ ਤੁਸੀਂ ਬਲੈਸ ਰਹੋ, ਪ੍ਰਭੂ ਦੇ ਲਾਗੇ ਰਹੋ। ਪ੍ਰਾਈਜ਼ ਦ ਲਾਰਡ। ਜੈ ਮਸੀਹ ਦੀ। Jam City, everybody. Bless ਗॉड you. ਬਲੈਸ। Bless you.